मेरे प्यारे देशवासियों, आज़ादी दे इस पवित्र पर्व ਦੀ ਸਾਰੇ ਦੇਸ਼ਵਾਸੀਆਂ ਨੂੰ ਵਧਾਈ ਅਤੇ ਬਹੁਤ-ਬਹੁਤ ਸ਼ੁਭਕਾਮਨਾਵਾਂ। ਅੱਜ ਜੋ ਆਪਾਂ ਸੁਤੰਤਰ ਭਾਰਤ ਵਿੱਚ ਸਾਹ ਲੈ ਰਹੇ ਹਾਂ, ਉਸ ਦੇ ਪਿੱਛੇ ਮਾਂ ਭਾਰਤੀ ਦੇ ਲੱਖਾਂ ਬੇਟੇ ਬੇਟੀਆਂ, ਉਹਨਾਂ ਦਾ ਤਿਆਗ, ਉਹਨਾਂ ਦਾ ਬਲੀਦਾਨ ਅਤੇ ਮਾਂ ਭਾਰਤੀ ਨੂੰ ਆਜ਼ਾਦ ਕਰਾਉਣ ਦੇ ਸੰਕਲਪ ਦੇ ਪ੍ਰਤੀ ਉਹਨਾਂ ਦਾ ਸਮਰਪਣ ਅੱਜ ਅਜਿਹੇ ਸਭ ਸਾਡੇ ਸੁਤੰਤਰਤਾ ਸੈਨਾਨੀਆਂ ਨੂੰ, ਆਜ਼ਾਦੀ ਦੇ ਵੀਰਾਂ ਨੂੰ, ਨਰਬਾਂਕਿਆਂ ਨੂੰ, ਵੀਰ ਸ਼ਹੀਦਾਂ ਨੂੰ ਸਜਦਾ ਕਰਨ ਦਾ ਇਹ ਪਰਵ ਹੈ। ਸਾਡੀ ਫੌਜ ਦੇ ਜਾਂਬਾਜ਼ ਜਵਾਨ, ਸਾਡੇ ਨੀਮ ਫੌਜੀ ਬਲ, ਸਾਡੇ ਪੁਲਿਸ ਦੇ ਜਵਾਨ, ਸੁਰੱਖਿਆ ਬਲਾਂ ਨਾਲ ਜੁੜਿਆ ਹਰ ਕੋਈ ਮਾਂ ਭਾਰਤੀ ਦੀ ਰਾਖੀ ਵਿੱਚ ਜੁਟੇ ਰਹਿੰਦੇ ਨੇ, ਜਨ ਸਧਾਰਨ ਦੀ ਰਾਖੀ ਵਿੱਚ ਜੁਟੇ ਰਹਿੰਦੇ ਨੇ। ਅੱਜ ਉਹਨਾਂ ਸਭ ਨੂੰ ਵੀ ਦਿਲ ਤੋਂ ਆਦਰਪੂਰਵਕ ਯਾਦ ਕਰਨ ਦਾ, ਉਹਨਾਂ ਦੇ ਮਹਾਨ ਤਿਆਗ ਤਪੱਸਿਆ ਨੂੰ ਸਜਦਾ ਕਰਨ ਦਾ ਪਰਵ ਹੈ। ਇੱਕ ਨਾਂ ਹੋਰ, ਸ਼੍ਰੀ ਅਰਵਿੰਦ ਘੋਸ਼ ਕ੍ਰਾਂਤੀ ਦੂਤ ਤੋਂ ਲੈ ਕੇ ਅਧਿਆਤਮਕ ਯਾਤਰਾ, ਅੱਜ ਉਹਨਾਂ ਦੇ ਸੰਕਲਪ, ਉਹਨਾਂ ਦੀ ਜਨਮ ਜਯੰਤੀ ਹੈ। ਆਪਣੇ ਉੱਪਰ ਉਹਨਾਂ ਦੇ ਸੰਕਲਪਾਂ ਨੂੰ, ਸਾਡੇ ਸੰਕਲਪਾਂ ਨੂੰ ਪੂਰਾ ਕਰਨ ਲਈ ਉਹਨਾਂ ਦਾ ਆਸ਼ੀਰਵਾਦ ਬਣਿਆ ਰਹੇ। ਆਪਾਂ ਇੱਕ ਖਾਸ ਪਰਿਸਥਿਤੀ ਵਿੱਚੋਂ ਗੁਜ਼ਰ ਰਹੇ ਹਾਂ। ਅੱਜ ਛੋਟੇ-ਛੋਟੇ ਬਾਲਕ ਮੇਰੇ ਸਾਹਮਣੇ ਨਜ਼ਰ ਨਹੀਂ ਆ ਰਹੇ। ਭਾਰਤ ਦਾ ਰੌਸ਼ਨ ਭਵਿੱਖ, ਕਿਉਂਕਿ ਕੋਰੋਨਾ ਨੇ ਸਾਰਿਆਂ ਨੂੰ ਰੋਕਿਆ ਹੋਇਆ ਹੈ। ਇਸ ਕੋਰੋਨਾ ਦੇ ਕਾਲਖੰਡ ਵਿੱਚ ਲੱਖਾਂ ਕੋਰੋਨਾ ਵਾਰੀਅਰਸ, ਚਾਹੇ ਡਾਕਟਰਸ ਹੋਣ, ਨਰਸਿਸ ਹੋਣ, ਸਫਾਈ ਕਰਮੀ ਹੋਣ, ਐਂਬੂਲੈਂਸ ਚਲਾਉਣ ਵਾਲੇ ਲੋਕ ਹੋਣ, ਕਿਸ ਦਾ ਨਾਮ ਗਿਣਾਵਾਂਗਾ। ਉਹਨਾਂ ਲੋਕਾਂ ਨੇ ਇੰਨੇ ਲੰਬੇ ਸਮੇਂ ਤੱਕ ਜਿਸ ਤਰ੍ਹਾਂ ਨਾਲ ਸੇਵਾ ਪਰਮੋ ਧਰਮ ਇਸ ਮੰਤਰ ਨੂੰ ਜੀ ਕੇ ਵਿਖਾਇਆ ਹੈ, ਪੂਰੇ ਸਮਰਪਣ ਭਾਵ ਨਾਲ ਮਾਂ ਭਾਰਤੀ ਦੇ ਲਾਲਾਂ ਦੀ ਸੇਵਾ ਕੀਤੀ ਹੈ। ਅਜਿਹੇ ਸਾਰੇ ਕੋਰੋਨਾ ਵਾਰੀਅਰਸ ਨੂੰ ਵੀ ਮੈਂ ਅੱਜ ਸਜਦਾ ਕਰਦਾ ਹਾਂ। ਇਸ ਕੋਰੋਨਾ ਦੇ ਕਾਲਖੰਡ ਵਿੱਚ ਅਨੇਕ ਸਾਡੇ ਭਰਾ ਭੈਣਾਂ ਇਸ ਕੋਰੋਨਾ ਦੇ ਸੰਕਟ ਤੋਂ ਪ੍ਰਭਾਵਿਤ ਹੋਏ ਨੇ। ਕਈ ਪਰਿਵਾਰ ਪ੍ਰਭਾਵਿਤ ਹੋਏ ਨੇ। ਕਈਆਂ ਨੇ ਆਪਣੀ ਜਾਨ ਵੀ ਗਵਾਈ ਹੈ। ਮੈਂ ਅਜਿਹੇ ਸਭ ਪਰਿਵਾਰਾਂ ਦੇ ਪ੍ਰਤੀ ਆਪਣੀਆਂ ਭਾਵਨਾਵਾਂ ਪ੍ਰਗਟ ਕਰਦਾ ਹਾਂ ਅਤੇ ਇਸ ਕੋਰੋਨਾ ਦੇ ਖਿਲਾਫ ਮੈਨੂੰ ਭਰੋਸਾ ਹੈ 130 ਕਰੋੜ ਦੇਸ਼ਵਾਸੀਆਂ ਦੀ ਅਜੇਤੂ ਇੱਛਾ ਸ਼ਕਤੀ, ਸੰਕਲਪ ਸ਼ਕਤੀ ਸਾਨੂੰ ਇਸ ਵਿੱਚ ਫਤਿਹ ਦਿਲਾਏਗੀ ਅਤੇ ਅਸੀਂ ਜੇਤੂ ਹੋ ਕੇ ਰਹਾਂਗੇ। ਮੈਨੂੰ ਵਿਸ਼ਵਾਸ ਹੈ ਕਿ ਪਿਛਲੇ ਦਿਨੀ ਹੀ ਅਸੀਂ ਇੱਕ ਅਨੇਕ ਸੰਕਟਾਂ ਵਿੱਚੋਂ ਦੀ ਗੁਜ਼ਰ ਰਹੇ ਹਾਂ। ਹੜ੍ਹਾਂ ਦਾ ਕਹਿਰ, ਖਾਸ ਕਰਕੇ ਨਾਰਥ ਈਸਟ, ਪੂਰਬੀ ਭਾਰਤ, ਦੱਖਣ ਭਾਰਤ, ਪੱਛਮੀ ਭਾਰਤ ਦੇ ਕੁਝ ਇਲਾਕੇ, ਕਿਤੇ ਲੈਂਡਸਲਾਈਡ, ਅਨੇਕ ਦਿੱਕਤਾਂ ਦਾ ਸਾਹਮਣਾ ਲੋਕਾਂ ਨੂੰ ਕਰਨਾ ਪਿਆ ਹੈ। ਅਨੇਕ ਲੋਕਾਂ ਨੇ ਆਪਣੀ ਜਾਨ ਗਵਾਈ ਹੈ। ਮੈਂ ਉਹਨਾਂ ਪਰਿਵਾਰਾਂ ਦੇ ਪ੍ਰਤੀ ਵੀ ਮੇਰੀਆਂ ਭਾਵਨਾਵਾਂ ਪ੍ਰਗਟ ਕਰਦਾ ਹਾਂ ਅਤੇ ਸੂਬਾ ਸਰਕਾਰਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ
ਅਜਿਹੀ ਸੰਕਟ ਦੀ ਘੜੀ ਵਿੱਚ ਹਮੇਸ਼ਾ ਦੇਸ਼ ਇੱਕ ਬਣ ਕੇ, ਚਾਹੇ ਕੇਂਦਰ ਸਰਕਾਰ ਹੋਵੇ ਚਾਹੇ ਸੂਬਾ ਸਰਕਾਰ ਹੋਵੇ, ਅਸੀਂ ਮਿਲ ਕੇ ਤਤਕਾਲ ਜਿੰਨੀ ਵੀ ਮਦਦ ਪਹੁੰਚਾਉਣ ਦੀ ਕੋਸ਼ਿਸ਼ ਕਰ ਸਕਦੇ ਹਾਂ, ਸਫਲਤਾਪੂਰਵਕ ਕਰ ਰਹੇ ਹਾਂ। ਮੇਰੇ ਪਿਆਰੇ ਦੇਸ਼ਵਾਸੀਓ, ਆਜ਼ਾਦੀ ਦਾ ਪਰਵ ਸਾਡੇ ਲਈ ਇਹ ਸੁਤੰਤਰਤਾ ਦਾ ਪਰਵ ਆਜ਼ਾਦੀ ਦੇ ਵੀਰਾਂ ਨੂੰ ਯਾਦ ਕਰਕੇ ਨਵੇਂ ਸੰਕਲਪਾਂ ਦੀ ਊਰਜਾ ਦਾ ਇੱਕ ਮੌਕਾ ਹੁੰਦਾ ਹੈ। ਇੱਕ ਤਰ੍ਹਾਂ ਨਾਲ ਸਾਡੇ ਲਈ ਇਹ ਨਵੀਂ ਪ੍ਰੇਰਣਾ ਲੈ ਕੇ ਆਉਂਦਾ ਹੈ, ਨਵੀਂ ਉਮੰਗ, ਨਵਾਂ ਉਤਸ਼ਾਹ ਲੈ ਕੇ ਆਉਂਦਾ ਹੈ। ਅਤੇ ਇਸ ਵਾਰ ਤਾਂ ਸਾਡੇ ਲਈ ਸੰਕਲਪ ਲੈਣਾ ਬਹੁਤ ਜ਼ਰੂਰੀ ਵੀ ਹੈ ਅਤੇ ਬਹੁਤ ਸ਼ੁਭ ਮੌਕਾ ਵੀ ਹੈ, ਕਿਉਂਕਿ ਅਗਲਾ ਜਦੋਂ ਅਸੀਂ ਆਜ਼ਾਦੀ ਦਾ ਪਰਵ ਮਨਾਵਾਂਗੇ ਤਦ 75ਵੇਂ ਸਾਲ ਵਿੱਚ ਆਪਾਂ ਪ੍ਰਵੇਸ਼ ਕਰਾਂਗੇ। ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਮੌਕਾ ਹੈ ਅਤੇ ਇਸੇ ਲਈ ਅੱਜ ਆਉਣ ਵਾਲੇ 2 ਸਾਲਾਂ ਲਈ ਬਹੁਤ ਵੱਡੇ ਸੰਕਲਪ ਲੈ ਕੇ ਆਪਾਂ ਚੱਲਣਾ ਹੈ। 130 ਕਰੋੜ ਦੇਸ਼ ਵਾਸੀਆਂ ਨੇ ਚੱਲਣਾ ਹੈ। ਆਜ਼ਾਦੀ ਦੇ 75ਵੇਂ ਸਾਲ ਵਿੱਚ ਜਦੋਂ ਪ੍ਰਵੇਸ਼ ਕਰਾਂਗੇ ਅਤੇ ਆਜ਼ਾਦੀ ਦੇ 75 ਵਰ੍ਹੇ ਜਦ ਪੂਰੇ ਹੋਣਗੇ, ਆਪਾਂ ਆਪਣੇ ਸੰਕਲਪਾਂ ਦੀ ਪੂਰਤੀ ਦੇ ਮਹਾਪਰਵ ਦੇ ਰੂਪ ਵਿੱਚ ਉਸ ਨੂੰ ਮਨਾਵਾਂਗੇ। ਮੇਰੇ ਪਿਆਰੇ ਦੇਸ਼ਵਾਸੀਓ, ਆਪਣੇ ਪੂਰਵਜਾਂ ਨੇ ਅਖੰਡ ਇੱਕ ਨਿਸ਼ਟ ਤਪੱਸਿਆ ਕਰਕੇ ਤਿਆਗ ਅਤੇ ਬਲੀਦਾਨ ਦੀਆਂ ਉੱਚ ਭਾਵਨਾਵਾਂ ਨੂੰ ਸਥਾਪਿਤ ਕਰਦੇ ਹੋਏ ਆਪਾਂ ਨੂੰ ਜਿਸ ਤਰ੍ਹਾਂ ਨਾਲ ਆਜ਼ਾਦੀ ਦਿਵਾਈ ਹੈ, ਉਹਨਾਂ ਨੇ ਨਿਛਾਵਰ ਕਰ ਦਿੱਤਾ ਹੈ। ਲੇਕਿਨ ਆਪਾਂ ਇਹ ਗੱਲ ਨਾ ਭੁੱਲੀਏ ਕਿ ਗੁਲਾਮੀ ਦੇ ਇੰਨੇ ਲੰਮੇ ਕਾਲਖੰਡ ਦੌਰਾਨ ਕੋਈ ਵੀ ਪਲ ਅਜਿਹਾ ਨਹੀਂ ਸੀ, ਕੋਈ ਵੀ ਖੇਤਰ ਅਜਿਹਾ ਨਹੀਂ ਸੀ ਕਿ ਜਦੋਂ ਆਜ਼ਾਦੀ ਦੀ ਲਲਕ ਨਾ ਉੱਠੀ ਹੋਵੇ। ਆਜ਼ਾਦੀ ਦੀ ਇੱਛਾ ਨੂੰ ਲੈ ਕੇ ਕਿਸੇ ਨਾ ਕਿਸੇ ਨੇ ਯਤਨ ਨਾ ਕੀਤੇ ਹੋਣ, ਜੰਗ ਨਾ ਕੀਤੀ ਹੋਵੇ, ਤਿਆਗ ਨਾ ਕੀਤਾ ਹੋਵੇ ਅਤੇ ਇੱਕ ਤਰ੍ਹਾਂ ਨਾਲ ਜਵਾਨੀ ਜੇਲ੍ਹਾਂ ਵਿੱਚ ਖਪਾ ਦਿੱਤੀ। ਜੀਵਨ ਦੇ ਸਾਰੇ ਸੁਪਨਿਆਂ ਦੀ ਫਾਂਸੀ ਦੇ ਫੰਦਿਆਂ ਨੂੰ ਚੁੰਮ ਕੇ ਆਹੂਤੀ ਦੇ ਦਿੱਤੀ। ਅਜਿਹੇ ਵੀਰਾਂ ਨੂੰ ਸਜਦਾ ਕਰਦੇ ਹੋਏ ਅਤੇ ਫਿਰ ਇੱਕ ਪਾਸੇ ਹਥਿਆਰਬੰਦ ਕ੍ਰਾਂਤੀ ਦਾ ਦੌਰ, ਦੂਜੇ ਪਾਸੇ ਜਨ ਅੰਦੋਲਨ ਦਾ ਦੌਰ, ਪੂਜਨੀਕ ਬਾਪੂ ਦੀ ਅਗਵਾਈ ਵਿੱਚ ਰਾਸ਼ਟਰ ਜਾਗਰਣ ਦੇ ਨਾਲ ਜਨ ਅੰਦੋਲਨ ਦੀ ਇਸ ਧਾਰਾ ਨੇ ਆਜ਼ਾਦੀ ਦੇ ਅੰਦੋਲਨ ਨੂੰ ਇੱਕ ਨਵੀਂ ਊਰਜਾ ਦਿੱਤੀ ਅਤੇ ਆਪਾਂ ਆਜ਼ਾਦੀ ਦੇ ਪਰਵ ਨੂੰ ਅੱਜ ਮਨਾ ਪਾ ਰਹੇ ਹਾਂ। ਇਸ ਆਜ਼ਾਦੀ ਦੀ ਜੰਗ ਵਿੱਚ ਭਾਰਤ ਦੀ ਆਤਮਾ ਨੂੰ ਕੁਚਲਣ ਦੀ ਨਿਰੰਤਰ ਕੋਸ਼ਿਸ਼ ਹੋਈ, ਅਣਗਿਣਤ ਯਤਨ ਹੋਏ। ਭਾਰਤ ਨੂੰ ਆਪਣੀ ਸੰਸਕ੍ਰਿਤੀ, ਪਰੰਪਰਾ, ਰੀਤੀ ਰਿਵਾਜ, ਇਹਨਾਂ ਸਭ ਤੋਂ ਪੁੱਟ ਸੁੱਟਣ ਦੀ ਕੀ ਕੁਝ ਨਹੀਂ ਹੋਇਆ। ਉਹ ਸਮਾਂ ਸੀ, ਸੈਂਕੜੇ ਸਾਲਾਂ ਦਾ ਸਮਾਂ ਸੀ। ਸਾਮ, ਦਾਮ, ਦੰਡ, ਭੇਦ ਸਭ ਕੁਝ ਆਪਣੇ ਸਿਖਰ ਤੇ ਸੀ ਅਤੇ ਕੁਝ ਲੋਕ ਤਾਂ ਇਹ ਮੰਨ ਕੇ ਚੱਲਦੇ ਸੀ ਅਸੀਂ ਤਾਂ ਇੱਥੇ ਰਾਜ ਕਰਨ ਲਈ ਹੀ ਆਏ ਹਾਂ। ਲੇਕਿਨ ਆਜ਼ਾਦੀ ਦੀ ਲਲਕ ਨੇ ਉਹਨਾਂ ਦੇ ਸਾਰੇ ਮਨਸੂਬਿਆਂ ਨੂੰ ਦਫਨ ਕਰ ਦਿੱਤਾ। ਉਹਨਾਂ ਦੀ ਸੋਚ ਸੀ ਕਿ ਇੰਨਾ ਵੱਡਾ ਵਿਸ਼ਾਲ ਦੇਸ਼, ਅਨੇਕ ਰਾਜੇ ਰਜਵਾੜੇ, ਭਾਂਤ-ਭਾਂਤ ਦੀਆਂ ਬੋਲੀਆਂ, ਪਹਿਰਾਵੇ, ਖਾਣ-ਪੀਣ, ਅਨੇਕ ਭਾਸ਼ਾਵਾਂ, ਇੰਨੀਆਂ ਵਿਭਿੰਨਤਾਵਾਂ ਦੇ ਕਾਰਨ ਖਿਲਰਿਆ ਹੋਇਆ ਦੇਸ਼ ਕਦੇ ਇੱਕ ਹੋ ਕੇ ਆਜ਼ਾਦੀ ਦੀ ਜੰਗ ਲੜ ਨਹੀਂ ਸਕਦਾ। ਲੇਕਿਨ ਇਸ ਦੇਸ਼ ਦੀ ਪ੍ਰਾਣ ਸ਼ਕਤੀ ਉਹ ਪਹਿਚਾਣ ਨਹੀਂ ਪਾਏ। ਅੰਦਰ ਸਮਾਈ ਹੋਈ ਪ੍ਰਾਣ ਸ਼ਕਤੀ ਹੈ, ਏਕਤਾ ਦਾ ਸੂਤਰ ਜਿਸ ਨੇ ਸਾਨੂੰ ਬੰਨ੍ਹ ਕੇ ਰੱਖਿਆ ਹੋਇਆ ਹੈ। ਉਸਨੇ ਆਜ਼ਾਦੀ ਦੇ ਉਸ ਪਰਵ ਵਿੱਚ ਪੂਰੀ ਤਾਕਤ ਦੇ ਨਾਲ ਜਦੋਂ ਮੈਦਾਨ ਵਿੱਚ ਆਇਆ ਤਾਂ ਦੇਸ਼ ਆਜ਼ਾਦੀ ਦੀ ਜੰਗ ਵਿੱਚ ਜੇਤੂ ਹੋਇਆ। ਅਸੀਂ ਇਹ ਵੀ ਜਾਣਦੇ ਹਾਂ ਕਿ ਉਹ ਕਾਲਖੰਡ ਸੀ
ਵਿਸਥਾਰਵਾਦ ਦੀ ਸੋਚ ਵਾਲਿਆਂ ਨੇ ਦੁਨੀਆ ਵਿੱਚ ਜਿੱਥੇ ਵੀ ਫੈਲ ਸਕਦੇ ਸੀ ਫੈਲਣ ਦਾ ਯਤਨ ਕੀਤਾ, ਆਪਣੇ ਝੰਡੇ ਗੱਡਣ ਦੀ ਕੋਸ਼ਿਸ਼ ਕੀਤੀ। ਲੇਕਿਨ ਭਾਰਤ ਦੀ ਆਜ਼ਾਦੀ ਦਾ ਅੰਦੋਲਨ ਦੁਨੀਆ ਵਿੱਚ ਇੱਕ ਪ੍ਰੇਰਣਾ ਦਾ ਸਰੋਤ ਬਣ ਗਿਆ, ਦੈਵੀ ਧੁਰਾ ਬਣ ਗਿਆ ਅਤੇ ਦੁਨੀਆ ਵਿੱਚ ਵੀ ਆਜ਼ਾਦੀ ਦੀ ਲਲਕ ਜਗੀ। ਅਤੇ ਜੋ ਲੋਕ ਵਿਸਤਾਰਵਾਦ ਦੀ ਅੰਨੀ ਦੌੜ ਵਿੱਚ ਲੱਗੇ ਹੋਏ ਸੀ, ਆਪਣੇ ਝੰਡੇ ਗੱਡਣ ਵਿੱਚ ਲੱਗੇ ਸੀ, ਉਹਨਾਂ ਨੇ ਆਪਣੇ ਇਹਨਾਂ ਮਨਸੂਬਿਆਂ ਨੂੰ, ਵਿਸਤਾਰਵਾਦ ਦੇ ਮਨਸੂਬਿਆਂ ਨੂੰ ਪਾਰ ਕਰਨ ਲਈ ਦੁਨੀਆ ਨੂੰ ਦੋ ਸੰਸਾਰ ਜੰਗਾਂ ਵਿੱਚ ਢਾਹ ਦਿੱਤਾ, ਮਾਨਵਤਾ ਨੂੰ ਤਹਿਸ ਨਹਿਸ ਕਰ ਦਿੱਤਾ, ਜ਼ਿੰਦਗੀਆਂ ਤਬਾਹ ਕਰ ਦਿੱਤੀਆਂ, ਦੁਨੀਆ ਨੂੰ ਤਬਾਹ ਕਰ ਦਿੱਤਾ। ਲੇਕਿਨ ਅਜਿਹੇ ਕਾਲਖੰਡ ਵਿੱਚ ਵੀ, ਯੁੱਧ ਦੀ ਭਿਆਨਕਤਾ ਦੇ ਵਿੱਚ ਵੀ ਭਾਰਤ ਨੇ ਆਪਣੀ ਆਜ਼ਾਦੀ ਦੀ ਲਲਕ ਨੂੰ ਨਹੀਂ ਛੱਡਿਆ, ਨਾ ਕਮੀ ਆਉਣ ਦਿੱਤੀ, ਨਾ ਨਵੀਂ ਆਉਣ ਦਿੱਤੀ। ਦੇਸ਼ ਬਲੀਦਾਨ ਕਰਨ ਦੀ ਲੋੜ ਪਈ ਤਾਂ ਬਲੀਦਾਨ ਦਿੰਦਾ ਰਿਹਾ, ਕਸ਼ਟ ਝੱਲਣ ਦੀ ਲੋੜ ਪਈ ਤਾਂ ਕਸ਼ਟ ਝੱਲਦਾ ਰਿਹਾ, ਜਨ ਅੰਦੋਲਨ ਖੜਾ ਕਰਨ ਦੀ ਲੋੜ ਪਈ ਤਾਂ ਜਨ ਅੰਦੋਲਨ ਖੜਾ ਕਰਦਾ ਰਿਹਾ। ਅਤੇ ਭਾਰਤ ਦੀ ਇਸ ਲੜਾਈ ਵਿੱਚ ਦੁਨੀਆ ਵਿੱਚ ਆਜ਼ਾਦੀ ਲਈ ਇੱਕ ਮਾਹੌਲ ਬਣਾ ਦਿੱਤਾ। ਅਤੇ ਭਾਰਤ ਦੀ ਇਸ ਸ਼ਕਤੀ ਨੇ ਦੁਨੀਆ ਵਿੱਚ ਜੋ ਤਬਦੀਲੀ ਲਿਆਂਦੀ, ਵਿਸਥਾਰਵਾਦ ਲਈ ਇੱਕ ਚੁਣੌਤੀ ਬਣ ਗਿਆ ਭਾਰਤ। ਇਤਿਹਾਸ ਇਸ ਗੱਲ ਨੂੰ ਕਦੇ ਨਕਾਰ ਨਹੀਂ ਸਕਦਾ ਹੈ। ਕਿਰਪਾ ਇਸ ਗੱਲ ਨੂੰ ਨਾ ਭੁੱਲਣਾ। ਮੇਰੇ ਪਿਆਰੇ ਦੇਸ਼ਵਾਸੀਓ, ਆਜ਼ਾਦੀ ਦੀ ਲੜਾਈ ਵਿੱਚ ਪੂਰੀ ਦੁਨੀਆ ਵਿੱਚ ਭਾਰਤ ਨੇ ਇਕਜੁੱਟਤਾ ਦਿਖਾ ਕੇ ਆਪਣੀ ਏਕਤਾ ਦੀ ਤਾਕਤ, ਆਪਣੇ ਰੌਸ਼ਨ ਭਵਿੱਖ ਦੇ ਪ੍ਰਤੀ ਆਪਣਾ ਸੰਕਲਪ, ਸਮਰਪਣ ਅਤੇ ਪ੍ਰੇਰਣਾ, ਉਸ ਊਰਜਾ ਨੂੰ ਲੈ ਕੇ ਦੇਸ਼ ਅੱਗੇ ਵਧਦਾ ਗਿਆ। ਮੇਰੇ ਪਿਆਰੇ ਦੇਸ਼ਵਾਸੀਓ, ਕੋਰੋਨਾ ਵਿਸ਼ਵ ਮਹਾਮਾਰੀ ਦੇ ਦਰਮਿਆਨ 130 ਕਰੋੜ ਭਾਰਤੀਆਂ ਨੇ ਸੰਕਲਪ ਲਿਆ, ਸੰਕਲਪ ਆਤਮ ਨਿਰਭਰ ਬਣਨ ਦਾ। ਅਤੇ ਆਤਮ ਨਿਰਭਰ ਭਾਰਤ ਹਰ ਹਿੰਦੁਸਤਾਨੀ ਦੇ ਦਿਲੋਂ ਦਿਮਾਗ ਤੇ ਛਾਇਆ ਹੋਇਆ ਹੈ। ਆਤਮ ਨਿਰਭਰ ਭਾਰਤ, ਇਹ ਸੁਪਨਾ ਸੰਕਲਪ ਵਿੱਚ ਬਦਲਿਆ ਵੇਖ ਰਹੇ ਹਾਂ। ਆਤਮ ਨਿਰਭਰ ਭਾਰਤ ਇਹ ਇੱਕ ਤਰ੍ਹਾਂ ਨਾਲ ਸ਼ਬਦ ਨਹੀਂ, ਇਹ ਅੱਜ 130 ਕਰੋੜ ਦੇਸ਼ਵਾਸੀਆਂ ਲਈ ਮੰਤਰ ਬਣ ਗਿਆ ਹੈ। ਅਸੀਂ ਜਾਣਦੇ ਹਾਂ, ਜਦੋਂ ਮੈਂ ਆਤਮ ਨਿਰਭਰ ਦੀ ਗੱਲ ਕਰਦਾ ਹਾਂ, ਸਾਡੇ ਵਿੱਚੋਂ ਜੋ ਵੀ 25-30 ਸਾਲ ਦੀ ਉਮਰ ਤੋਂ ਉੱਪਰ ਹੋਣਗੇ, ਉਹਨਾਂ ਸਭ ਨੇ ਆਪਣੇ ਪਰਿਵਾਰ ਵਿੱਚ ਆਪਣੇ ਮਾਤਾ ਪਿਤਾ ਜਾਂ ਆਪਣੇ ਬਜ਼ੁਰਗਾਂ ਤੋਂ ਸੁਣਿਆ ਹੋਵੇਗਾ ਕਿ ਭਾਈ, ਬੇਟੇ ਬੇਟੀ, ਤੁਸੀਂ ਹੁਣ 20 ਸਾਲ ਦੇ 21 ਸਾਲ ਦੇ ਹੋ ਗਏ ਹੋ, ਹੁਣ ਆਪਣੇ ਪੈਰਾਂ ਤੇ ਖੜੇ ਹੋ ਜਾਓ। 20-21 ਸਾਲ ਦੀ ਵਿੱਚ ਹੀ ਪਰਿਵਾਰ ਸੰਤਾਨਾਂ ਤੋਂ ਆਪਣੇ ਪੈਰਾਂ ਉੱਪਰ ਖੜੇ ਹੋਣ ਦੀ ਉਮੀਦ ਕਰਦਾ ਹੈ। ਆਪਾਂ ਤਾਂ ਆਜ਼ਾਦੀ ਦੇ 75 ਵਰ੍ਹਿਆਂ ਤੋਂ ਇੱਕ ਕਦਮ ਦੂਰ ਹਾਂ। ਤਦ ਸਾਡੇ ਲਈ ਵੀ ਭਾਰਤ ਵਰਗੇ ਦੇਸ਼ ਲਈ ਆਪਣੇ ਪੈਰਾਂ ਉੱਪਰ ਖੜਾ ਹੋਣਾ ਜ਼ਰੂਰੀ ਹੈ, ਆਤਮ ਨਿਰਭਰ ਬਣਨਾ ਜ਼ਰੂਰੀ ਹੈ। ਜੋ ਪਰਿਵਾਰ ਲਈ ਜ਼ਰੂਰੀ ਹੈ, ਉਹ ਦੇਸ਼ ਲਈ ਵੀ ਜ਼ਰੂਰੀ ਹੈ। ਅਤੇ ਇਸੇ ਲਈ, ਅਤੇ ਮੈਨੂੰ ਭਰੋਸਾ ਹੈ, ਭਾਰਤ ਇਸ ਸੁਪਨੇ ਨੂੰ ਸੱਚ ਕਰਕੇ ਰਹੇਗਾ। ਅਤੇ ਉਸ ਦਾ ਕਾਰਨ ਮੇਰੇ ਦੇਸ਼ ਦੇ ਨਾਗਰਿਕਾਂ ਦੀ ਸਮਰੱਥਾ ਤੇ ਮੈਨੂੰ ਯਕੀਨ ਹੈ। ਮੈਨੂੰ ਮੇਰੇ ਦੇਸ਼ ਦੀ ਪ੍ਰਤਿਭਾ ਤੇ ਮਾਣ ਹੈ। ਮੈਨੂੰ ਦੇਸ਼ ਦੇ ਨੌਜਵਾਨਾਂ ਵਿੱਚ, ਦੇਸ਼ ਦੀ ਮਾਤਰ ਸ਼ਕਤੀ ਵਿੱਚ, ਮਹਿਲਾਵਾਂ ਵਿੱਚ ਬੇਜੋੜ ਸਮਰੱਥਾ ਜੋ ਹੈ, ਉਸ ਉੱਪਰ ਮੇਰਾ ਪੂਰਾ ਭਰੋਸਾ ਹੈ। ਮੇਰਾ ਹਿੰਦੁਸਤਾਨ ਦੀ ਸੋਚ, ਹਿੰਦੁਸਤਾਨ ਦੀ ਅਪਰੋਚ ਤੇ ਵਿਸ਼ਵਾਸ ਹੈ। ਅਤੇ ਇਤਿਹਾਸ ਗਵਾਹ ਹੈ ਕਿ ਭਾਰਤ ਇੱਕ ਵਾਰ ਠਾਣ ਲੈਂਦਾ ਹੈ ਤਾਂ ਭਾਰਤ ਕਰਕੇ ਹੀ ਰਹਿੰਦਾ ਹੈ। ਅਤੇ ਇਸੇ ਕਾਰਨ ਜਦੋਂ ਅਸੀਂ ਆਤਮ ਨਿਰਭਰ ਦੀ ਗੱਲ ਕਰਦੇ ਹਾਂ ਤਾਂ ਦੁਨੀਆ ਨੂੰ ਵੀ ਉਤਸੁਕਤਾ ਵੀ ਹੁੰਦੀ ਹੈ, ਭਾਰਤ ਤੋਂ ਉਮੀਦ ਵੀ ਹੈ। ਅਤੇ ਇਸੇ ਲਈ ਸਾਨੂੰ
ਉਸ ਉਮੀਦ ਨੂੰ ਪੂਰਾ ਕਰਨ ਲਈ ਆਪਣੇ ਆਪ ਨੂੰ ਕਾਬਿਲ ਬਣਾਉਣਾ ਬਹੁਤ ਜ਼ਰੂਰੀ ਹੈ। ਸਾਨੂੰ ਆਪਣੇ ਆਪ ਨੂੰ ਤਿਆਰ ਕਰਨਾ ਬਹੁਤ ਜ਼ਰੂਰੀ ਹੈ। ਭਾਰਤ ਦੇ ਚਿੰਤਨ ਵਿੱਚ ਭਾਰਤ ਵਰਗੇ ਵਿਸ਼ਾਲ ਦੇਸ਼, ਭਾਰਤ ਨੌਜਵਾਨ ਸ਼ਕਤੀ ਨਾਲ ਭਰਪੂਰ ਦੇਸ਼, ਆਤਮ ਨਿਰਭਰ ਭਾਰਤ ਦੀ ਪਹਿਲੀ ਸ਼ਰਤ ਹੁੰਦੀ ਹੈ। ਆਤਮ ਵਿਸ਼ਵਾਸ ਨਾਲ ਭਰਿਆ ਹੋਇਆ ਭਾਰਤ, ਉਸ ਦੀ ਇਹੀ ਨੀਂਹ ਹੁੰਦੀ ਹੈ ਅਤੇ ਇਹੀ ਵਿਕਾਸ ਨੂੰ ਨਵੀਂ ਗਤੀ, ਨਵੀਂ ਊਰਜਾ ਦੇਣ ਦੀ ਸਮਰੱਥਾ ਦਿੰਦੀ ਹੈ। ਭਾਰਤ ਦੁਨੀਆ ਇੱਕ ਪਰਿਵਾਰ ਦੇ ਸੰਸਕਾਰਾਂ ਵਿੱਚ ਪਲ ਕੇ ਵੱਡਾ ਹੋਇਆ ਹੈ। ਜੇਕਰ ਵੇਦ ਕਹਿੰਦੇ ਸੀ ਵਸੁਦੇਵ ਕੁਟੁੰਬਕਮ, ਤਾਂ ਵਿਨੋਬਾ ਜੀ ਕਹਿੰਦੇ ਸਨ ਜੈ ਜਗਤ। ਅਤੇ ਇਸੇ ਲਈ ਸਾਡੇ ਵਾਸਤੇ ਦੁਨੀਆ ਇੱਕ ਪਰਿਵਾਰ ਹੈ ਅਤੇ ਇਸੇ ਲਈ ਆਰਥਿਕ ਵਿਕਾਸ ਵੀ ਹੋਵੇ, ਲੇਕਿਨ ਨਾਲੋਂ ਨਾਲ ਮਾਨਵ ਅਤੇ ਮਾਨਵਤਾ ਦਾ ਵੀ ਕੇਂਦਰੀ ਸਥਾਨ ਹੋਣਾ ਚਾਹੀਦਾ ਹੈ। ਇਸ ਦਾ ਮਹੱਤਵ ਹੋਣਾ ਚਾਹੀਦਾ ਹੈ। ਇਸੇ ਨੂੰ ਲੈ ਕੇ ਅਸੀਂ ਚੱਲਦੇ ਹਾਂ। ਅੱਜ ਦੁਨੀਆ ਇੰਟਰਕਨੈਕਟਡ ਹੈ। ਅੱਜ ਦੁਨੀਆ ਇੰਟਰਡਿਪੈਂਡੈਂਟ ਹੈ ਅਤੇ ਇਸੇ ਲਈ ਸਮੇਂ ਦੀ ਮੰਗ ਹੈ ਕਿ ਵਿਸ਼ਵ ਅਰਥ ਵਿਵਸਥਾ ਵਿੱਚ ਭਾਰਤ ਵਰਗੇ ਵਿਸ਼ਾਲ ਦੇਸ਼ ਦਾ ਯੋਗਦਾਨ ਵਧਣਾ ਚਾਹੀਦਾ ਹੈ। ਵਿਸ਼ਵ ਕਲਿਆਣ ਲਈ ਵੀ ਭਾਰਤ ਦਾ ਇਹ ਫਰਜ਼ ਹੈ ਅਤੇ ਭਾਰਤ ਨੇ ਆਪਣਾ ਯੋਗਦਾਨ ਵਧਾਉਣਾ ਹੈ। ਤਾਂ ਭਾਰਤ ਨੂੰ ਖੁਦ ਨੂੰ ਸਸ਼ਕਤ ਹੋਣਾ ਹੋਵੇਗਾ, ਭਾਰਤ ਨੂੰ ਆਤਮ ਨਿਰਭਰ ਹੋਣਾ ਹੋਵੇਗਾ। ਸਾਨੂੰ ਜਗਤ ਕਲਿਆਣ ਲਈ ਵੀ ਆਪਣੇ ਆਪ ਨੂੰ ਸਮਰੱਥਾਵਾਨ ਬਣਾਉਣਾ ਹੀ ਪਵੇਗਾ ਅਤੇ ਜਦੋਂ ਸਾਡੀਆਂ ਜੜ੍ਹਾਂ ਮਜ਼ਬੂਤ ਹੋਣਗੀਆਂ, ਸਾਡੀ ਆਪਣੀ ਸਮਰੱਥਾ ਹੋਵੇਗੀ, ਤਾਂ ਅਸੀਂ ਦੁਨੀਆ ਦਾ ਵੀ ਭਲਾ ਕਰਨ ਦੀ ਦਿਸ਼ਾ ਵਿੱਚ ਕਦਮ ਚੁੱਕ ਸਕਦੇ ਹਾਂ। ਸਾਡੇ ਦੇਸ਼ ਵਿੱਚ ਅਮੁੱਕ ਕੁਦਰਤੀ ਸਾਧਨ ਹਨ, ਕੀ ਕੁਝ ਨਹੀਂ ਹੈ। ਅੱਜ ਦੀ ਸਮੇਂ ਦੀ ਮੰਗ ਹੈ ਕਿ ਸਾਡੇ ਇਹਨਾਂ ਕੁਦਰਤੀ ਸੰਸਾਧਨਾਂ ਵਿੱਚ ਵੈਲਿਊ ਐਡੀਸ਼ਨ ਕਰੀਏ। ਅਸੀਂ ਸਾਡੇ ਮਨੁੱਖੀ ਸਰੋਤਾਂ ਵਿੱਚ ਵੈਲਿਊ ਐਡੀਸ਼ਨ ਕਰੀਏ, ਨਵੀਆਂ ਉਚਾਈਆਂ ਤੇ ਲੈ ਕੇ ਜਾਈਏ ਅਤੇ ਅਸੀਂ ਦੇਸ਼ ਵਿੱਚੋਂ ਕਦੋਂ ਤੱਕ ਕੱਚਾ ਮਾਲ ਵਿਦੇਸ਼ ਭੇਜਦੇ ਰਹਾਂਗੇ, ਰॉ ਮਟੀਰੀਅਲ ਕਦੋਂ ਤੱਕ ਦੁਨੀਆ ਵਿੱਚ ਭੇਜਦੇ ਰਹਾਂਗੇ। ਅਤੇ ਦੇਖੋ ਤਾਂ ਰॉ ਮਟੀਰੀਅਲ ਦੁਨੀਆ ਵਿੱਚ ਭੇਜਣਾ ਅਤੇ ਫਿਨਿਸ਼ਡ ਗੁੱਡਸ ਦੁਨੀਆ ਤੋਂ ਵਾਪਸ ਲਿਆਉਣਾ, ਇਹ ਖੇਡ ਕਦੋਂ ਤੱਕ ਚੱਲੇਗਾ। ਅਤੇ ਇਸੇ ਲਈ ਸਾਨੂੰ ਆਤਮ ਨਿਰਭਰ ਬਣਨਾ ਹੋਵੇਗਾ। ਸਾਡੀ ਹਰ ਸ਼ਕਤੀ ਵਿੱਚ ਕੌਮਾਂਤਰੀ ਜ਼ਰੂਰਤਾਂ ਅਨੁਸਾਰ ਵੈਲਿਊ ਐਡੀਸ਼ਨ ਕਰਨੀ ਹੈ। ਇਹ ਸਾਡਾ ਫਰਜ਼ ਹੈ। ਇਹ ਵੈਲਿਊ ਐਡੀਸ਼ਨ ਕਰਨ ਦੀ ਦਿਸ਼ਾ ਵਿੱਚ ਅਸੀਂ ਅੱਗੇ ਵਧਣਾ ਚਾਹੁੰਦੇ ਹਾਂ ਅਤੇ ਦੁਨੀਆ ਵਿੱਚ ਯੋਗਦਾਨ ਦੇਣ ਲਈ ਅਸੀਂ ਅੱਗੇ ਵਧਣਾ ਚਾਹੁੰਦੇ ਹਾਂ। ਇਸੇ ਤਰ੍ਹਾਂ ਨਾਲ ਖੇਤੀ ਖੇਤਰ ਵਿੱਚ ਇੱਕ ਸਮਾਂ ਸੀ ਜਦੋਂ ਅਸੀਂ ਬਾਹਰੋਂ ਕਣਕ ਮੰਗਵਾ ਕੇ ਆਪਣਾ ਢਿੱਡ ਭਰਦੇ ਸੀ, ਲੇਕਿਨ ਸਾਡੇ ਦੇਸ਼ ਦੇ ਕਿਸਾਨਾਂ ਨੇ ਉਹ ਕਮਾਲ ਕਰਕੇ ਦਿਖਾ ਦਿੱਤਾ। ਆਤਮ ਨਿਰਭਰ ਭਾਰਤ ਅੱਜ ਖੇਤੀ ਖੇਤਰ ਵਿੱਚ ਬਣਿਆ ਹੈ। ਅੱਜ ਭਾਰਤ ਦੇ ਕਿਸਾਨ ਭਾਰਤ ਦੇ ਨਾਗਰਿਕਾਂ ਦਾ ਹੀ ਢਿੱਡ ਭਰਨ ਇਹ ਨਹੀਂ ਹੈ। ਅੱਜ ਭਾਰਤ ਉਸ ਸਥਿਤੀ ਵਿੱਚ ਹੈ ਕਿ ਦੁਨੀਆ ਵਿੱਚ ਜਿਸ ਨੂੰ ਜ਼ਰੂਰਤ ਹੈ ਉਸ ਨੂੰ ਵੀ ਅਸੀਂ ਅਨਾਜ ਦੇ ਸਕਦੇ ਹਾਂ। ਜੇਕਰ ਇਹ ਸਾਡੀ ਸ਼ਕਤੀ ਹੈ, ਆਤਮ ਨਿਰਭਰ ਦੀ ਇੱਕ ਤਾਕਤ ਹੈ, ਤਾਂ ਸਾਡੇ ਖੇਤੀ ਖੇਤਰ ਵਿੱਚ ਵੀ ਵੈਲਿਊ ਐਡੀਸ਼ਨ ਜ਼ਰੂਰੀ ਹੈ। ਕੌਮਾਂਤਰੀ ਜ਼ਰੂਰਤਾਂ ਦੇ ਅਨੁਸਾਰ ਸਾਡੇ ਖੇਤੀ ਖੇਤਰ ਵਿੱਚ ਤਬਦੀਲੀ ਦੀ ਜ਼ਰੂਰਤ ਹੈ। ਵਿਸ਼ਵ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਸਾਨੂੰ ਸਾਡੇ ਖੇਤੀ ਜਗਤ ਨੂੰ ਵੀ ਅੱਗੇ ਵਧਾਉਣ ਦੀ ਜ਼ਰੂਰਤ ਹੈ। ਅੱਜ ਦੇਸ਼ ਅਨੇਕ ਨਵੇਂ ਕਦਮ ਚੁੱਕ ਰਿਹਾ ਹੈ ਅਤੇ ਇਸੇ ਲਈ ਹੁਣ ਤੁਸੀਂ ਦੇਖੋ ਸਪੇਸ ਸੈਕਟਰ ਵਿੱਚ ਅਸੀਂ ਖੁੱਲ੍ਹਾ ਕਰ ਦਿੱਤਾ। ਦੇਸ਼ ਦੇ ਨੌਜਵਾਨਾਂ ਨੂੰ ਮੌਕਾ ਮਿਲਿਆ ਹੈ। ਅਸੀਂ ਖੇਤੀ ਖੇਤਰ ਨੂੰ ਕਾਨੂੰਨਾਂ ਤੋਂ ਮੁਕਤ ਕਰ ਦਿੱਤਾ, ਬੰਦਿਸ਼ਾਂ ਤੋਂ ਮੁਕਤ ਕਰ ਦਿੱਤਾ। ਅਸੀਂ ਆਤਮ ਨਿਰਭਰ ਬਣਾਉਣ ਦਾ ਯਤਨ ਕੀਤਾ ਹੋਇਆ ਹੈ। ਜਦੋਂ ਭਾਰਤ ਸਪੇਸ ਸੈਕਟਰ ਵਿੱਚ ਤਾਕਤਵਰ ਬਣਦਾ ਹੈ ਤਾਂ ਗੁਆਂਢੀਆਂ ਨੂੰ ਜ਼ਰੂਰ ਉਸ ਦਾ ਲਾਭ ਹੁੰਦਾ ਹੈ। ਜਦੋਂ ਊਰਜਾ ਦੇ ਖੇਤਰ ਵਿੱਚ ਤੁਸੀਂ ਪਾਵਰਫੁਲ ਹੁੰਦੇ ਹੋ ਤਾਂ ਜੋ ਦੇਸ਼ ਆਪਣਾ ਹਨੇਰਾ ਮਿਟਾਉਣਾ ਚਾਹੁੰਦਾ ਹੈ ਤਾਂ ਭਾਰਤ ਉਸ ਵਿੱਚ ਮਦਦ ਕਰ ਸਕਦਾ ਹੈ। ਦੇਸ਼ ਦਾ ਜਦ ਹੈਲਥ ਸੈਕਟਰ ਆਤਮ ਨਿਰਭਰ ਹੋ ਜਾਂਦਾ ਹੈ ਤਾਂ ਵਿਸ਼ਵ ਦੇ ਅਨੇਕ ਦੇਸ਼ਾਂ ਨੂੰ ਟੂਰਿਜ਼ਮ ਦੇ ਰੂਪ ਵਿੱਚ, ਹੈਲਥ ਡੈਸਟੀਨੇਸ਼ਨ ਦੇ ਰੂਪ ਵਿੱਚ
ਭਾਰਤ ਉਹਨਾਂ ਦੀ ਪਸੰਦ ਬਣ ਸਕਦਾ ਹੈ ਅਤੇ ਇਸੇ ਲਈ ਸਾਨੂੰ ਜ਼ਰੂਰੀ ਹੈ ਕਿ ਅਸੀਂ ਭਾਰਤ ਵਿੱਚ ਬਣੇ ਸਮਾਨ ਦੀ ਪੂਰੀ ਦੁਨੀਆ ਵਿੱਚ ਸ਼ਲਾਘਾ ਕਰੀਏ। ਅਤੇ ਇੱਕ ਜ਼ਮਾਨਾ ਸੀ ਸਾਡੇ ਦੇਸ਼ ਵਿੱਚ ਜੋ ਚੀਜ਼ਾਂ ਬਣਦੀਆਂ ਸੀ, ਸਾਡੇ ਸਕਿਲਡ ਮੈਨ ਪਾਵਰ ਦੁਆਰਾ ਜੋ ਕੰਮ ਹੁੰਦਾ ਸੀ, ਉਸ ਦੀ ਦੁਨੀਆ ਵਿੱਚ ਬਹੁਤ ਵਾਹ-ਵਾਹ ਹੁੰਦੀ ਸੀ। ਇਤਿਹਾਸ ਗਵਾਹ ਹੈ। ਸਾਨੂੰ ਜਦੋਂ ਆਤਮ ਨਿਰਭਰ ਦੀ ਗੱਲ ਕਰਦੇ ਹਾਂ ਤਦ ਸਿਰਫ ਇੰਪੋਰਟ ਘਟਾਉਣਾ ਇੰਨੀ ਹੀ ਸਾਡੀ ਸੋਚ ਨਹੀਂ ਹੈ। ਜਦੋਂ ਆਤਮ ਨਿਰਭਰ ਦੀ ਗੱਲ ਕਰਦੇ ਹਾਂ ਤਦ ਸਾਡੀ ਇਹ ਜੋ ਕੁਸ਼ਲਤਾ ਹੈ, ਸਾਡਾ ਜੋ ਹਿਊਮਨ ਰਿਸੋਰਸ ਦੀ ਜੋ ਸਮਰੱਥਾ ਹੈ, ਜਦੋਂ ਚੀਜ਼ਾਂ ਬਾਹਰ ਤੋਂ ਆਉਣ ਲੱਗ ਜਾਂਦੀਆਂ ਨੇ ਤਾਂ ਉਸ ਦੀ ਉਹ ਸਮਰੱਥਾ ਖਤਮ ਹੁੰਦੀ ਜਾਂਦੀ ਹੈ। ਪੀੜ੍ਹੀ ਦਰ ਪੀੜ੍ਹੀ ਉਹ ਨਸ਼ਟ ਹੋ ਜਾਂਦੀ ਹੈ। ਅਸੀਂ ਸਾਡੀ ਉਸ ਸਮਰੱਥਾ ਨੂੰ ਬਚਾਉਣਾ ਵੀ ਹੈ, ਵਧਾਉਣਾ ਵੀ ਹੈ। ਕੁਸ਼ਲਤਾ ਨੂੰ ਵਧਾਉਣਾ ਹੈ, ਕ੍ਰੀਏਟੀਵਿਟੀ ਨੂੰ ਵਧਾਉਣਾ ਹੈ ਅਤੇ ਉਸ ਨੂੰ ਲੈ ਕੇ ਆਪਾਂ ਅੱਗੇ ਵਧਣਾ ਹੈ। ਅਸੀਂ ਸਕਿਲਡ ਡਿਵੈਲਪਮੈਂਟ ਦੀ ਦਿਸ਼ਾ ਵਿੱਚ ਜ਼ੋਰ ਦੇਣਾ ਹੈ। ਆਤਮ ਨਿਰਭਰ ਭਾਰਤ ਦੇ ਲਈ, ਸਾਡੀ ਸਮਰੱਥਾ ਨੂੰ ਵਧਾਉਣ ਦੇ ਲਈ। ਮੇਰੇ ਪਿਆਰੇ ਦੇਸ਼ ਵਾਸੀਓ, ਮੈਂ ਜਾਣਦਾ ਹਾਂ ਜਦੋਂ ਮੈਂ ਆਤਮ ਨਿਰਭਰ ਦੀ ਗੱਲ ਕਰਦਾ ਹਾਂ ਤਦ ਅਨੇਕ ਸ਼ੰਕੇ ਪ੍ਰਗਟ ਹੁੰਦੇ ਜਾਂਦੇ ਹਨ। ਮੈਂ ਇਸ ਗੱਲ ਨੂੰ ਮੰਨਦਾ ਹਾਂ ਕਿ ਆਤਮ ਨਿਰਭਰ ਭਾਰਤ ਦੇ ਲਈ ਲੱਖਾਂ ਚੁਣੌਤੀਆਂ ਹਨ ਅਤੇ ਜਦੋਂ ਦੁਨੀਆ ਮੁਕਾਬਲੇ ਦੇ ਮੂਡ ਵਿੱਚ ਹੋਵੇ ਤਾਂ ਚੁਣੌਤੀਆਂ ਵੱਧ ਵੀ ਜਾਂਦੀਆਂ ਨੇ। ਲੇਕਿਨ ਦੇਸ਼ ਦੇ ਸਾਹਮਣੇ ਜੇਕਰ ਲੱਖਾਂ ਚੁਣੌਤੀਆਂ ਹਨ ਤਾਂ ਦੇਸ਼ ਦੇ ਕੋਲ ਕਰੋੜਾਂ ਹੱਲ ਦੇਣ ਵਾਲੀ ਸ਼ਕਤੀ ਵੀ ਹੈ। ਮੇਰੇ ਦੇਸ਼ ਵਾਸੀ ਵੀ ਹਨ ਜੋ ਸਮਾਧਾਨ ਦੀ ਸਮਰੱਥਾ ਦਿੰਦੇ ਹਨ। ਤੁਸੀਂ ਦੇਖੋ, ਕੋਰੋਨਾ ਦੇ ਸੰਕਟ ਕਾਲ ਵਿੱਚ ਅਸੀਂ ਦੇਖਿਆ ਕਿ ਬਹੁਤ ਸਾਰੀਆਂ ਚੀਜ਼ਾਂ ਦੇ ਲਈ ਅਸੀਂ ਮੁਸ਼ਕਲਾਂ ਵਿੱਚ ਹਾਂ। ਦੁਨੀਆ ਤੋਂ ਲਿਆਉਣਾ ਹੈ, ਦੁਨੀਆ ਦੇ ਨਹੀਂ ਪਾ ਰਹੀ। ਸਾਡੇ ਦੇਸ਼ ਦੇ ਨੌਜਵਾਨਾਂ ਨੇ, ਸਾਡੇ ਦੇਸ਼ ਦੇ ਉੱਦਮੀਆਂ ਨੇ, ਸਾਡੇ ਦੇਸ਼ ਦੇ ਉਦਯੋਗ ਜਗਤ ਦੇ ਲੋਕਾਂ ਨੇ ਬੀੜਾ ਚੁੱਕ ਲਿਆ। ਜਿਸ ਦੇਸ਼ ਵਿੱਚ N95 ਨਹੀਂ ਬਣਦਾ ਸੀ, ਬਣਨ ਲੱਗੇ ਹਨ। PPE ਨਹੀਂ ਬਣਦੇ ਸੀ, ਬਣਨ ਲੱਗੇ ਹਨ। ਵੈਂਟੀਲੇਟਰ ਨਹੀਂ ਬਣਦਾ ਸੀ, ਬਣਨ ਲੱਗੇ। ਦੇਸ਼ ਦੀਆਂ ਜ਼ਰੂਰਤਾਂ ਦੀ ਤਾਂ ਪੂਰਤੀ ਹੋਈ ਹੀ, ਲੇਕਿਨ ਦੁਨੀਆ ਵਿੱਚ ਐਕਸਪੋਰਟ ਕਰਨ ਦੀ ਸਾਡੀ ਤਾਕਤ ਬਣ ਗਈ। ਦੁਨੀਆ ਦੀ ਜ਼ਰੂਰਤ ਸੀ। ਆਤਮ ਨਿਰਭਰ ਭਾਰਤ ਦੁਨੀਆ ਨੂੰ ਕਿਵੇਂ ਮਦਦ ਕਰ ਸਕਦਾ ਹੈ, ਇਹ ਅੱਜ ਅਸੀਂ ਦੇਖ ਸਕਦੇ ਹਾਂ ਅਤੇ ਇਸੇ ਲਈ ਦੁਨੀਆ ਦੀ ਭਲਾਈ ਵਿੱਚ ਵੀ ਭਾਰਤ ਦਾ ਯੋਗਦਾਨ ਕਰਨ ਦਾ ਫਰਜ਼ ਬਣਦਾ ਹੈ। ਅਤੇ ਇਸ ਲਈ ਵੀ ਉਸੇ ਤਰ੍ਹਾਂ ਨਾਲ ਬਹੁਤ ਹੋ ਚੁੱਕਿਆ। ਆਜ਼ਾਦ ਭਾਰਤ ਦੀ ਮਾਨਸਿਕਤਾ ਕੀ ਹੋਣੀ ਚਾਹੀਦੀ ਹੈ? ਆਜ਼ਾਦ ਭਾਰਤ ਦੀ ਮਾਨਸਿਕਤਾ ਹੋਣੀ ਚਾਹੀਦੀ ਹੈ ਵੋਕਲ ਫॉर ਲੋਕਲ। ਸਾਡੇ ਜੋ ਸਥਾਨਕ ਉਤਪਾਦ ਹਨ ਉਸ ਦੀ ਸਾਨੂੰ ਸ਼ਲਾਘਾ ਕਰਨੀ ਚਾਹੀਦੀ ਹੈ। ਅਸੀਂ ਆਪਣੀਆਂ ਚੀਜ਼ਾਂ ਦੀ ਸ਼ਲਾਘਾ ਨਹੀਂ ਕਰਾਂਗੇ ਤਾਂ ਉਹਨਾਂ ਨੂੰ ਚੰਗਾ ਬਣਨ ਦਾ ਮੌਕਾ ਵੀ ਨਹੀਂ ਮਿਲੇਗਾ, ਉਸ ਦੀ ਹਿੰਮਤ ਵੀ ਨਹੀਂ ਵਧੇਗੀ। ਆਓ ਮਿਲ ਕੇ ਸੰਕਲਪ ਲਈਏ। ਆਜ਼ਾਦੀ ਦੇ 75ਵੇਂ ਵਰ੍ਹੇ ਵੱਲ ਜਦੋਂ ਕਦਮ ਵਧਾਈਏ ਤਦ ਵੋਕਲ ਫॉर ਲੋਕਲ ਜੀਵਨ ਮੰਤਰ ਬਣ ਜਾਵੇ ਅਤੇ ਅਸੀਂ ਮਿਲ ਕੇ ਭਾਰਤ ਦੀ ਇਸ ਤਾਕਤ ਨੂੰ ਆਪਾਂ ਹੱਲਾਸ਼ੇਰੀ ਦਈਏ। ਮੇਰੇ ਪਿਆਰੇ ਦੇਸ਼ ਵਾਸੀਓ, ਆਪਣਾ ਦੇਸ਼ ਕਿਸ ਕਿਸ ਤਰ੍ਹਾਂ ਦੇ ਕਮਾਲ ਕਰਦਾ ਹੈ, ਕਿਵੇਂ ਅੱਗੇ ਵੱਧਦਾ ਹੈ, ਇਸ ਗੱਲ ਨੂੰ ਆਪਾਂ ਭਲੀ ਭਾਂਤ ਸਮਝ ਸਕਦੇ ਹਾਂ। ਕੌਣ ਸੋਚ ਸਕਦਾ ਸੀ ਕਿ ਕਦੇ ਗਰੀਬਾਂ ਦੇ ਜਨ ਧਨ ਖਾਤਿਆਂ ਵਿੱਚ ਲੱਖਾਂ ਕਰੋੜਾਂ ਰੁਪਏ ਸਿੱਧੇ ਟਰਾਂਸਫਰ ਹੋ ਜਾਣਗੇ? ਕੌਣ ਸੋਚ ਸਕਦਾ ਸੀ ਕਿ ਕਿਸਾਨਾਂ ਦੀ ਭਲਾਈ ਦੇ ਲਈ APMC ਵਰਗਾ ਐਕਟ, ਇਸ ਵਿੱਚ ਇੰਨੇ ਬਦਲਾਅ ਹੋ ਜਾਣਗੇ? ਕੌਣ ਸੋਚ ਸਕਦਾ ਸੀ ਸਾਡੇ ਵਪਾਰੀ ਵਰਗ ਤੇ ਜੋ ਲੰਕਦੀ ਤਲਵਾਰ ਸੀ, ਅਸੈਂਸ਼ੀਅਲ ਕਮੋਡਿਟੀ ਐਕਟ, ਇੰਨੇ ਸਾਲਾਂ ਤੋਂ ਬਾਅਦ ਉਹ ਵੀ ਬਦਲ ਜਾਵੇਗਾ? ਕੌਣ ਸੋਚ ਸਕਦਾ ਸੀ ਕਿ ਸਾਡਾ ਸਪੇਸ ਸੈਕਟਰ ਸਾਡੇ ਦੇਸ਼ ਦੇ ਨੌਜਵਾਨਾਂ ਦੇ ਲਈ ਖੋਲ੍ਹ ਦਿੱਤਾ ਜਾਵੇਗਾ? ਅੱਜ ਅਸੀਂ ਦੇਖ ਰਹੇ ਹਾਂ, ਕੌਮੀ ਸਿੱਖਿਆ ਨੀਤੀ ਹੋਵੇ, ਵਨ ਨੇਸ਼ਨ ਵਨ ਰਾਸ਼ਨ ਕਾਰਡ ਦੀ ਗੱਲ ਹੋਵੇ, ਵਨ ਨੇਸ਼ਨ ਵਨ ਗ੍ਰਿਡ ਦੀ ਗੱਲ ਹੋਵੇ, ਵਨ ਨੇਸ਼ਨ ਵਨ ਟੈਕਸ ਦੀ ਗੱਲ ਹੋਵੇ, ਇਨਸੋਲਵੈਂਸੀ ਅਤੇ ਬੈਂਕਰਪਸੀ ਕੋਡ ਉਸ ਦੀ ਗੱਲ ਹੋਵੇ, ਚਾਹੇ ਬੈਂਕਾਂ ਨੂੰ ਮਰਜਰ ਕਰਨ ਦਾ ਉਪਰਾਲਾ ਹੋਵੇ, ਦੇਸ਼ ਦੀ ਸੱਚਾਈ ਬਣ ਚੁੱਕੀ ਹੈ, ਦੇਸ਼ ਦੀ ਹਕੀਕਤ ਹੈ। ਭਾਰਤ ਵਿੱਚ ਬਦਲਾਅ ਦੇ ਇਸ ਕਾਲਖੰਡ ਵਿੱਚ ਰਿਫਾਰਮਸ ਦੇ ਨਤੀਜਿਆਂ ਨੂੰ ਦੁਨੀਆ ਦੇਖ ਰਹੀ ਹੈ।
ਇੱਕ ਤੋਂ ਬਾਅਦ ਇੱਕ ਦੂਜੇ ਨਾਲ ਜੁੜੇ ਹੋਏ ਅਸੀਂ ਜੋ ਰਿਫਾਰਮਸ ਕਰ ਰਹੇ ਹਾਂ ਉਸ ਨੂੰ ਦੁਨੀਆ ਬਹੁਤ ਬਾਰੀਕੀ ਨਾਲ ਦੇਖ ਰਹੀ ਹੈ ਅਤੇ ਉਸੇ ਦਾ ਕਾਰਨ ਹੈ ਬੀਤੇ ਵਰੇ ਭਾਰਤ ਵਿੱਚ FDI ਵਿੱਚ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ। ਫੋਰਨ ਡਾਇਰੈਕਟ ਇਨਵੈਸਟਮੈਂਟ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ। ਬੀਤੇ ਵਰੇ ਭਾਰਤ ਵਿੱਚ FDI ਵਿੱਚ 18% ਦਾ ਵਾਧਾ ਹੋਇਆ ਹੈ ਅਤੇ ਇਸੇ ਲਈ ਕੋਰੋਨਾ ਕਾਲ ਵਿੱਚ ਵੀ ਦੁਨੀਆ ਦੀਆਂ ਵੱਡੀਆਂ ਕੰਪਨੀਆਂ ਭਾਰਤ ਵੱਲ ਆ ਰਹੀਆਂ ਹਨ। ਇਹ ਭਰੋਸਾ ਐਵੇਂ ਹੀ ਪੈਦਾ ਨਹੀਂ ਹੋਇਆ, ਐਵੇਂ ਹੀ ਦੁਨੀਆ ਮੋਹਿਤ ਨਹੀਂ ਹੋਈ। ਇਸ ਦੇ ਲਈ ਭਾਰਤ ਨੇ ਆਪਣੀਆਂ ਨੀਤੀਆਂ ਤੇ, ਭਾਰਤ ਨੇ ਆਪਣੇ ਲੋਕਤੰਤਰ ਤੇ, ਭਾਰਤ ਨੇ ਆਪਣੀ ਅਰਥ ਵਿਵਸਥਾ ਦੀ ਬੁਨਿਆਦ ਦੀ ਮਜ਼ਬੂਤੀ ਤੇ ਜੋ ਕੰਮ ਕੀਤੇ ਨੇ ਉਸਨੇ ਇਹ ਭਰੋਸਾ ਜਗਾਇਆ ਹੈ। ਦੁਨੀਆ ਭਰ ਦੇ ਅਨੇਕ ਦੇਸ਼ ਭਾਰਤ ਨੂੰ ਸਪਲਾਈ ਚੇਨ ਦੇ ਧੁਰੇ ਦੇ ਰੂਪ ਵਿੱਚ ਅੱਜ ਦੇਖ ਰਹੇ ਨੇ। ਹੁਣ ਸਾਨੂੰ ਮੇਕ ਇਨ ਇੰਡੀਆ ਦੇ ਨਾਲੋਂ ਮੇਕ ਫॉर ਵਰਲਡ ਇਸ ਮੰਤਰ ਨੂੰ ਲੈ ਕੇ ਅੱਗੇ ਵਧਣਾ ਹੈ। 130 ਕਰੋੜ ਦੇਸ਼ ਵਾਸੀਆਂ ਦੀ ਸਮਰੱਥਾ, ਜਦੋਂ ਇੱਕੋ ਸਮੇਂ ਜ਼ਰਾ ਯਾਦ ਕਰੋ ਪਿਛਲੇ ਕੁਝ ਦਿਨ, ਅਤੇ 130 ਕਰੋੜ ਦੇਸ਼ ਵਾਸੀਆਂ ਦੀ ਸਮਰੱਥਾ ਤੇ ਮਾਣ ਕਰੋ। ਕੋਰੋਨਾ ਦੇ ਇਸ ਮਹਾਕਾਲ ਖੰਡ ਵਿੱਚ ਇੱਕ ਪਾਸੇ ਚੱਕਰਵਾਤ, ਪੂਰਬ ਵਿੱਚ ਵੀ ਚੱਕਰਵਾਤ, ਪੱਛਮ ਵਿੱਚ ਵੀ ਚੱਕਰਵਾਤ, ਬਿਜਲੀ ਡਿੱਗਣ ਨਾਲ ਅਨੇਕਾਂ ਲੋਕਾਂ ਦੀ ਮੌਤ ਦੀਆਂ ਖਬਰਾਂ, ਕਿਤੇ ਵਾਰ-ਵਾਰ ਢਿੱਗਾਂ ਡਿੱਗਣ ਦੀਆਂ ਘਟਨਾਵਾਂ, ਛੋਟੇ ਭੁਚਾਲ ਦੇ ਝਟਕੇ। ਇੰਨਾ ਘੱਟ ਨਹੀਂ ਸੀ ਤਾਂ ਸਾਡੇ ਕਿਸਾਨਾਂ ਲਈ ਟਿੱਡੀ ਦਲ ਦੀ ਮੁਸੀਬਤ ਆਈ। ਨਾ ਜਾਣੇ ਇਕੱਠੇ ਹੀ ਇੱਕ ਤੋਂ ਬਾਅਦ ਇੱਕ ਮੁਸੀਬਤਾਂ ਦਾ ਅੰਬਾਰ ਲੱਗ ਗਿਆ। ਲੇਕਿਨ ਇਸ ਦੇ ਬਾਵਜੂਦ ਵੀ ਦੇਸ਼ ਨੇ ਜ਼ਰਾ ਵੀ ਆਪਣਾ ਵਿਸ਼ਵਾਸ ਨਹੀਂ ਗਵਾਇਆ। ਦੇਸ਼ ਆਤਮ ਵਿਸ਼ਵਾਸ ਦੇ ਨਾਲ ਅੱਗੇ ਵਧਦਾ ਗਿਆ। ਦੇਸ਼ ਵਾਸੀਆਂ ਦੇ ਜੀਵਨ ਨੂੰ, ਦੇਸ਼ ਦੀ ਅਰਥ ਵਿਵਸਥਾ ਨੂੰ ਕੋਰੋਨਾ ਦੇ ਪ੍ਰਭਾਵ ਤੋਂ ਜਲਦ ਬਾਹਰ ਕੱਢਣਾ ਅੱਜ ਸਾਡੀ ਪਹਿਲ ਹੈ। ਇਸ ਵਿੱਚ ਅਹਿਮ ਭੂਮਿਕਾ ਰਹੇਗੀ ਨੈਸ਼ਨਲ ਇਨਫਰਾਸਟ੍ਰਕਚਰ ਪਾਈਪਲਾਈਨ ਪ੍ਰੋਜੈਕਟ ਦੀ। ਇਸ ਉੱਪਰ 110 ਲੱਖ ਕਰੋੜ ਉਸ ਤੋਂ ਵੀ ਵੱਧ ਖਰਚ ਕੀਤੇ ਜਾਣਗੇ। ਇਸ ਦੇ ਲਈ ਵੱਖ-ਵੱਖ ਸੈਕਟਰਾਂ ਵਿੱਚ ਲਗਭਗ 7000 ਪ੍ਰੋਜੈਕਟਾਂ ਦੀ ਪਹਿਚਾਣ ਕਰ ਲਈ ਗਈ ਹੈ। ਇਸ ਨਾਲ ਦੇਸ਼ ਦੇ ਓਵਰਆਲ ਇਨਫਰਾਸਟ੍ਰਕਚਰ ਡਿਵੈਲਪਮੈਂਟ ਨੂੰ ਇੱਕ ਨਵੀਂ ਦਿਸ਼ਾ ਵੀ ਮਿਲੇਗੀ, ਇੱਕ ਨਵੀਂ ਗਤੀ ਵੀ ਮਿਲੇਗੀ। ਅਤੇ ਇਸ ਨਾਲ ਹਮੇਸ਼ਾ ਇਹ ਕਿਹਾ ਜਾਂਦਾ ਹੈ ਕਿ ਅਜਿਹੀ ਸੰਕਟ ਦੀ ਘੜੀ ਵਿੱਚ ਜਿੰਨਾ ਜ਼ਿਆਦਾ ਇਨਫਰਾਸਟ੍ਰਕਚਰ ਤੇ ਜ਼ੋਰ ਦਿੱਤਾ ਜਾਵੇ ਤਾਂ ਕਿ ਆਰਥਿਕ ਗਤੀਵਿਧੀ ਵਧੇ ਅਤੇ ਲੋਕਾਂ ਨੂੰ ਰੋਜ਼ਗਾਰ ਮਿਲਦਾ ਹੈ, ਕੰਮ ਮਿਲਦਾ ਹੈ, ਉਸ ਨਾਲ ਜੁੜੇ ਹੋਏ ਕਈ ਕੰਮ ਇਕੱਠਿਆਂ ਚੱਲ ਪੈਂਦੇ ਹਨ। ਛੋਟੇ ਵੱਡੇ ਉਦਯੋਗ, ਕਿਸਾਨ, ਹਰ ਵਰਗ ਬਹੁਤ ਲਾਭ ਹੁੰਦਾ ਹੈ। ਅਤੇ ਅੱਜ ਮੈਂ ਇੱਕ ਗੱਲ ਯਾਦ ਕਰਨਾ ਚਾਹੁੰਦਾ ਹਾਂ, ਜਦੋਂ ਅਟਲ ਬਿਹਾਰੀ ਵਾਜਪਾਈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਨ ਤਾਂ ਦੋਨਾਂ ਨੇ ਸੁਨਹਿਰੀ ਚਤੁਰਭੁਜ ਦੀ ਬਹੁਤ ਵੱਡੀ ਦੂਰਗਾਮੀ ਅਸਰ ਪੈਦਾ ਕਰਨ ਵਾਲੀ ਯੋਜਨਾ ਨੂੰ ਸ਼ੁਰੂ ਕੀਤਾ ਸੀ ਅਤੇ ਦੇਸ਼ ਦੇ ਰੋਡ ਨੈਟਵਰਕ ਦੇ ਇਨਫਰਾਸਟ੍ਰਕਚਰ ਨੂੰ ਨੈਕਸਟ ਜਨਰੇਸ਼ਨ ਵਿੱਚ ਲੈ ਗਏ ਸਨ। ਉਹ ਸੁਨਹਿਰੀ ਚਤੁਰਭੁਜ ਬਾਰੇ ਦੇਸ਼ ਬੜੇ ਮਾਣ ਨਾਲ ਕਹਿੰਦਾ ਸੀ ਕਿ ਹਾਂ, ਸਾਡਾ ਹਿੰਦੁਸਤਾਨ ਬਦਲ ਰਿਹਾ ਹੈ, ਦੇਖ ਰਿਹਾ ਹੈ। ਮੇਰੇ ਪਿਆਰੇ ਦੇਸ਼ ਵਾਸੀਓ, ਅਟਲ ਜੀ ਨੇ ਆਪਣੇ ਸਮੇਂ ਵਿੱਚ ਇੱਕ ਕੰਮ ਕੀਤਾ, ਲੇਕਿਨ ਹੁਣ ਆਪਾਂ ਉਸ ਨੂੰ ਅੱਗੇ ਲੈ ਕੇ ਜਾਣਾ ਹੈ, ਆਪਾਂ ਨਵੇਂ ਪਾਸੇ ਲੈ ਕੇ ਜਾਣਾ ਹੈ। ਅਤੇ ਹੁਣ ਅਸੀਂ ਸਾਈਲੋਜ਼ ਵਿੱਚ ਨਹੀਂ ਚੱਲ ਸਕਦੇ। ਇਨਫਰਾਸਟ੍ਰਕਚਰ ਵਿੱਚ ਰੋਡ ਵਾਲਾ ਕੰਮ ਕਰੇਗਾ, ਰੇਲ ਦਾ ਰੇਲ ਵਿੱਚ ਚਲਿਆ ਜਾਵੇਗਾ। ਨਾ ਰੇਲ ਦਾ ਰੋਡ ਨਾਲ ਸੰਬੰਧ, ਨਾ ਰੋਡ ਦਾ ਰੇਲ ਨਾਲ ਸੰਬੰਧ, ਨਾ ਏਅਰਪੋਰਟ ਦਾ ਪੋਰਟ ਨਾਲ ਸੰਬੰਧ, ਨਾ ਪੋਰਟ ਦਾ ਏਅਰਪੋਰਟ ਨਾਲ ਸੰਬੰਧ, ਨਾ ਰੇਲਵੇ ਸਟੇਸ਼ਨ ਦਾ ਬੱਸ ਸਟੇਸ਼ਨ ਨਾਲ ਸੰਬੰਧ, ਨਾ ਬੱਸ ਸਟੇਸ਼ਨ ਦਾ ਰੇਲਵੇ। ਅਜਿਹੀ ਸਥਿਤੀ ਨਹੀਂ ਚੱਲੇਗੀ। ਹੁਣ ਸਾਡਾ ਸਾਰਾ ਇਨਫਰਾਸਟ੍ਰਕਚਰ ਇੱਕ ਕੰਪਰੀਹੈਂਸਿਵ ਹੋਵੇ, ਇੰਟੀਗ੍ਰੇਟਿਡ ਹੋਵੇ, ਇੱਕ ਦੂਜੇ ਦਾ ਪੂਰਕ ਹੋਵੇ। ਰੇਲ ਨਾਲ ਰੋਡ ਪੂਰਕ ਹੋਵੇ, ਰੋਡ ਨਾਲ
ਸੀ ਪੋਰਟ ਪੂਰਕ ਹੋਵੇ, ਸੀ ਪੋਰਟ ਨਾਲ 에ਅਰਪੋਰਟ ਪੂਰਕ ਹੋਵੇ। ਇਹ ਸਾਨੂੰ ਇੱਕ ਨਵੀਂ ਸਦੀ ਦੇ ਲਈ ਸਾਨੂੰ ਮਲਟੀ ਮਾਡਲ ਕਨੈਕਟੀਵਿਟੀ ਇਨਫਰਾਸਟ੍ਰਕਚਰ ਇਸ ਨੂੰ ਜੋੜਨ ਦੇ ਲਈ ਅਸੀਂ ਹੁਣ ਅੱਗੇ ਵਧ ਰਹੇ ਹਾਂ ਅਤੇ ਇਹ ਇੱਕ ਨਵਾਂ ਆयाम ਹੋਵੇਗਾ। ਬਹੁਤ ਵੱਡਾ ਸੁਪਨਾ ਲੈ ਕੇ ਇਸ 'ਤੇ ਕੰਮ ਸ਼ੁਰੂ ਕੀਤਾ ਹੈ ਤਾਂ ਮੈਨੂੰ ਭਰੋਸਾ ਹੈ ਕਿ ਸਾਈਲੋਜ਼ ਨੂੰ ਖਤਮ ਕਰਕੇ ਅਸੀਂ ਇਸ ਸਾਰੀ ਵਿਵਸਥਾ ਨੂੰ ਇੱਕ ਨਵੀਂ ਤਾਕਤ ਦੇਵਾਂਗੇ। ਇਸ ਦੇ ਨਾਲੋਂ ਨਾਲ ਸਾਡੇ ਸਮੁੰਦਰੀ ਤੱਟ, ਵਿਸ਼ਵ ਵਪਾਰ ਵਿੱਚ ਸਮੁੰਦਰੀ ਤੱਟਾਂ ਦਾ ਆਪਣਾ ਬਹੁਤ ਵੱਡਾ ਮਹੱਤਵ ਹੁੰਦਾ ਹੈ। ਜਦੋਂ ਅਸੀਂ ਪੋਰਟ ਲੇਅਰ ਡਿਵੈਲਪਮੈਂਟ ਨੂੰ ਲੈ ਕੇ ਚੱਲ ਰਹੇ ਹਾਂ ਤਦ ਅਸੀਂ ਆਉਣ ਵਾਲੇ ਦਿਨਾਂ ਵਿੱਚ ਸਮੁੰਦਰੀ ਤੱਟ ਦੇ ਪੂਰੇ ਹਿੱਸੇ ਵਿੱਚ 4 ਲੇਨ ਰੋਡ ਬਣਾਉਣ ਦੀ ਦਿਸ਼ਾ ਵਿੱਚ ਇੱਕ ਆਧੁਨਿਕ ਇਨਫਰਾਸਟ੍ਰਕਚਰ 'ਤੇ ਅਸੀਂ ਕੰਮ ਕਰਾਂਗੇ। ਮੇਰੇ ਪਿਆਰੇ ਦੇਸ਼ਵਾਸੀਓ, ਸਾਡੇ ਇੱਥੇ ਸ਼ਾਸਤਰਾਂ ਵਿੱਚ ਇੱਕ ਬਹੁਤ ਵੱਡੀ ਗੱਲ ਅਤੇ ਮਹੱਤਵਪੂਰਨ ਗੱਲ ਕਹੀ ਗਈ ਹੈ। ਆਪਣੇ ਇੱਥੇ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ, ਸਾਮਰਥ ਮੂਲਮ ਸਵਾਤੰਤਰਮ, ਸਾਮਰਥ ਮੂਲਮ ਸਵਾਤੰਤਰਮ, ਸਮ ਮੂਲਮ ਚ ਵੈਭਵਮ, ਸਮ ਮੂਲਮ ਚ ਵੈਭਵਮ। ਭਾਵ ਕਿਸੇ ਵੀ ਸਮਾਜ ਦੀ, ਕਿਸੇ ਵੀ ਰਾਸ਼ਟਰ ਦੀ ਆਜ਼ਾਦੀ ਦਾ ਸਰੋਤ ਉਸ ਦੀ ਸਮਰੱਥਾ ਹੁੰਦੀ ਹੈ ਅਤੇ ਉਸ ਦੀ ਸ਼ਾਨ, ਉਸ ਦੀ ਉੱਨਤੀ, ਪ੍ਰਗਤੀ ਦਾ ਸਰੋਤ ਉਸ ਦੀ ਕਿਰਤ ਸ਼ਕਤੀ ਹੈ ਅਤੇ ਇਸ ਲਈ ਜਨ ਸਧਾਰਨ, ਸ਼ਹਿਰ ਹੋਵੇ ਜਾਂ ਪਿੰਡ, ਉਸ ਦੀ ਮਿਹਨਤ ਦਾ ਕੋਈ ਮੁਕਾਬਲਾ ਨਹੀਂ ਹੈ। ਮਿਹਨਤ ਨਾਲ ਸਮਾਜ ਨੂੰ ਜਦੋਂ ਸਹੂਲਤਾਂ ਮਿਲਦੀਆਂ ਹਨ, ਜੀਵਨ ਦਾ ਸੰਘਰਸ਼, ਰੋਜ਼ਾਨਾ ਦੀਆਂ ਮੁਸੀਬਤਾਂ ਘਟਦੀਆਂ ਹਨ ਤਾਂ ਉਸ ਦੀ ਊਰਜਾ, ਉਸ ਦੀ ਸ਼ਕਤੀ ਬਹੁਤ ਖਿੜ ਉੱਠਦੀ ਹੈ, ਬੜੇ ਕਮਾਲ ਕਰ ਦਿੰਦੀ ਹੈ। ਬੀਤੇ 6 ਵਰ੍ਹਿਆਂ ਵਿੱਚ ਦੇਸ਼ ਦੇ ਮਿਹਨਤਕਸ਼ ਨਾਗਰਿਕਾਂ ਦਾ ਜੀਵਨ ਬਿਹਤਰ ਬਣਾਉਣ ਲਈ ਅਨੇਕਾਂ ਕੰਮਾਂ ਦਾ ਸਿਲਸਿਲਾ ਵਿੱਢਿਆ ਗਿਆ ਹੈ। ਅਨੇਕ ਅਭਿਆਨ ਚਲਾਏ ਗਏ ਨੇ। ਤੁਸੀਂ ਦੇਖੋ, ਬੈਂਕ ਖਾਤਾ ਹੋਵੇ, ਪੱਕੇ ਘਰ ਦੀ ਗੱਲ ਹੋਵੇ, ਇੰਨੀ ਵੱਡੀ ਸੰਖਿਆ ਵਿੱਚ ਪਖਾਨੇ ਬਣਾਉਣੇ ਹੋਣ, ਹਰ ਘਰ ਵਿੱਚ ਬਿਜਲੀ ਕਨੈਕਸ਼ਨ ਪਹੁੰਚਾਉਣਾ ਹੋਵੇ, ਮਾਤਾਵਾਂ ਭੈਣਾਂ ਨੂੰ ਧੂਏਂ ਤੋਂ ਮੁਕਤ ਕਰਨ ਲਈ ਗੈਸ ਦਾ ਕਨੈਕਸ਼ਨ ਦੇਣਾ ਹੋਵੇ, ਗਰੀਬ ਤੋਂ ਗਰੀਬ ਨੂੰ ਬੀਮਾ ਸੁਰੱਖਿਆ ਦੇਣ ਦਾ ਉਪਰਾਲਾ ਹੋਵੇ, 5 ਲੱਖ ਤੱਕ ਚੰਗੇ ਤੋਂ ਚੰਗੇ ਹਸਪਤਾਲ ਵਿੱਚ ਇਲਾਜ ਕਰਾਉਣ ਲਈ ਆਯੁਸ਼ਮਾਨ ਭਾਰਤ ਯੋਜਨਾ ਹੋਵੇ, ਰਾਸ਼ਨ ਦੀਆਂ ਦੁਕਾਨਾਂ ਨੂੰ ਟੈਕਨੋਲੋਜੀ ਨਾਲ ਜੋੜਨ ਦੀ ਗੱਲ ਹੋਵੇ, ਹਰ ਗਰੀਬ, ਹਰ ਵਿਅਕਤੀ ਬਿਨਾਂ ਕਿਸੇ ਭੇਦਭਾਵ ਤੋਂ ਪੂਰੀ ਪਾਰਦਰਸ਼ਿਤਾ ਨਾਲ ਉਸ ਨੂੰ ਲਾਭ ਪਹੁੰਚਾਉਣ ਲਈ ਪਿਛਲੇ 6 ਵਰ੍ਹਿਆਂ ਵਿੱਚ ਬਹੁਤ ਚੰਗੀ ਤਰ੍ਹਾਂ ਪ੍ਰਗਤੀ ਕੀਤੀ ਹੈ। ਕੋਰੋਨਾ ਦੇ ਸੰਕਟ ਵਿੱਚ ਵੀ ਇਹਨਾਂ ਵਿਵਸਥਾਵਾਂ ਵਿੱਚ ਬਹੁਤ ਮਦਦ ਮਿਲੀ ਹੈ। ਇਸ ਦੌਰਾਨ ਕਰੋੜਾਂ ਗਰੀਬ ਪਰਿਵਾਰਾਂ ਨੂੰ ਮੁਫਤ ਗੈਸ ਸਿਲੰਡਰ ਪਹੁੰਚਾਉਣਾ, ਰਾਸ਼ਨ ਕਾਰਡ ਹੋਵੇ ਜਾਂ ਨਾ ਹੋਵੇ, 80 ਕਰੋੜ ਤੋਂ ਜ਼ਿਆਦਾ ਮੇਰੇ ਦੇਸ਼ ਵਾਸੀਆਂ ਨੂੰ ਉਹਨਾਂ ਦੇ ਘਰ ਦਾ ਚੁੱਲ੍ਹਾ ਬਲਦਾ ਰਹੇ। 80 ਕਰੋੜ ਦੇਸ਼ ਵਾਸੀਆਂ ਨੂੰ ਮੁਫਤ ਵਿੱਚ ਅਨਾਜ ਪਹੁੰਚਾਉਣ ਦਾ ਕੰਮ ਹੋਵੇ। 90,000 ਕਰੋੜ ਰੁਪਏ ਤੋਂ ਵੱਧ ਸਿੱਧੇ ਬੈਂਕ ਖਾਤੇ ਵਿੱਚ ਪੈਸੇ ਟ੍ਰਾਂਸਫਰ ਹੋਣ। ਕੁਝ ਵਰ੍ਹੇ ਪਹਿਲਾਂ ਤਾਂ ਸੋਚ ਵੀ ਨਹੀਂ ਸਕਦੇ ਸੀ, ਕਲਪਨਾ ਹੀ ਨਹੀਂ ਕਰ ਸਕਦੇ ਸੀ ਕਿ ਦਿੱਲੀ ਤੋਂ 100 ਪੈਸੇ ਨਿਕਲੇ ਤੇ 100 ਦੇ 100 ਪੈਸੇ ਗਰੀਬ ਦੇ ਖਾਤੇ ਵਿੱਚ ਜਮ੍ਹਾਂ ਹੋ ਜਾਣ। ਇਹ ਪਹਿਲਾਂ ਕਦੇ ਸੋਚਿਆ ਵੀ ਨਹੀਂ ਜਾ ਸਕਦਾ ਸੀ। ਆਪਣੇ ਹੀ ਪਿੰਡ ਵਿੱਚ ਰੋਜ਼ਗਾਰ ਦੇ ਲਈ ਗਰੀਬ ਕਲਿਆਣ ਰੋਜ਼ਗਾਰ ਅਭਿਆਨ ਸ਼ੁਰੂ ਕੀਤਾ ਗਿਆ। ਕਿਰਤੀ ਸਾਥੀ ਖੁਦ ਨੂੰ ਰੀਸਕਿਲ ਕਰੇ, ਅਪਸਕਿਲ ਕਰੇ, ਇਸ 'ਤੇ ਭਰੋਸਾ ਕਰਦੇ ਹੋਏ, ਕਿਰਤ ਸ਼ਕਤੀ 'ਤੇ ਭਰੋਸਾ ਕਰਦੇ ਹੋਏ, ਪਿੰਡਾਂ ਦੇ ਸਰੋਤਾਂ 'ਤੇ ਭਰੋਸਾ ਕਰਦੇ ਹੋਏ ਅਸੀਂ ਵੋਕਲ ਫਾਰ ਲੋਕਲ 'ਤੇ ਜ਼ੋਰ ਦਿੰਦੇ ਹੋਏ ਰੀਸਕਿਲ, ਅਪਸਕਿਲ ਦੁਆਰਾ ਅਸੀਂ ਸਾਡੇ ਦੇਸ਼ ਦੀ ਕਿਰਤ ਸ਼ਕਤੀ ਨੂੰ, ਸਾਡੇ ਗਰੀਬਾਂ ਨੂੰ ਇੰਪਾਵਰ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਹਾਂ। ਸ਼ਹਿਰਾਂ ਵਿੱਚ ਸਾਡੇ ਜੋ ਕਿਰਤੀ ਹਨ, ਕਿਉਂਕਿ ਆਰਥਿਕ ਗਤੀਵਿਧੀ ਦਾ ਧੁਰਾ ਸ਼ਹਿਰ ਹੈ, ਪਿੰਡਾਂ ਤੋਂ ਲੋਕ ਦੂਰ ਦੂਰ ਤੋਂ ਸ਼ਹਿਰਾਂ ਵਿੱਚ ਆਉਂਦੇ ਨੇ। ਸਟਰੀਟ ਵੈਂਡਰ ਹੋਣ, ਰੇਹੜੀ ਫੜੀ ਵਾਲੇ ਲੋਕ ਹੋਣ,
ਅੱਜ ਬੈਂਕਾਂ ਤੋਂ ਉਹਨਾਂ ਨੂੰ ਸਿੱਧਾ ਪੈਸਾ ਦੇਣ ਦੀ ਯੋਜਨਾ ਚੱਲ ਰਹੀ ਹੈ। ਲੱਖਾਂ ਲੋਕਾਂ ਨੇ ਇੰਨੇ ਘੱਟ ਸਮੇਂ ਵਿੱਚ ਕਰੋਨਾ ਦੇ ਕਾਲਖੰਡ ਵਿੱਚ ਇਸ ਦਾ ਫਾਇਦਾ ਚੁੱਕਿਆ ਹੈ। ਹੁਣ ਉਹਨਾਂ ਨੂੰ ਕਿਤੋਂ ਵੀ ਵੱਧ ਵਿਆਜ ਤੇ ਖਾਨਗੀ ਪੱਧਰ ਤੇ ਪੈਸੇ ਲੈਣ ਦੀ ਲੋੜ ਨਹੀਂ ਪਏਗੀ। ਬੈਂਕ ਤੋਂ ਹੱਕ ਨਾਲ ਉਹ ਆਪਣੇ ਪੈਸੇ ਲੈ ਸਕੇਗਾ। ਉਸੇ ਤਰ੍ਹਾਂ ਨਾਲ ਜਦ ਸ਼ਹਿਰ ਵਿੱਚ ਸਾਡੇ ਕਿਰਤੀ ਆਉਂਦੇ ਨੇ, ਉਹਨਾਂ ਨੂੰ ਰਹਿਣ ਦੀ ਜੇਕਰ ਚੰਗੀ ਸਹੂਲਤ ਮਿਲ ਜਾਵੇ ਤਾਂ ਉਹਨਾਂ ਦੀ ਕਾਰਜਕੁਸ਼ਲਤਾ ਵਿੱਚ ਬਹੁਤ ਵਾਧਾ ਹੋਵੇਗਾ। ਅਤੇ ਇਸੇ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ਹਿਰਾਂ ਵਿੱਚ ਉਹਨਾਂ ਦੇ ਲਈ ਅਸੀਂ ਰਿਹਾਇਸ਼ ਦੇ ਪ੍ਰਬੰਧ ਦੀ ਇੱਕ ਬਹੁਤ ਵੱਡੀ ਯੋਜਨਾ ਬਣਾਈ ਹੈ, ਤਾਂ ਕਿ ਸ਼ਹਿਰ ਵਿੱਚ ਜਦ ਕਿਰਤੀ ਆਏਗਾ ਤਾਂ ਉਹ ਆਪਣੇ ਕੰਮ ਦੇ ਲਈ ਖੁੱਲ੍ਹੇ ਮਨ ਨਾਲ, ਪੂਰੇ ਭਰੋਸੇ ਨਾਲ ਅੱਗੇ ਵਧੇਗਾ। ਮੇਰੇ ਪਿਆਰੇ ਦੇਸ਼ਵਾਸੀਓ, ਇਹ ਵੀ ਸਹੀ ਹੈ ਕਿ ਵਿਕਾਸ ਦੀ ਇਸ ਯਾਤਰਾ ਵਿੱਚ ਅਸੀਂ ਦੇਖਿਆ ਹੈ, ਜਿਵੇਂ ਸਮਾਜਿਕ ਜੀਵਨ ਵਿੱਚ ਕੁਝ ਤਬਕੇ ਪਿੱਛੇ ਰਹਿ ਜਾਂਦੇ ਹਨ, ਗਰੀਬੀ ਤੋਂ ਬਾਹਰ ਨਿਕਲ ਨਹੀਂ ਪਾਉਂਦੇ, ਉਵੇਂ ਹੀ ਰਾਸ਼ਟਰੀ ਜੀਵਨ ਵਿੱਚ ਵੀ ਕੁਝ ਖੇਤਰ ਹੁੰਦੇ ਨੇ, ਕੁਝ ਭੂ-ਭਾਗ ਹੁੰਦੇ ਨੇ, ਕੁਝ ਇਲਾਕੇ ਹੁੰਦੇ ਨੇ ਜੋ ਪਿੱਛੇ ਰਹਿ ਜਾਂਦੇ ਨੇ। ਆਤਮ ਨਿਰਭਰ ਭਾਰਤ ਬਣਾਉਣ ਦੇ ਲਈ ਸਾਡੇ ਲਈ ਸੰਤੁਲਿਤ ਵਿਕਾਸ ਬਹੁਤ ਜ਼ਰੂਰੀ ਹੈ ਅਤੇ ਅਸੀਂ 110 ਤੋਂ ਵੱਧ ਅਭਿਲਾਸ਼ੀ ਜ਼ਿਲ੍ਹੇ ਆਈਡੈਂਟੀਫਾਈ ਕੀਤੇ ਨੇ। ਉਹ 110 ਜ਼ਿਲ੍ਹੇ ਜੋ ਐਵਰੇਜ ਤੋਂ ਵੀ ਪਿੱਛੇ ਹਨ, ਉਹਨਾਂ ਨੂੰ ਸੂਬੇ ਦੀ ਅਤੇ ਦੇਸ਼ ਦੀ ਐਵਰੇਜ ਤੱਕ ਲਿਆਉਣਾ ਹੈ। ਸਾਰੇ ਪੈਰਾਮੀਟਰਾਂ ਵਿੱਚ ਲਿਆਉਣਾ ਹੈ। ਉੱਥੋਂ ਦੇ ਲੋਕਾਂ ਨੂੰ ਬਿਹਤਰ ਸਿੱਖਿਆ ਮਿਲੇ, ਉੱਥੋਂ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮਿਲਣ, ਉੱਥੋਂ ਦੇ ਲੋਕਾਂ ਲਈ ਰੋਜ਼ਗਾਰ ਦੇ ਸਥਾਨਕ ਮੌਕੇ ਪੈਦਾ ਹੋਣ ਅਤੇ ਉਸ ਦੇ ਲਈ ਲਗਾਤਾਰ ਅਸੀਂ 110 ਜ਼ਿਲ੍ਹੇ ਜੋ ਸਾਡੀ ਇਸ ਵਿਕਾਸ ਯਾਤਰਾ ਵਿੱਚ ਪਿੱਛੇ ਰਹਿ ਗਏ ਸਨ, ਉਹਨਾਂ ਨੂੰ ਅੱਗੇ ਲਿਆਉਣ ਲਈ ਯਤਨ ਕਰ ਰਹੇ ਹਾਂ। ਮੇਰੇ ਪਿਆਰੇ ਦੇਸ਼ਵਾਸੀਓ, ਆਤਮ ਨਿਰਭਰ ਭਾਰਤ ਦੀ ਅਹਿਮ ਪਹਿਲ ਆਤਮ ਨਿਰਭਰ ਖੇਤੀ ਅਤੇ ਆਤਮ ਨਿਰਭਰ ਕਿਸਾਨ ਹੈ ਅਤੇ ਇਸ ਨੂੰ ਅਸੀਂ ਕਦੇ ਵੀ ਅੱਖੋਂ ਪਰੋਖੇ ਨਹੀਂ ਕਰ ਸਕਦੇ। ਕਿਸਾਨ ਨੂੰ ਪਿਛਲੇ ਦਿਨੀ ਅਸੀਂ ਵੇਖਿਆ ਹੈ, ਇੱਕ ਤੋਂ ਬਾਅਦ ਇੱਕ ਰਿਫਾਰਮ ਆਜ਼ਾਦੀ ਦੇ ਇੰਨੇ ਸਾਲਾਂ ਬਾਅਦ ਕੀਤੇ ਗਏ ਨੇ। ਕਿਸਾਨ ਨੂੰ तमाम ਬੰਦਿਸ਼ਾਂ ਤੋਂ ਮੁਕਤ ਕਰਨਾ, ਇਹ ਕੰਮ ਅਸੀਂ ਕਰ ਦਿੱਤਾ ਹੈ। ਤੁਸੀਂ ਸੋਚ ਵੀ ਨਹੀਂ ਸਕਦੇ ਹੋਵੋਗੇ, ਸਾਡੇ ਦੇਸ਼ ਵਿੱਚ ਜੇਕਰ ਤੁਸੀਂ ਸਾਬਣ ਬਣਾਉਂਦੇ ਹੋ, ਹਿੰਦੁਸਤਾਨ ਦੇ ਦੂਜੇ ਕੋਨੇ ਵਿੱਚ ਜਾ ਕੇ ਸਾਬਣ ਵੇਚ ਸਕਦੇ ਹੋ। ਤੁਸੀਂ ਜੇਕਰ ਕੱਪੜਾ ਬਣਾਉਂਦੇ ਹੋ ਤਾਂ ਹਿੰਦੁਸਤਾਨ ਦੇ ਕਿਸੇ ਵੀ ਕੋਨੇ ਵਿੱਚ ਜਾ ਕੇ ਕੱਪੜਾ ਵੇਚ ਸਕਦੇ ਹੋ। ਖੰਡ ਬਣਾਓ, ਖੰਡ ਵੇਚ ਸਕਦੇ ਹੋ। ਲੇਕਿਨ ਮੇਰਾ ਕਿਸਾਨ, ਬਹੁਤ ਲੋਕਾਂ ਨੂੰ ਪਤਾ ਨਹੀਂ ਹੋਵੇਗਾ, ਮੇਰੇ ਦੇਸ਼ ਦਾ ਕਿਸਾਨ ਜੋ ਉਤਪਾਦਨ ਕਰਦਾ ਸੀ, ਨਾ ਉਹ ਆਪਣੀ ਮਰਜ਼ੀ ਨਾਲ ਵੇਚ ਸਕਦਾ ਸੀ, ਨਾ ਆਪਣੀ ਮਰਜ਼ੀ ਨਾਲ ਜਿੱਥੇ ਵੇਚਣਾ ਚਾਹੁੰਦਾ ਸੀ ਉੱਥੇ ਵੇਚ ਸਕਦਾ ਸੀ। ਉਸ ਦੇ ਲਈ ਜੋ ਦਾਇਰਾ ਤੈਅ ਕੀਤਾ ਸੀ ਉੱਥੇ ਹੀ ਵੇਚਣਾ ਪੈਂਦਾ ਸੀ। ਉਹਨਾਂ ਸਾਰੀਆਂ ਬੰਦਿਸ਼ਾਂ ਨੂੰ ਅਸੀਂ ਖਤਮ ਕਰ ਦਿੱਤਾ। ਹੁਣ ਹਿੰਦੁਸਤਾਨ ਦਾ ਕਿਸਾਨ ਉਸ ਆਜ਼ਾਦੀ ਦੇ ਸਾਹ ਨੂੰ ਲੈ ਸਕੇਗਾ ਤਾਂ ਕਿ ਹਿੰਦੁਸਤਾਨ ਦੇ ਤਾਂ ਕੀ, ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਆਪਣਾ ਮਾਲ ਵੇਚਣਾ ਚਾਹੁੰਦਾ ਹੈ, ਉਹ ਆਪਣੇ ਦਮ ਤੇ ਵੇਚ ਸਕੇਗਾ। ਅਸੀਂ ਕਿਸਾਨ ਦੀ ਆਮਦਨ ਨੂੰ ਵਧਾਉਣ ਲਈ ਅਨੇਕਾਂ ਹੋਰ ਗੱਲਾਂ ਤੇ ਵੀ ਜ਼ੋਰ ਦਿੱਤਾ ਹੈ। ਕਿਸਾਨੀ ਵਿੱਚ ਇਨਪੁਟ ਕਾਸਟ ਕਿਵੇਂ ਘਟੇ, ਸੋਲਰ ਪੰਪ, ਉਸ ਨੂੰ ਡੀਜ਼ਲ ਪੰਪ ਤੋਂ ਮੁਕਤੀ ਕਿਵੇਂ ਮਿਲੇ, ਅੰਨਦਾਤਾ ਊਰਜਾ ਦਾਤਾ ਕਿਵੇਂ ਬਣੇ, ਮਧੂਮੱਖੀ ਪਾਲਣ ਹੋਵੇ, ਫਿਸ਼ਰੀ ਹੋਵੇ, ਪੋਲਟਰੀ ਹੋਵੇ, ਅਜਿਹੀਆਂ ਅਨੇਕ ਚੀਜ਼ਾਂ ਉਸ ਨਾਲ ਜੁੜ ਜਾਣ ਤਾਂ ਕਿ ਉਸ ਦੀ ਆਮਦਨ ਦੁੱਗਣੀ ਹੋ ਜਾਵੇ। ਇਸ ਦਿਸ਼ਾ ਵਿੱਚ ਅਸੀਂ ਲਗਾਤਾਰ ਕੰਮ ਕਰ ਰਹੇ ਹਾਂ। ਅੱਜ ਸਮੇਂ ਦੀ ਮੰਗ ਹੈ, ਸਾਡਾ ਖੇਤੀ ਖੇਤਰ ਆਧੁਨਿਕ ਬਣੇ, ਗੁਣਵੱਤਾ ਵਿੱਚ ਵਾਧਾ ਹੋਵੇ, ਵੈਲਿਊ ਐਡੀਸ਼ਨ ਹੋਵੇ, ਫੂਡ ਪ੍ਰੋਸੈਸਿੰਗ ਹੋਵੇ, ਪੈਕੇਜਿੰਗ ਦਾ ਪ੍ਰਬੰਧ ਹੋਵੇ, ਉਸ ਨੂੰ ਸੰਭਾਲਣ ਦਾ ਪ੍ਰਬੰਧ ਹੋਵੇ ਅਤੇ ਇਸ ਲਈ ਚੰਗੇ ਇਨਫਰਾਸਟ੍ਰਕਚਰ ਦੀ ਲੋੜ ਹੈ। ਤੁਸੀਂ ਦੇਖਿਆ ਹੋਵੇਗਾ, ਇਸ ਕਰੋਨਾ ਕਾਲਖੰਡ ਵਿੱਚ ਹੀ ਪਿਛਲੇ ਦਿਨੀ 1 ਲੱਖ ਕਰੋੜ ਰੁਪਇਆ ਐਗਰੀਕਲਚਰ ਇਨਫਰਾਸਟ੍ਰਕਚਰ ਦੇ ਲਈ ਭਾਰਤ ਦੀ ਸਰਕਾਰ ਨੇ ਤਕਸੀਮ ਕੀਤਾ ਹੈ ਅਤੇ ਇਨਫਰਾਸਟ੍ਰਕਚਰ ਜੋ ਕਿਸਾਨਾਂ ਦੀ ਭਲਾਈ ਲਈ ਹੋਵੇਗਾ ਅਤੇ ਇਸ ਦੇ ਕਾਰਨ ਕਿਸਾਨ ਆਪਣਾ ਮੁੱਲ ਵੀ ਹਾਸਲ ਕਰ ਸਕੇਗਾ ਅਤੇ ਦੁਨੀਆ ਦੇ ਬਾਜ਼ਾਰ ਵਿੱਚ ਵੇਚ ਵੀ ਸਕੇਗਾ। ਵਿਸ਼ਵ ਬਾਜ਼ਾਰ ਵਿੱਚ ਉਸ ਦੀ ਪਹੁੰਚ ਵਧੇਗੀ। ਅੱਜ ਸਾਨੂੰ ਪੇਂਡੂ ਉਦਯੋਗਾਂ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ। ਪੇਂਡੂ ਖੇਤਰਾਂ ਵਿੱਚ ਖਾਸ ਤਰ੍ਹਾਂ ਨਾਲ ਆਰਥਿਕ ਕਲਸਟਰ ਬਣਾਏ ਜਾਣਗੇ। ਖੇਤੀ ਅਤੇ ਗੈਰ ਖੇਤੀ ਉਦਯੋਗਾਂ ਦਾ ਪਿੰਡਾਂ ਦੇ ਅੰਦਰ ਇੱਕ ਜਾਲ ਬਣਾਇਆ ਜਾਵੇਗਾ ਅਤੇ ਉਸ ਦੇ ਕਾਰਨ ਉਸ ਦੇ ਨਾਲੋਂ ਨਾਲ ਕਿਸਾਨਾਂ ਦੇ ਲਈ ਜੋ ਨਵੀਂ FPO ਅਸੀਂ ਬਣਾਉਣ ਦਾ, ਕਿਸਾਨ ਉਤਪਾਦਕ ਸੰਘ ਬਣਾਉਣ ਦੀ ਜੋ ਅਸੀਂ ਕੋਸ਼ਿਸ਼ ਕੀਤੀ ਹੈ,
ਉਹ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਇਕਨੋਮਿਕ ਇੰਪਾਵਰਮੈਂਟ ਦਾ ਕੰਮ ਕਰੇਗਾ। ਭਰਾਵੋ ਭੈਣੋ, ਮੈਂ ਪਿਛਲੀ ਵਾਰ ਇੱਥੇ ਜਲ ਜੀਵਨ ਮਿਸ਼ਨ ਦੀ ਘੋਸ਼ਣਾ ਕੀਤੀ ਸੀ। ਅੱਜ ਇਸ ਨੂੰ 1 ਸਾਲ ਹੋ ਰਿਹਾ ਹੈ। ਮੈਂ ਅੱਜ ਮਾਣ ਨਾਲ ਕਹਿ ਸਕਦਾ ਹਾਂ ਕਿ ਜੋ ਅਸੀਂ ਸੁਪਨਾ ਦੇਖਿਆ ਹੈ ਕਿ ਪੀਣ ਦਾ ਸ਼ੁੱਧ ਪਾਣੀ, ਨਲ ਤੋਂ ਜਲ ਸਾਡੇ ਦੇਸ਼ ਵਾਸੀਆਂ ਨੂੰ ਮਿਲਣਾ ਚਾਹੀਦਾ ਹੈ। ਸਿਹਤ ਦੀਆਂ ਸਮੱਸਿਆਵਾਂ ਦਾ ਹੱਲ ਵੀ ਸ਼ੁੱਧ ਪੀਣ ਵਾਲੇ ਪਾਣੀ ਨਾਲ ਜੁੜਿਆ ਹੁੰਦਾ ਹੈ। ਅਰਥ ਵਿਵਸਥਾ ਵਿੱਚ ਵੀ ਉਸ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਇਸੇ ਨੂੰ ਲੈ ਕੇ ਜਲ ਜੀਵਨ ਮਿਸ਼ਨ ਸ਼ੁਰੂ ਕੀਤਾ। ਅੱਜ ਮੈਨੂੰ ਤਸੱਲੀ ਹੈ ਕਿ ਪ੍ਰਤੀ ਦਿਨ ਅਸੀਂ 1 ਲੱਖ ਤੋਂ ਵੱਧ ਘਰਾਂ ਵਿੱਚ, ਹਰ ਦਿਨ 1 ਲੱਖ ਤੋਂ ਵੱਧ ਘਰਾਂ ਵਿੱਚ ਜਲ ਪਹੁੰਚਾ ਰਹੇ ਹਾਂ, ਪਾਈਪ ਰਾਹੀਂ ਜਲ ਪਹੁੰਚਾ ਰਹੇ ਹਾਂ। ਅਤੇ ਪਿਛਲੇ 1 ਸਾਲ ਵਿੱਚ 2 ਕਰੋੜ ਪਰਿਵਾਰਾਂ ਤੱਕ ਅਸੀਂ ਜਲ ਪਹੁੰਚਾਉਣ ਵਿੱਚ ਸਫਲ ਹੋਏ ਹਾਂ। ਅਤੇ ਖਾਸ ਕਰਕੇ ਜੰਗਲਾਂ ਵਿੱਚ ਦੂਰ ਦੂਰ ਰਹਿਣ ਵਾਲੇ ਸਾਡੇ ਆਦੀਵਾਸੀਆਂ ਦੇ ਘਰਾਂ ਤੱਕ ਇਹ ਪਹੁੰਚਾਉਣ ਲਈ ਵੱਡਾ ਅਭਿਆਨ ਚੱਲ ਰਿਹਾ ਹੈ। ਅਤੇ ਮੈਨੂੰ ਖੁਸ਼ੀ ਹੈ ਕਿ ਅੱਜ ਜਲ ਜੀਵਨ ਮਿਸ਼ਨ ਨੇ ਦੇਸ਼ ਵਿੱਚ ਇੱਕ ਤੰਦਰੁਸਤ ਮੁਕਾਬਲੇ ਦਾ ਮਾਹੌਲ ਬਣਾਇਆ ਹੈ। ਜ਼ਿਲ੍ਹੇ ਵਿੱਚ ਤੰਦਰੁਸਤ ਮੁਕਾਬਲਾ ਹੋ ਰਿਹਾ ਹੈ, ਨਗਰ ਵਿੱਚ ਤੰਦਰੁਸਤ ਮੁਕਾਬਲਾ ਹੋ ਰਿਹਾ ਹੈ, ਸੂਬੇ ਵਿੱਚ ਤੰਦਰੁਸਤ ਮੁਕਾਬਲਾ ਹੋ ਰਿਹਾ ਹੈ। ਹਰ ਕਿਸੇ ਨੂੰ ਲੱਗ ਰਿਹਾ ਹੈ ਕਿ ਪ੍ਰਧਾਨ ਮੰਤਰੀ ਦਾ ਜਲ ਜੀਵਨ ਮਿਸ਼ਨ ਦਾ ਇਹ ਜੋ ਸੁਪਨਾ ਹੈ, ਉਸ ਨੂੰ ਅਸੀਂ ਛੇਤੀ ਤੋਂ ਛੇਤੀ ਆਪਣੇ ਖੇਤਰ ਵਿੱਚ ਪੂਰਾ ਕਰਾਂਗੇ। ਕੋਆਪਰੇਟਿਵ ਕੰਪੀਟੀਟਿਵ ਫੈਡਰਲਿਜ਼ਮ ਨੂੰ ਇੱਕ ਨਵੀਂ ਤਾਕਤ ਜਲ ਜੀਵਨ ਮਿਸ਼ਨ ਨਾਲ ਜੁੜ ਗਈ ਹੈ ਅਤੇ ਉਸ ਦੇ ਨਾਲ ਹੀ ਅਸੀਂ ਅੱਗੇ ਵਧ ਰਹੇ ਹਾਂ। ਮੇਰੇ ਪਿਆਰੇ ਦੇਸ਼ ਵਾਸੀਓ, ਚਾਹੇ ਸਾਡਾ ਖੇਤੀ ਖੇਤਰ ਹੋਵੇ, ਚਾਹੇ ਸਾਡੇ ਲਘੂ ਉਦਯੋਗਾਂ ਦਾ ਖੇਤਰ ਹੋਵੇ, ਚਾਹੇ ਸਾਡੇ ਨੌਕਰੀ ਪੇਸ਼ਾ ਕਰਨ ਵਾਲੇ ਸਮਾਜ ਦੇ ਲੋਕ ਹੋਣ, ਇਹ ਲਗਭਗ ਸਭ ਲੋਕ ਇੱਕ ਤਰ੍ਹਾਂ ਨਾਲ ਭਾਰਤ ਦਾ ਬਹੁਤ ਵੱਡਾ ਮੱਧ ਵਰਗ ਹੈ। ਅਤੇ ਮੱਧ ਵਰਗ ਵਿੱਚੋਂ ਨਿਕਲੇ ਹੋਏ ਪ੍ਰੋਫੈਸ਼ਨਲਸ ਅੱਜ ਦੁਨੀਆ ਵਿੱਚ ਆਪਣਾ ਡੰਕਾ ਵਜਾ ਰਹੇ ਹਨ। ਮੱਧ ਵਰਗ ਤੋਂ ਨਿਕਲੇ ਹੋਏ ਸਾਡੇ ਡਾਕਟਰ, ਇੰਜੀਨੀਅਰ, ਵਕੀਲ, ਸਾਇੰਟਿਸਟ, ਹਰ ਕੋਈ ਦੁਨੀਆ ਵਿੱਚ ਆਪਣੇ ਨਾਮ ਦਾ ਡੰਕਾ ਵਜਾ ਰਹੇ ਹਨ। ਅਤੇ ਇਸ ਲਈ ਇਹ ਗੱਲ ਤੈਅ ਹੈ ਕਿ ਮੱਧ ਵਰਗ ਨੂੰ ਜਿੰਨੇ ਮੌਕੇ ਮਿਲਦੇ ਹਨ, ਉਹ ਅਨੇਕ ਗੁਣਾ ਤਾਕਤ ਦੇ ਨਾਲ ਉੱਭਰ ਕੇ ਆਉਂਦੇ ਹਨ। ਅਤੇ ਇਸ ਲਈ ਮੱਧ ਵਰਗ ਨੂੰ ਸਰਕਾਰੀ ਦਖਲਅੰਦਾਜ਼ੀ ਤੋਂ ਮੁਕਤੀ ਚਾਹੀਦੀ ਹੈ। ਮੱਧ ਵਰਗ ਨੂੰ ਅਨੇਕ ਤਰ੍ਹਾਂ ਦੇ ਨਵੇਂ ਮੌਕੇ ਚਾਹੀਦੇ ਹਨ। ਉਸ ਲਈ ਖੁੱਲ੍ਹਾ ਮੈਦਾਨ ਹੋਣਾ ਚਾਹੀਦਾ ਹੈ। ਅਤੇ ਸਾਡੀ ਸਰਕਾਰ ਲਗਾਤਾਰ ਮੱਧ ਵਰਗ ਦੇ ਇਹਨਾਂ ਸੁਪਨਿਆਂ ਨੂੰ ਪੂਰਾ ਕਰਨ ਲਈ ਕੰਮ ਕਰ ਰਹੀ ਹੈ। ਮੱਧ ਵਰਗ ਮਿਰੈਕਲ ਕਰਨ ਦੀ ਤਾਕਤ ਰੱਖਦਾ ਹੈ। ਈਜ਼ ਆਫ ਲਿਵਿੰਗ, ਇਸ ਦਾ ਸਭ ਤੋਂ ਵੱਡਾ ਲਾਭ ਜੇਕਰ ਕਿਸੇ ਨੂੰ ਹੋਣਾ ਹੈ ਤਾਂ ਮੇਰੇ ਮੱਧ ਵਰਗੀ ਪਰਿਵਾਰਾਂ ਨੂੰ ਹੋਣਾ ਹੈ। ਸਸਤੇ ਇੰਟਰਨੈਟ ਦੀ ਗੱਲ ਹੋਵੇ, ਚਾਹੇ ਸਸਤੇ ਸਮਾਰਟਫੋਨ ਦੀ ਗੱਲ ਹੋਵੇ, ਜਾਂ ਉਡਾਨ ਦੇ ਤਹਿਤ ਹਵਾਈ ਜਹਾਜ਼ ਦੀ ਟਿਕਟ ਬਹੁਤ ਮਿਨੀਮਮ ਹੋ ਜਾਣ ਦੀ ਗੱਲ ਹੋਵੇ, ਜਾਂ ਸਾਡੇ ਹਾਈਵੇਜ਼ ਹੋਣ, ਇਨਫੋਰਮੇਸ਼ਨ ਹਾਈਵੇਜ਼ ਹੋਣ, ਇਹ ਸਾਰੀਆਂ ਚੀਜ਼ਾਂ ਮੱਧ ਵਰਗ ਦੀ ਤਾਕਤ ਨੂੰ ਵਧਾਉਣ ਵਾਲੀਆਂ ਹਨ। ਅੱਜ ਤੁਸੀਂ ਵੇਖਿਆ ਹੋਵੇਗਾ, ਮੱਧ ਵਰਗ ਵਿੱਚ ਜੋ ਗਰੀਬੀ ਵਿੱਚੋਂ ਨਿਕਲਿਆ ਹੈ, ਉਸ ਦਾ ਪਹਿਲਾ ਸੁਪਨਾ ਹੁੰਦਾ ਹੈ ਆਪਣਾ ਘਰ ਹੋਣਾ ਚਾਹੀਦਾ ਹੈ। ਉਹ ਬਰਾਬਰੀ ਦੀ ਜ਼ਿੰਦਗੀ ਜਿਉਣਾ ਚਾਹੁੰਦਾ ਹੈ। ਦੇਸ਼ ਵਿੱਚ ਬਹੁਤ ਵੱਡਾ ਕੰਮ ਅਸੀਂ EMI ਦੇ ਖੇਤਰ ਵਿੱਚ ਕੀਤਾ ਹੈ ਅਤੇ ਇਸ ਦੇ ਕਾਰਨ ਹੋਮ ਲੋਨ ਸਸਤੇ ਹੋਏ। ਅਤੇ ਜਦੋਂ ਕੋਈ ਘਰ ਦੇ ਲਈ ਲੋਨ ਲੈਂਦਾ ਹੈ ਤਾਂ ਲੋਨ ਪੂਰਾ ਕਰਦੇ ਲਗਭਗ 6 ਲੱਖ ਰੁਪਏ ਦੀ ਉਸ ਨੂੰ ਛੋਟ ਮਿਲ ਜਾਂਦੀ ਹੈ। ਸਿਰਫ ਇੰਨਾ ਹੀ ਨਹੀਂ, ਪਿਛਲੇ ਦਿਨੀ ਧਿਆਨ ਵਿੱਚ ਆਇਆ ਕਿ ਬਹੁਤ ਗਰੀਬ ਮੱਧ ਵਰਗੀ ਪਰਿਵਾਰਾਂ ਨੇ ਪੈਸੇ ਲਗਾਏ ਹੋਏ ਨੇ, ਲੇਕਿਨ ਯੋਜਨਾਵਾਂ ਪੂਰੀਆਂ ਨਾ ਹੋਣ ਕਰਕੇ ਉਹਨਾਂ ਦਾ ਘਰ ਨਹੀਂ ਮਿਲ ਰਿਹਾ, ਕਿਰਾਇਆ ਭਰਨਾ ਪੈ ਰਿਹਾ ਹੈ। ਭਾਰਤ ਸਰਕਾਰ ਨੇ 25,000 ਕਰੋੜ ਰੁਪਏ ਦਾ ਵਿਸ਼ੇਸ਼ ਫੰਡ ਬਣਾ ਕੇ ਇਹ ਜੋ ਅੱਧੇ ਅਧੂਰੇ ਘਰ ਨੇ, ਉਹਨਾਂ ਨੂੰ ਪੂਰਾ ਕਰਕੇ ਮੱਧ ਵਰਗੀ ਪਰਿਵਾਰਾਂ ਨੂੰ ਘਰ ਮਿਲ ਜਾਵੇ, ਉਸ ਦੇ ਲਈ ਅਸੀਂ ਕਦਮ ਚੁੱਕੇ ਨੇ। GST ਵਿੱਚ ਵੀ ਬਹੁਤ ਤੇਜ਼ੀ ਨਾਲ ਟੈਕਸਿਜ਼ਮ ਘਟਿਆ ਹੈ, ਇਨਕਮ ਟੈਕਸ ਘਟਿਆ ਹੈ। ਅੱਜ ਮਿਨੀਮਮ ਇਸ ਤਰ੍ਹਾਂ ਦੇ ਪ੍ਰਬੰਧਾਂ ਦੇ ਨਾਲ ਅਸੀਂ ਦੇਸ਼ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਕੋਆਪਰੇਟਿਵ ਬੈਂਕਾਂ ਨੂੰ RBI ਨਾਲ ਜੋੜਨਾ, ਇਹ ਆਪਣੇ ਆਪ ਵਿੱਚ ਮੱਧ ਵਰਗੀ ਪਰਿਵਾਰਾਂ ਦੇ ਪੈਸਿਆਂ ਨੂੰ ਸੁਰੱਖਿਅਤ ਰੱਖਣ ਦੀ ਗਰੰਟੀ ਇਸ ਨਾਲ ਜੁੜੀ ਹੋਈ ਹੈ। MSME ਸੈਕਟਰ ਵਿੱਚ ਜੋ ਰਿਫਾਰਮਸ ਹੋਏ ਨੇ, ਐਗਰੀਕਲਚਰ ਸੈਕਟਰ ਵਿੱਚ ਜੋ ਰਿਫਾਰਮਸ ਹੋਏ ਨੇ, ਇਸ ਦਾ ਸਿੱਧਾ ਲਾਭ ਸਾਡੇ ਮੱਧ ਵਰਗੀ ਮਿਹਨਤਕਸ਼ ਪਰਿਵਾਰਾਂ ਨੂੰ ਜਾਣ ਵਾਲਾ ਹੈ। ਅਤੇ ਉਸ ਦੇ ਕਾਰਨ ਹਜ਼ਾਰਾਂ ਕਰੋੜ ਰੁਪਏ ਦਾ ਸਪੈਸ਼ਲ ਫੰਡ ਅੱਜ ਜੋ ਸਾਡੇ ਵਪਾਰੀ ਭਰਾਵਾਂ ਨੂੰ, ਸਾਡੇ ਲਘੂ ਉਦਯੋਗਪਤੀਆਂ ਨੂੰ ਅਸੀਂ ਦੇ ਰਹੇ ਹਾਂ, ਉਹਨਾਂ ਨੂੰ ਇਸ ਦਾ ਲਾਭ ਮਿਲਣ ਵਾਲਾ ਹੈ। ਸਧਾਰਨ ਭਾਰਤੀ ਦੀ ਸ਼ਕਤੀ, ਉਸ ਦੀ ਊਰਜਾ ਆਤਮ ਨਿਰਭਰ ਭਾਰਤ ਅਭਿਆਨ ਦਾ ਇੱਕ
ਬਹੁਤ ਵੱਡਾ ਆਧਾਰ ਹੈ। ਇਸ ਤਾਕਤ ਨੂੰ ਬਣਾਈ ਰੱਖਣ ਲਈ ਹਰ ਪੱਧਰ ਤੇ ਨਿਰੰਤਰ ਕੰਮ ਜਾਰੀ ਹੈ। ਮੇਰੇ ਪਿਆਰੇ ਦੇਸ਼ਵਾਸੀਓ, ਆਮ ਨਿਰਭਰ ਭਾਰਤ ਦੇ ਨਿਰਮਾਣ ਵਿੱਚ, ਆਧੁਨਿਕ ਭਾਰਤ ਦੇ ਨਿਰਮਾਣ ਵਿੱਚ, ਨਵੇਂ ਭਾਰਤ ਦੇ ਨਿਰਮਾਣ ਵਿੱਚ, ਖੁਸ਼ਹਾਲ ਭਾਰਤ ਦੇ ਨਿਰਮਾਣ ਵਿੱਚ ਦੇਸ਼ ਦੀ ਸਿੱਖਿਆ ਦਾ ਬਹੁਤ ਵੱਡਾ ਮਹੱਤਵ ਹੈ। ਇਸੇ ਸੋਚ ਦੇ ਨਾਲ ਦੇਸ਼ ਨੂੰ 3 ਦਹਾਕਿਆਂ ਬਾਅਦ ਨਵੀਂ ਕੌਮੀ ਸਿੱਖਿਆ ਨੀਤੀ ਦੇਣ ਵਿੱਚ ਅਸੀਂ ਅੱਜ ਸਫਲ ਹੋਏ ਹਾਂ ਅਤੇ ਹਿੰਦੁਸਤਾਨ ਦੇ ਹਰ ਕੋਨੇ ਵਿੱਚ ਇਸ ਦੇ ਸਵਾਗਤ ਦੀਆਂ ਖਬਰਾਂ ਇੱਕ ਨਵੀਂ ਊਰਜਾ, ਨਵਾਂ ਭਰੋਸਾ ਦੇ ਰਹੀਆਂ ਹਨ। ਇਹ ਕੌਮੀ ਸਿੱਖਿਆ ਨੀਤੀ ਸਾਡੇ ਵਿਦਿਆਰਥੀਆਂ ਨੂੰ ਜੜ੍ਹਾਂ ਨਾਲ ਜੋੜੇਗੀ, ਲੇਕਿਨ ਨਾਲੋਂ ਨਾਲ ਉਸ ਨੂੰ ਇੱਕ ਗਲੋਬਲ ਸਿਟੀਜ਼ਨ ਬਣਾਉਣ ਦੀ ਵੀ ਪੂਰੀ ਸਮਰੱਥਾ ਦੇਵੇਗੀ। ਉਹ ਜੜ੍ਹਾਂ ਨਾਲ ਜੁੜਿਆ ਹੋਵੇਗਾ, ਲੇਕਿਨ ਉਸ ਦਾ ਸਿਰ ਅਸਮਾਨ ਦੀਆਂ ਉਚਾਈਆਂ ਨੂੰ ਛੂੰਹਦਾ ਹੋਵੇਗਾ। ਅੱਜ ਤੁਸੀਂ ਦੇਖਿਆ ਹੋਵੇਗਾ, ਕੌਮੀ ਸਿੱਖਿਆ ਨੀਤੀ ਵਿੱਚ ਇੱਕ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ ਨੈਸ਼ਨਲ ਰਿਸਰਚ ਫਾਊਂਡੇਸ਼ਨ ਦਾ, ਕਿਉਂਕਿ ਦੇਸ਼ ਨੂੰ ਤਰੱਕੀ ਕਰਨ ਲਈ ਇਨੋਵੇਸ਼ਨ ਬਹੁਤ ਜ਼ਰੂਰੀ ਹੁੰਦਾ ਹੈ। ਇਨੋਵੇਸ਼ਨ ਨੂੰ ਜਿੰਨਾ ਬਲ ਮਿਲੇਗਾ, ਰਿਸਰਚ ਨੂੰ ਜਿੰਨਾ ਬਲ ਮਿਲੇਗਾ, ਉਨਾ ਹੀ ਦੇਸ਼ ਨੂੰ ਅੱਗੇ ਲਿਜਾਣ ਅਤੇ ਕੰਪੀਟੀਟਿਵ ਵਰਲਡ ਵਿੱਚ ਅੱਗੇ ਵਧਣ ਵਿੱਚ ਬਹੁਤ ਤਾਕਤ ਮਿਲੇਗੀ। ਤੁਸੀਂ ਸੋਚਿਆ ਹੋਵੇਗਾ ਕਿ ਕਦੇ ਇੰਨੀ ਤੇਜ਼ੀ ਨਾਲ ਪਿੰਡਾਂ ਵਿੱਚ ਆਨਲਾਈਨ ਕਲਾਸਿਸ ਦਾ ਅਜਿਹਾ ਮਾਹੌਲ ਬਣ ਜਾਵੇਗਾ। ਕਦੇ ਸੰਕਟ ਵਿੱਚ ਵੀ ਕੁਝ ਅਜਿਹੀਆਂ ਚੀਜ਼ਾਂ ਉੱਭਰ ਕੇ ਆ ਜਾਂਦੀਆਂ ਨੇ, ਨਵੀਂ ਤਾਕਤ ਦੇ ਜਾਂਦੀਆਂ ਨੇ। ਅਤੇ ਇਸ ਲਈ ਤੁਸੀਂ ਵੇਖਿਆ ਹੋਵੇਗਾ, ਕੋਰੋਨਾ ਕਾਲ ਵਿੱਚ ਆਨਲਾਈਨ ਕਲਾਸਿਸ ਇੱਕ ਤਰ੍ਹਾਂ ਨਾਲ ਕਲਚਰ ਬਣ ਗਿਆ ਹੈ। ਤੁਸੀਂ ਦੇਖੋ, ਆਨਲਾਈਨ ਡਿਜੀਟਲ ਟ੍ਰਾਂਜੈਕਸ਼ਨ ਉਹ ਵੀ ਕਿਵੇਂ ਵੱਧ ਰਹੇ ਨੇ। ਭੀਮ UPI ਬੀਤੇ 1 ਮਹੀਨੇ ਵਿੱਚ, ਯਾਨੀ ਕਿਸੇ ਨੂੰ ਵੀ ਮਾਣ ਹੋਵੇਗਾ ਕਿ ਭਾਰਤ ਵਰਗੇ ਦੇਸ਼ ਵਿੱਚ UPI ਭੀਮ ਰਾਹੀਂ ਬੀਤੇ 1 ਮਹੀਨੇ ਵਿੱਚ 3 ਲੱਖ ਕਰੋੜ ਰੁਪਏ ਦਾ ਟ੍ਰਾਂਜੈਕਸ਼ਨ ਹੋਇਆ ਹੈ। ਅੱਜ ਆਪਣੇ ਆਪ ਵਿੱਚ ਅਸੀਂ ਕਿਸ ਤਰ੍ਹਾਂ ਨਾਲ ਬਦਲੀਆਂ ਹੋਈਆਂ ਸਥਿਤੀਆਂ ਨੂੰ ਸਵੀਕਾਰ ਕਰਨ ਲੱਗੇ ਹਾਂ, ਇਹ ਇਸ ਦਾ ਨਮੂਨਾ ਹੈ। ਤੁਸੀਂ ਦੇਖਦੇ ਹੋ, 2014 ਤੋਂ ਪਹਿਲਾਂ ਸਾਡੇ ਦੇਸ਼ ਵਿੱਚ 5 ਦਰਜਨ ਪੰਚਾਇਤਾਂ ਕੋਲ ਆਪਟੀਕਲ ਫਾਈਬਰ ਸੀ। ਪਿਛਲੇ 5 ਸਾਲਾਂ ਵਿੱਚ 1.5 ਲੱਖ ਗ੍ਰਾਮ ਪੰਚਾਇਤਾਂ ਤੱਕ ਆਪਟੀਕਲ ਫਾਈਬਰ ਨੈਟਵਰਕ ਪਹੁੰਚ ਗਿਆ ਹੈ, ਜੋ ਅੱਜ ਇੰਨੀ ਮਦਦ ਕਰ ਰਿਹਾ ਹੈ। ਸਾਰੀਆਂ ਪੰਚਾਇਤਾਂ ਤੱਕ ਪਹੁੰਚਾਉਣ ਦੇ ਟੀਚੇ ਨਾਲ ਅਸੀਂ ਕੰਮ ਸ਼ੁਰੂ ਕੀਤਾ ਸੀ। ਜੋ 1 ਲੱਖ ਪੰਚਾਇਤਾਂ ਬਾਕੀ ਨੇ, ਉੱਥੇ ਵੀ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਲੇਕਿਨ ਬਦਲੀਆਂ ਹੋਈਆਂ ਪਰਿਸਥਿਤੀਆਂ ਵਿੱਚ ਪਿੰਡਾਂ ਦੀ ਵੀ ਡਿਜੀਟਲ ਇੰਡੀਆ ਵਿੱਚ ਭਾਗੀਦਾਰੀ ਜ਼ਰੂਰੀ ਹੋ ਗਈ ਹੈ। ਪਿੰਡਾਂ ਦੇ ਲੋਕਾਂ ਨੂੰ ਵੀ ਇਸ ਤਰ੍ਹਾਂ ਦੀਆਂ ਆਨਲਾਈਨ ਸਹੂਲਤਾਂ ਦੀ ਜ਼ਰੂਰਤ ਵੱਧ ਗਈ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਪਹਿਲਾਂ ਜੋ ਅਸੀਂ ਪ੍ਰੋਗਰਾਮ ਬਣਾਇਆ ਸੀ ਕਿ ਹਰ ਪੰਚਾਇਤ ਤੱਕ ਪਹਿਲਾਂ ਪਹੁੰਚਾਂਗੇ, ਲੇਕਿਨ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਹੁਣ ਅਸੀਂ ਤੈਅ ਕੀਤਾ ਹੈ ਕਿ ਸਾਰੇ 6 ਲੱਖ ਤੋਂ ਵੱਧ ਜੋ ਸਾਡੇ ਪਿੰਡ ਨੇ, ਉਹਨਾਂ ਸਭ ਪਿੰਡਾਂ ਵਿੱਚ ਆਪਟੀਕਲ ਫਾਈਬਰ ਨੈਟਵਰਕ ਪਹੁੰਚਾਇਆ ਜਾਏਗਾ। ਜ਼ਰੂਰਤ ਬਦਲੀ ਹੈ ਤਾਂ ਅਸੀਂ ਪ੍ਰਾਇਓਰਿਟੀ ਵੀ ਬਦਲੀ ਹੈ। 6 ਲੱਖ ਤੋਂ ਵੱਧ ਪਿੰਡਾਂ ਵਿੱਚ ਹਜ਼ਾਰਾਂ ਲੱਖਾਂ ਕਿਲੋਮੀਟਰ ਆਪਟੀਕਲ ਫਾਈਬਰ ਦਾ ਕੰਮ ਚਲਾਇਆ ਜਾਵੇਗਾ ਅਤੇ ਅਸੀਂ ਤੈਅ ਕੀਤਾ ਹੈ 1000 ਦਿਨ ਵਿੱਚ 1000 ਦਿਨ ਦੇ ਅੰਦਰ ਦੇਸ਼ ਦੇ 6 ਲੱਖ ਤੋਂ ਵੱਧ ਪਿੰਡਾਂ ਵਿੱਚ ਆਪਟੀਕਲ ਫਾਈਬਰ ਨੈਟਵਰਕ ਪੂਰਾ ਕਰ ਦਿੱਤਾ ਜਾਵੇਗਾ। ਬਦਲਦੀ ਹੋਈ ਟੈਕਨੋਲੋਜੀ ਵਿੱਚ ਸਾਈਬਰ ਸਪੇਸ ਤੇ ਸਾਡੀ ਨਿਰਭਰਤਾ ਵੱਧਦੀ ਹੀ ਜਾਣ ਵਾਲੀ ਹੈ, ਲੇਕਿਨ ਸਾਈਬਰ ਸਪੇਸ ਵਿੱਚ ਖਤਰੇ ਵੀ ਜੁੜੇ ਹੋਏ ਨੇ। ਭਲੀਭਾਂਤ ਦੁਨੀਆ ਹੁਣ ਇਸ ਤੋਂ ਜਾਣੂ ਹੈ ਅਤੇ ਇਸ ਨਾਲ ਦੇਸ਼ ਦੇ ਸਮਾਜਿਕ ਤਾਣੇ ਬਾਣੇ, ਸਾਡੀ ਅਰਥ ਵਿਵਸਥਾ ਅਤੇ ਦੇਸ਼ ਦੇ ਵਿਕਾਸ ਤੇ ਵੀ ਖਤਰੇ ਪੈਦਾ ਕਰਨ ਦਾ ਇਹ ਸੌਖਾ ਰਾਹ ਬਣ ਸਕਦਾ ਹੈ ਅਤੇ ਇਸੇ ਲਈ ਭਾਰਤ ਇਸ ਵਿੱਚ ਬਹੁਤ ਸੁਚੇਤ ਹੈ। ਭਾਰਤ ਬਹੁਤ ਚੌਕਸ ਹੈ
ਅਤੇ ਇਹਨਾਂ ਖਤਰਿਆਂ ਦਾ ਸਾਹਮਣਾ ਕਰਨ ਦੇ ਲਈ ਫੈਸਲੇ ਲੈ ਰਿਹਾ ਹੈ। ਇੰਨਾ ਹੀ ਨਹੀਂ, ਨਵੇਂ ਪ੍ਰਬੰਧ ਵੀ ਲਗਾਤਾਰ ਵਿਕਸਿਤ ਕੀਤੇ ਜਾ ਰਹੇ ਨੇ। ਬਹੁਤ ਹੀ ਘੱਟ ਸਮੇਂ ਵਿੱਚ ਨਵੀਂ ਸਾਈਬਰ ਸੁਰੱਖਿਆ ਨੀਤੀ, ਇਸ ਦਾ ਪੂਰਾ ਖਰੜਾ ਦੇਸ਼ ਦੇ ਸਾਹਮਣੇ ਆਵੇਗਾ। ਆਉਣ ਵਾਲੇ ਸਮੇਂ ਵਿੱਚ ਸਭ ਇਕਾਈਆਂ ਨੂੰ ਜੋੜ ਕੇ ਸਾਈਬਰ ਸਿਕਿਉਰਿਟੀ ਦੇ ਅੰਦਰ ਸਭ ਨੂੰ ਇਕੱਠਿਆਂ ਚੱਲਣਾ ਪਵੇਗਾ। ਉਸ ਦੇ ਲਈ ਅੱਗੇ ਵਧਣ ਦੀ ਰਣਨੀਤੀ ਬਣਾਈ ਗਈ ਹੈ। ਮੇਰੇ ਪਿਆਰੇ ਦੇਸ਼ਵਾਸੀਓ, ਭਾਰਤ ਵਿੱਚ ਮਹਿਲਾ ਸ਼ਕਤੀ ਨੂੰ ਜਦੋਂ ਵੀ ਮੌਕੇ ਮਿਲੇ ਉਹਨਾਂ ਨੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ, ਦੇਸ਼ ਨੂੰ ਮਜ਼ਬੂਤੀ ਦਿੱਤੀ ਹੈ। ਮਹਿਲਾਵਾਂ ਨੂੰ ਸਵੈ ਰੋਜ਼ਗਾਰ ਹੋਵੇ, ਰੋਜ਼ਗਾਰ ਦੇ ਬਰਾਬਰ ਮੌਕੇ ਦੇਣ ਲਈ ਅੱਜ ਦੇਸ਼ ਵਚਨਬੱਧ ਹੈ। ਅੱਜ ਭਾਰਤ ਵਿੱਚ ਮਹਿਲਾਵਾਂ ਅੰਡਰਗਰਾਉਂਡ ਕੋਲੇ ਦੀਆਂ ਖਾਣਾਂ ਵਿੱਚ ਕੰਮ ਕਰ ਰਹੀਆਂ ਹਨ, ਤਾਂ ਅੱਜ ਮੇਰੇ ਦੇਸ਼ ਦੀਆਂ ਬੇਟੀਆਂ ਫਾਈਟਰ ਪਲੇਨ ਵੀ ਉਡਾ ਕੇ ਅਸਮਾਨ ਦੀਆਂ ਬੁਲੰਦੀਆਂ ਨੂੰ ਛੂ ਰਹੀਆਂ ਨੇ। ਅੱਜ ਭਾਰਤ ਦੁਨੀਆ ਦੇ ਉਹਨਾਂ ਦੇਸ਼ਾਂ ਵਿੱਚੋਂ ਹੈ ਜਿੱਥੇ ਜਲ ਸੈਨਾ ਤੇ ਹਵਾਈ ਸੈਨਾ ਨੇ ਮਹਿਲਾਵਾਂ ਨੂੰ ਕੰਬੈਟ ਰੋਲ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਗਰਭਵਤੀ ਮਹਿਲਾਵਾਂ ਨੂੰ ਸੈਲਰੀ ਦੇ ਨਾਲ 6 ਮਹੀਨੇ ਦੀ ਛੁੱਟੀ ਦੇਣ ਦੀ ਗੱਲ ਹੋਵੇ। ਸਾਡੇ ਦੇਸ਼ ਦੀਆਂ ਮਹਿਲਾਵਾਂ ਜੋ 3 ਤਲਾਕ ਕਾਰਨ ਪੀੜਤ ਰਹਿੰਦੀਆਂ ਸਨ, ਅਜਿਹੀਆਂ ਸਾਡੀਆਂ ਮੁਸਲਿਮ ਭੈਣਾਂ ਨੂੰ ਮੁਕਤੀ ਦਿਵਾਉਣ, ਆਜ਼ਾਦੀ ਦਿਵਾਉਣ ਦਾ ਕੰਮ ਹੋਵੇ। ਮਹਿਲਾਵਾਂ ਦੇ ਆਰਥਿਕ ਸਸ਼ਕਤੀਕਰਨ ਦੀ ਗੱਲ ਹੋਵੇ। 40 ਕਰੋੜ ਜੋ ਜਨਧਨ ਖਾਤੇ ਖੋਲ੍ਹੇ ਗਏ ਨੇ, ਉਹਨਾਂ ਵਿੱਚੋਂ 22 ਕਰੋੜ ਖਾਤੇ ਸਾਡੀਆਂ ਭੈਣਾਂ ਦੇ ਨੇ। ਕਰੋਨਾ ਕਾਲ ਵਿੱਚ ਕਰੀਬ 30,000 ਕਰੋੜ ਰੁਪਏ ਇਹਨਾਂ ਭੈਣਾਂ ਦੇ ਖਾਤਿਆਂ ਵਿੱਚ ਜਮ੍ਹਾਂ ਕਰ ਦਿੱਤੇ ਗਏ ਨੇ। ਮੁਦਰਾ ਲੋਨ 25 ਕਰੋੜ ਦੇ ਕਰੀਬ ਮੁਦਰਾ ਲੋਨ ਦਿੱਤੇ ਗਏ ਨੇ, ਜਿਨ੍ਹਾਂ ਵਿੱਚੋਂ 70% ਮੁਦਰਾ ਲੋਨ ਲੈਣ ਵਾਲੀਆਂ ਸਾਡੀਆਂ ਮਾਤਾਵਾਂ ਭੈਣਾਂ ਹਨ। ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਜੋ ਖੁਦ ਦਾ ਘਰ ਮਿਲ ਰਿਹਾ ਹੈ, ਉਹਨਾਂ ਵਿੱਚੋਂ ਜ਼ਿਆਦਾਤਰ ਰਜਿਸਟਰੀ ਵੀ ਮਹਿਲਾਵਾਂ ਦੇ ਨਾਮ ਤੇ ਹੋ ਰਹੀ ਹੈ। ਮੇਰੇ ਪਿਆਰੇ ਦੇਸ਼ਵਾਸੀਓ, ਗਰੀਬ ਭੈਣਾਂ ਬੇਟੀਆਂ ਦੀ ਸਿਹਤ ਦੀ ਵੀ ਚਿੰਤਾ ਸਰਕਾਰ ਲਗਾਤਾਰ ਕਰ ਰਹੀ ਹੈ। ਅਸੀਂ ਜਨ ਔਸ਼ਧੀ ਕੇਂਦਰ ਵਿੱਚ 1 ਰੁਪਏ ਵਿੱਚ ਸੈਨੇਟਰੀ ਪੈਡ ਪਹੁੰਚਾਉਣ ਲਈ ਬਹੁਤ ਵੱਡਾ ਕੰਮ ਕੀਤਾ ਹੈ। 6000 ਜਨ ਔਸ਼ਧੀ ਕੇਂਦਰਾਂ ਵਿੱਚ ਪਿਛਲੇ ਕੁਝ ਥੋੜ੍ਹੇ ਜਿਹੇ ਸਮੇਂ ਵਿੱਚ ਕਰੀਬ 5 ਕਰੋੜ ਤੋਂ ਜ਼ਿਆਦਾ ਸੈਨੇਟਰੀ ਪੈਡ ਸਾਡੀਆਂ ਇਹਨਾਂ ਗਰੀਬ ਮਹਿਲਾਵਾਂ ਤੱਕ ਪਹੁੰਚ ਚੁੱਕੇ ਨੇ। ਬੇਟੀਆਂ ਵਿੱਚੋਂ ਕੁਪੋਸ਼ਣ ਖਤਮ ਹੋਵੇ, ਉਹਨਾਂ ਦੇ ਵਿਆਹ ਦੀ ਸਹੀ ਉਮਰ ਕੀ ਹੋਵੇ, ਇਸ ਦੇ ਲਈ ਅਸੀਂ ਕਮੇਟੀਆਂ ਦੀ ਰਚਨਾ ਕੀਤੀ ਹੈ। ਉਸ ਦੀ ਰਿਪੋਰਟ ਆਉਂਦੇ ਹੀ ਬੇਟੀਆਂ ਦੇ ਵਿਆਹ ਦੀ ਉਮਰ ਦੇ ਬਾਰੇ ਵਿੱਚ ਉਚਿਤ ਫੈਸਲੇ ਲਏ ਜਾਣਗੇ। ਮੇਰੇ ਪਿਆਰੇ ਦੇਸ਼ਵਾਸੀਓ, ਇਸ ਕੋਰੋਨਾ ਦੇ ਸੰਕਟ ਵਿੱਚ, ਕਾਲਖੰਡ ਵਿੱਚ ਖੇਡ ਸੈਕਟਰ ਵੱਲ ਧਿਆਨ ਜਾਣਾ ਬਹੁਤ ਸੁਭਾਵਿਕ ਹੈ ਅਤੇ ਇਸ ਲਈ ਆਤਮ ਨਿਰਭਰ ਦੀ ਸਭ ਤੋਂ ਵੱਡੀ ਸਿੱਖਿਆ ਸਾਨੂੰ ਹੈਲਥ ਸੈਕਟਰ ਨੇ ਸੰਕਟ ਦੇ ਸਮੇਂ ਸਿਖਾ ਦਿੱਤੀ ਹੈ ਅਤੇ ਉਸ ਟੀਚੇ ਨੂੰ ਪ੍ਰਾਪਤ ਕਰਨ ਲਈ ਅਸੀਂ ਅੱਗੇ ਵੀ ਵਧਣਾ ਹੈ। ਤੁਸੀਂ ਦੇਖੋ, ਕਰੋਨਾ ਦੇ ਸਮੇਂ, ਉਸ ਤੋਂ ਪਹਿਲਾਂ ਸਾਡੇ ਦੇਸ਼ ਵਿੱਚ ਸਿਰਫ 1 ਲੈਬ ਸੀ ਟੈਸਟਿੰਗ ਲਈ। ਅੱਜ 1400 ਲੈਬਸ ਦਾ ਨੈਟਵਰਕ ਹੈ, ਹਿੰਦੁਸਤਾਨ ਦੇ ਹਰ ਕੋਨੇ ਵਿੱਚ ਫੈਲਿਆ ਹੋਇਆ ਹੈ। ਜਦ ਕਰੋਨਾ ਦਾ ਸੰਕਟ ਆਇਆ ਤਾਂ ਇੱਕ ਦਿਨ ਵਿੱਚ ਸਿਰਫ 300 ਟੈਸਟ ਹੋ ਪਾਉਂਦੇ ਸਨ। ਇੰਨੇ ਘੱਟ ਸਮੇਂ ਵਿੱਚ ਸਾਡੇ ਲੋਕਾਂ ਨੇ ਉਹ ਸ਼ਕਤੀ ਦਿਖਾ ਦਿੱਤੀ ਹੈ ਕਿ ਅੱਜ ਹਰ ਦਿਨ 7 ਲੱਖ ਤੋਂ ਜ਼ਿਆਦਾ ਟੈਸਟ ਅਸੀਂ ਕਰ ਸਕੇ। ਕਿੱਥੇ 300 ਤੋਂ ਸ਼ੁਰੂ ਕੀਤਾ ਸੀ ਤੇ ਕਿੱਥੇ ਅਸੀਂ 7 ਲੱਖ ਤੱਕ ਪਹੁੰਚ ਗਏ। ਦੇਸ਼ ਵਿੱਚ ਨਵੇਂ ਏਮਜ਼, ਨਵੇਂ ਮੈਡੀਕਲ ਕਾਲਜਿਸ ਦਾ ਨਿਰਮਾਣ, ਆਧੁਨਿਕੀਕਰਨ ਦੀ ਦਿਸ਼ਾ ਵਿੱਚ ਨਿਰੰਤਰ ਕੋਸ਼ਿਸ਼ਾਂ ਅਸੀਂ ਕਰ ਰਹੇ ਹਾਂ। 5 ਸਾਲਾਂ ਵਿੱਚ MBBS MD ਵਿੱਚ 45,000 ਤੋਂ ਜ਼ਿਆਦਾ ਸਟੂਡੈਂਟਸ ਦੇ ਲਈ ਸੀਟਾਂ ਵਿੱਚ ਵਾਧਾ ਕੀਤਾ ਗਿਆ ਹੈ। ਪਿੰਡਾਂ ਵਿੱਚ 1.5 ਲੱਖ ਤੋਂ ਵੱਧ ਵੈਲਨੈਸ ਸੈਂਟਰ ਅਤੇ ਉਹਨਾਂ ਵਿੱਚੋਂ ਲਗਭਗ 1/3 ਤਾਂ ਆਲਰੇਡੀ ਕਾਰਜਸ਼ੀਲ ਹੋ ਗਏ ਨੇ, ਜਿਨ੍ਹਾਂ ਨੇ ਇਸ ਕੋਰੋਨਾ ਵਿੱਚ ਬਹੁਤ ਵੱਡੀ ਮਦਦ ਕੀਤੀ ਹੈ। ਕੋਰੋਨਾ ਦੇ ਸਮੇਂ ਵਿੱਚ ਵੈਲਨੈਸ ਸੈਂਟਰ ਦੀ ਭੂਮਿਕਾ ਨੇ ਪਿੰਡਾਂ ਦੀ ਬਹੁਤ ਵੱਡੀ ਮਦਦ ਕੀਤੀ ਹੈ। ਹੈਲਥ ਸੈਕਟਰ ਵਿੱਚ ਅੱਜ ਤੋਂ ਬਹੁਤ ਵੱਡਾ ਅਭਿਆਨ ਸ਼ੁਰੂ ਹੋਣ ਜਾ ਰਿਹਾ ਹੈ।
ਅਤੇ ਇਸ ਵਿੱਚ ਟੈਕਨੋਲੋਜੀ ਦਾ ਬਹੁਤ ਵੱਡਾ ਰੋਲ ਰਹੇਗਾ। ਅੱਜ ਤੋਂ ਨੈਸ਼ਨਲ ਡਿਜੀਟਲ ਹੈਲਥ ਮਿਸ਼ਨ ਉਸ ਦੀ ਵੀ ਸ਼ੁਰੂਆਤ ਕੀਤੀ ਜਾ ਰਹੀ ਹੈ। ਭਾਰਤ ਦੇ ਹੈਲਥ ਸੈਕਟਰ ਵਿੱਚ ਇਹ ਇੱਕ ਨਵੀਂ ਕ੍ਰਾਂਤੀ ਲੈ ਕੇ ਆਵੇਗਾ। ਇਲਾਜ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਘੱਟ ਕਰਨ ਲਈ ਟੈਕਨੋਲੋਜੀ ਦਾ ਬਹੁਤ ਸੋਚਿਆ ਸਮਝਿਆ ਉਪਯੋਗ ਹੋਵੇਗਾ। ਹਰੇਕ ਭਾਰਤੀ ਨੂੰ ਹੈਲਥ ਆਈਡੀ ਦਿੱਤੀ ਜਾਵੇਗੀ। ਇਹ ਹੈਲਥ ਆਈਡੀ ਹਰੇਕ ਭਾਰਤੀ ਦੇ ਸਿਹਤ ਖਾਤੇ ਦੀ ਤਰ੍ਹਾਂ ਕੰਮ ਕਰੇਗੀ। ਤੁਹਾਡੇ ਹਰ ਟੈਸਟ, ਹਰ ਬਿਮਾਰੀ, ਤੁਸੀਂ ਕਿਸ ਡਾਕਟਰ ਕੋਲੋਂ ਕਿਹੜੀ ਦਵਾਈ ਲਈ ਸੀ, ਉਹਨਾਂ ਦਾ ਕੀ ਡਾਇਗਨੋਸਿਸ ਸੀ, ਕਦੋਂ ਦਿੱਤੀ ਸੀ, ਤੁਹਾਡੀ ਰਿਪੋਰਟ ਕੀ ਸੀ, ਇਹ ਸਾਰੀ ਜਾਣਕਾਰੀ ਇਸ ਇੱਕ ਹੈਲਥ ਆਈਡੀ ਵਿੱਚ ਸ਼ਾਮਲ ਕੀਤੀ ਜਾਵੇਗੀ। ਡਾਕਟਰਾਂ ਤੋਂ ਅਪਾਇੰਟਮੈਂਟ ਹੋਵੇ, ਪੈਸਾ ਜਮ੍ਹਾਂ ਕਰਨਾ ਹੋਵੇ, ਹਸਪਤਾਲ ਵਿੱਚ ਪਰਚੀ ਬਣਵਾਉਣ ਦੀ ਭੱਜ-ਦੌੜ ਹੋਵੇ, ਇਹ तमाम ਦਿੱਕਤਾਂ ਨੈਸ਼ਨਲ ਡਿਜੀਟਲ ਹੈਲਥ ਮਿਸ਼ਨ ਦੇ ਮਾਧਿਅਮ ਨਾਲ ਅਨੇਕ ਮੁਸੀਬਤਾਂ ਤੋਂ ਮੁਕਤੀ ਮਿਲੇਗੀ ਅਤੇ ਉੱਤਮ ਸਿਹਤ ਲਈ ਸਾਡਾ ਕੋਈ ਵੀ ਨਾਗਰਿਕ ਠੀਕ ਫੈਸਲੇ ਕਰ ਪਾਵੇਗਾ। ਇਹ ਵਿਵਸਥਾ ਹੋਣ ਵਾਲੀ ਹੈ। ਮੇਰੇ ਪਿਆਰੇ ਦੇਸ਼ ਵਾਸੀਓ, ਜਦੋਂ ਵੀ ਕੋਰੋਨਾ ਦੀ ਗੱਲ ਆਉਂਦੀ ਹੈ ਤਾਂ ਇੱਕ ਗੱਲ ਸੁਭਾਵਿਕ ਹੈ। ਹਰ ਕਿਸੇ ਦੇ ਮਨ ਵਿੱਚ ਸਵਾਲ ਹੈ, ਕੋਰੋਨਾ ਦੀ ਵੈਕਸੀਨ ਕਦੋਂ ਤਿਆਰ ਹੋਵੇਗੀ? ਇਹ ਸਵਾਲ ਹਰ ਇੱਕ ਦੇ ਮਨ ਵਿੱਚ ਹੈ, ਪੂਰੀ ਦੁਨੀਆ ਵਿੱਚ ਹੈ। ਮੈਂ ਅੱਜ ਦੇਸ਼ ਵਾਸੀਆਂ ਨੂੰ ਕਹਿਣਾ ਚਾਹਾਂਗਾ ਕਿ ਸਾਡੇ ਦੇਸ਼ ਦੇ ਵਿਗਿਆਨੀ, ਸਾਡੇ ਵਿਗਿਆਨੀਆਂ ਦੀ ਪ੍ਰਤਿਭਾ ਇੱਕ ਰਿਸ਼ੀ ਮੁਨੀ ਦੀ ਤਰ੍ਹਾਂ ਹੈ। ਉਹ ਲੈਬੋਰਟਰੀ ਵਿੱਚ ਜੀ ਜਾਨ ਨਾਲ ਜੁਟੇ ਹੋਏ ਨੇ, ਅਖੰਡ ਇੱਕ ਨਿਸ਼ਠ ਤਪੱਸਿਆ ਕਰ ਰਹੇ ਨੇ, ਬੜੀ ਸਖਤ ਮਿਹਨਤ ਕਰ ਰਹੇ ਨੇ ਅਤੇ ਭਾਰਤ ਵਿੱਚ ਇੱਕ ਨਹੀਂ, ਦੋ ਨਹੀਂ, ਤਿੰਨ ਵੈਕਸੀਨ ਉਸ ਦੇ ਟੈਸਟਿੰਗ ਦੇ ਵੱਖ-ਵੱਖ ਪੜਾਵਾਂ ਵਿੱਚ ਹਨ। ਵਿਗਿਆਨੀਆਂ ਤੋਂ ਜਦੋਂ ਹਰੀ ਝੰਡੀ ਮਿਲ ਜਾਵੇਗੀ, ਵੱਡੇ ਪੈਮਾਨੇ ਉੱਤੇ ਪ੍ਰੋਡਕਸ਼ਨ ਹੋਵੇਗਾ ਅਤੇ ਉਸ ਦੀਆਂ ਤਿਆਰੀਆਂ ਵੀ ਪੂਰੀ ਤਰ੍ਹਾਂ ਰੈਡੀ ਹਨ ਅਤੇ ਤੇਜ਼ੀ ਨਾਲ ਪ੍ਰੋਡਕਸ਼ਨ ਦੇ ਨਾਲ ਵੈਕਸੀਨ ਹਰ ਭਾਰਤੀ ਤੱਕ ਘੱਟ ਤੋਂ ਘੱਟ ਸਮੇਂ ਵਿੱਚ ਕਿਵੇਂ ਪੁੱਜੇ, ਉਸ ਦਾ ਖਾਕਾ ਵੀ ਤਿਆਰ ਹੈ, ਉਸ ਦੀ ਰੂਪ ਰੇਖਾ ਵੀ ਤਿਆਰ ਹੈ। ਮੇਰੇ ਪਿਆਰੇ ਦੇਸ਼ ਵਾਸੀਓ, ਸਾਡੇ ਦੇਸ਼ ਵਿੱਚ ਵੱਖ-ਵੱਖ ਸਥਾਨਾਂ ਉੱਤੇ ਵਿਕਾਸ ਦੀ ਤਸਵੀਰ ਵੱਖੋ ਵੱਖ ਹੈ। ਕੁਝ ਖੇਤਰ ਬਹੁਤ ਅੱਗੇ ਹਨ, ਕੁਝ ਖੇਤਰ ਬਹੁਤ ਪਿੱਛੇ ਹਨ। ਇਹ ਅਸੰਤੁਲਨ ਆਤਮ ਨਿਰਭਰ ਭਾਰਤ ਦੇ ਸਾਹਮਣੇ ਇੱਕ ਮਹੱਤਵਪੂਰਨ ਚੁਣੌਤੀ ਮੈਂ ਮੰਨ ਸਕਦਾ ਹਾਂ ਅਤੇ ਇਸ ਲਈ ਜਿਵੇਂ ਮੈਂ ਸ਼ੁਰੂ ਵਿੱਚ ਕਿਹਾ, 110 ਅਭਿਲਾਸ਼ੀ ਜ਼ਿਲ੍ਹਿਆਂ ਉੱਤੇ ਅਸੀਂ ਜ਼ੋਰ ਦੇ ਰਹੇ ਹਾਂ। ਉਹਨਾਂ ਨੂੰ ਵਿਕਾਸ ਦੀ ਬਰਾਬਰੀ 'ਤੇ ਲਿਆਉਣਾ ਚਾਹੁੰਦੇ ਹਾਂ। ਵਿਕਾਸ ਦਾ ਈਕੋਸਿਸਟਮ ਬਣਾਉਣਾ, ਕਨੈਕਟੀਵਿਟੀ ਨੂੰ ਸੁਧਾਰਨਾ, ਇਹ ਸਾਡੀ ਪਹਿਲ ਹੈ। ਹੁਣ ਤੁਸੀਂ ਵੇਖੋ, ਹਿੰਦੁਸਤਾਨ ਦਾ ਪੱਛਮੀ ਭਾਗ ਅਤੇ ਹਿੰਦੁਸਤਾਨ ਦੇ ਵਿਚਕਾਰ ਤੋਂ ਲੈ ਕੇ ਪੂਰਬੀ ਭਾਗ, ਪੂਰਬੀ ਉੱਤਰ ਪ੍ਰਦੇਸ਼ ਹੋਵੇ, ਬਿਹਾਰ ਹੋਵੇ, ਬੰਗਾਲ ਹੋਵੇ, ਨਾਰਥ ਈਸਟ ਹੋਵੇ, ਉੜੀਸਾ ਹੋਵੇ, ਇਹ ਸਾਰੇ ਖੇਤਰ ਬੇਹੱਦ ਸੰਪत्ति ਹੈ, ਕੁਦਰਤੀ ਸੰਪत्ति ਦੇ ਭੰਡਾਰ ਹਨ। ਇੱਥੋਂ ਦੇ ਲੋਕ ਸਮਰੱਥਾਵਾਨ ਹਨ, ਸ਼ਕਤੀਵਾਨ ਹਨ, ਪ੍ਰਤਿਭਾਸ਼ੀਲ ਹਨ, ਲੇਕਿਨ ਮੌਕਿਆਂ ਦੇ ਅਣਹੋਂਦ ਕਾਰਨ ਇਹਨਾਂ ਖੇਤਰਾਂ ਵਿੱਚ ਅਸੰਤੁਲਨ ਰਿਹਾ ਹੈ ਅਤੇ ਇਸ ਲਈ ਅਸੀਂ ਅਨੇਕ ਕਦਮ ਚੁੱਕੇ। ਈਸਟਰਨ ਡੈਡੀਕੇਟਡ ਫਰੇਟ ਕੋਰੀਡੋਰ ਹੋਵੇ, ਪੂਰਬ ਵਿੱਚ ਗੈਸ ਪਾਈਪਲਾਈਨ ਨਾਲ ਜੋੜਨ ਦੀ ਗੱਲ ਹੋਵੇ, ਨਵੇਂ ਰੋਡ ਰੇਲ ਦਾ ਇਨਫਰਾਸਟ੍ਰਕਚਰ ਖੜਾ ਕਰਨਾ ਹੋਵੇ, ਉੱਥੇ ਨਵੇਂ ਪੋਰਟ ਬਣਾਉਣੇ ਹੋਣ, ਯਾਨੀ ਇੱਕ ਤਰ੍ਹਾਂ ਨਾਲ ਪੂਰੇ ਡਿਵੈਲਪਮੈਂਟ ਲਈ ਇਨਫਰਾਸਟ੍ਰਕਚਰ ਦਾ ਜੋ ਨਵਾਂ ਖਾਕਾ ਹੋਣਾ ਚਾਹੀਦਾ ਹੈ, ਉਸ ਨੂੰ ਹੋਲਿਸਟਿਕ ਤਰੀਕੇ ਨਾਲ ਅਸੀਂ ਵਿਕਸਿਤ ਕਰ ਰਹੇ ਹਾਂ ਤਾਂ ਕਿ ਸਾਡੇ ਖੇਤਰ ਵੀ ਵਿਕਾਸ ਦੀ ਦਿਸ਼ਾ ਵਿੱਚ, ਉਸੇ ਤਰ੍ਹਾਂ ਲੇਹ ਲਦਾਖ, ਕਾਰਗਿਲ, ਜੰਮੂ ਕਸ਼ਮੀਰ, ਇਹ ਖੇਤਰ ਇੱਕ ਤਰ੍ਹਾਂ ਨਾਲ ਇਹਨਾਂ ਖੇਤਰਾਂ ਨੂੰ 1 ਸਾਲ ਪਹਿਲਾਂ 370 ਤੋਂ ਆਜ਼ਾਦੀ ਮਿਲ ਚੁੱਕੀ ਹੈ। 1 ਸਾਲ ਪੂਰਾ ਹੋ ਚੁੱਕਿਆ ਹੈ। ਇਹ 1 ਸਾਲ ਜੰਮੂ ਕਸ਼ਮੀਰ ਦੀ ਇੱਕ ਨਵੀਂ ਵਿਕਾਸ ਯਾਤਰਾ ਦਾ ਬਹੁਤ ਮਹੱਤਵਪੂਰਨ ਪੜਾਅ ਹੈ। ਇਹ 1 ਸਾਲ
ਉੱਥੇ ਦੀਆਂ ਔਰਤਾਂ ਨੂੰ, ਦਲਿਤਾਂ ਨੂੰ ਮੁੱਢਲੇ ਅਧਿਕਾਰ ਦੇਣ ਵਾਲਾ ਕਾਲਖੰਡ ਰਿਹਾ ਹੈ। ਇਹ ਸਾਡੇ ਸ਼ਰਨਾਰਥੀਆਂ ਨੂੰ ਇੱਜ਼ਤ ਦੇਣ ਵਾਲਾ ਜੀਵਨ ਜੀਣ ਦਾ ਵੀ ਇੱਕ ਸਾਲ ਰਿਹਾ ਹੈ। ਵਿਕਾਸ ਦਾ ਲਾਭ ਪਿੰਡਾਂ ਅਤੇ ਗਰੀਬਾਂ ਤੱਕ ਪਹੁੰਚਾਉਣ ਲਈ ਬੈਕ ਟੂ ਵਿਲੇजेस ਵਰਗੇ ਖਾਸ ਅਭਿਆਨ ਚਲਾਏ ਜਾ ਰਹੇ ਹਨ। ਆਯੁਸ਼ਮਾਨ ਯੋਜਨਾ ਨੂੰ ਬਿਹਤਰੀਨ ਤਰੀਕੇ ਨਾਲ ਅੱਜ ਜੰਮੂ ਕਸ਼ਮੀਰ ਅਤੇ ਲੱਦਾਖ ਦੇ ਖੇਤਰ ਵਿੱਚ ਉਪਯੋਗ ਕੀਤਾ ਜਾ ਰਿਹਾ ਹੈ। ਮੇਰੇ ਪਿਆਰੇ ਦੇਸ਼ਵਾਸੀਓ, ਲੋਕਤੰਤਰ ਦੀ ਮਜ਼ਬੂਤੀ, ਲੋਕਤੰਤਰ ਦੀ ਸੱਚੀ ਤਾਕਤ ਸਾਡੀ ਚੁਣੀ ਹੋਈ ਸਥਾਨਕ ਇਕਾਈਆਂ ਵਿੱਚ ਹੈ। ਸਾਡੇ ਸਭ ਲਈ ਮਾਣ ਦੀ ਗੱਲ ਹੈ ਕਿ ਜੰਮੂ ਕਸ਼ਮੀਰ ਵਿੱਚ ਸਥਾਨਕ ਇਕਾਈਆਂ ਦੇ ਜਨ ਪ੍ਰਤੀਨਿਧੀ ਸਰਗਰਮੀ ਅਤੇ ਸੰਵੇਦਨਸ਼ੀਲਤਾ ਦੇ ਨਾਲ ਵਿਕਾਸ ਦੇ ਨਵੇਂ ਯੁੱਗ ਨੂੰ ਅੱਗੇ ਵਧਾ ਰਹੇ ਹਨ। ਮੈਂ ਉਹਨਾਂ ਦੇ ਸਾਰੇ ਪੰਚਾਂ ਸਰਪੰਚਾਂ ਨੂੰ ਤਹਿ ਦਿਲੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ ਵਿਕਾਸ ਯਾਤਰਾ ਵਿੱਚ ਉਹਨਾਂ ਦੀ ਸਰਗਰਮ ਭਾਗੀਦਾਰੀ ਦੇ ਲਈ। ਜੰਮੂ ਕਸ਼ਮੀਰ ਵਿੱਚ ਡੀਲਿਮਿਟੇਸ਼ਨ ਦੀ ਪ੍ਰਕਿਰਿਆ ਚੱਲ ਰਹੀ ਹੈ। ਸੁਪਰੀਮ ਕੋਰਟ ਦੇ ਸੇਵਾ ਮੁਕਤ ਨਿਆਮੂਰਤੀ ਦੀ ਅਗਵਾਈ ਵਿੱਚ ਡੀਲਿਮਿਟੇਸ਼ਨ ਦਾ ਕੰਮ ਚੱਲ ਰਿਹਾ ਹੈ ਅਤੇ ਜਲਦੀ ਨਾਲ ਡੀਲਿਮਿਟੇਸ਼ਨ ਦਾ ਕੰਮ ਪੂਰਾ ਹੁੰਦੇ ਹੀ ਭਵਿੱਖ ਵਿੱਚ ਉੱਥੇ ਚੋਣਾਂ ਹੋਣ, ਜੰਮੂ ਕਸ਼ਮੀਰ ਦੇ MLA ਹੋਣ, ਜੰਮੂ ਕਸ਼ਮੀਰ ਦੇ ਮੰਤਰੀ ਹੋਣ, ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਹੋਣ। ਨਵੀਂ ਊਰਜਾ ਦੇ ਨਾਲ ਵਿਕਾਸ ਦੇ ਰਸਤੇ ਉੱਤੇ ਅੱਗੇ ਵਧੀਏ, ਇਸ ਦੇ ਲਈ ਦੇਸ਼ ਵਚਨਬੱਧ ਵੀ ਹੈ ਅਤੇ ਯਤਨਸ਼ੀਲ ਵੀ ਹੈ। ਲੱਦਾਖ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਕੇ ਵਰ੍ਹਿਆਂ ਪੁਰਾਣੀ ਜੋ ਉਹਨਾਂ ਦੀ ਮੰਗ ਸੀ, ਉਹਨਾਂ ਦੀ ਇੱਛਾ ਸੀ, ਉਸ ਇੱਛਾ ਨੂੰ ਅਸੀਂ ਪੂਰਾ ਕਰਨ ਦਾ, ਉਹਨਾਂ ਨੂੰ ਸਨਮਾਨਿਤ ਕਰਨ ਦਾ ਇੱਕ ਬਹੁਤ ਵੱਡਾ ਕੰਮ ਕੀਤਾ ਹੈ। ਹਿਮਾਲਿਆ ਦੀਆਂ ਉਚਾਈਆਂ ਵਿੱਚ ਬਸਿਆ ਲੱਦਾਖ ਵਿਕਾਸ ਦੇ ਨਵੇਂ ਸਿਖਰ ਦੇ ਵੱਲ ਅੱਗੇ ਵਧ ਰਿਹਾ ਹੈ। ਹੁਣ ਸੈਂਟਰਲ ਯੂਨੀਵਰਸਿਟੀ ਉੱਥੇ ਬਣ ਰਹੀ ਹੈ, ਨਵੇਂ ਰਿਸਰਚ ਸੈਂਟਰ ਬਣ ਰਹੇ ਹਨ, ਹੋਟਲ ਮੈਨੇਜਮੈਂਟ ਦੇ ਕੋਰਸਿਸ ਉੱਥੇ ਚੱਲ ਰਹੇ ਹਨ। ਬਿਜਲੀ ਦੇ ਲਈ 7,500 ਮੈਗਾਵਾਟ ਦੇ ਸੋਲਰ ਪਾਰਕ ਦੀ ਉਸਾਰੀ ਦੀ ਯੋਜਨਾ ਬਣ ਰਹੀ ਹੈ। ਲੇਕਿਨ ਮੇਰੇ ਪਿਆਰੇ ਦੇਸ਼ਵਾਸੀਓ, ਲੱਦਾਖ ਦੀਆਂ ਕਈ ਵਿਸ਼ੇਸ਼ਤਾਵਾਂ ਹਨ। ਉਹਨਾਂ ਵਿਸ਼ੇਸ਼ਤਾਵਾਂ ਨੂੰ ਅਸੀਂ ਸੰਭਾਲਣਾ ਵੀ ਹੈ, ਸੰਵਾਰਨਾ ਵੀ ਹੈ। ਅਤੇ ਜਿਵੇਂ ਸਿੱਕਿਮ ਨੇ ਸਾਡੇ ਨਾਰਥ ਈਸਟ ਵਿੱਚ ਸਿੱਕਿਮ ਨੇ ਆਪਣੀ ਆਰਗੈਨਿਕ ਸਟੇਟ ਦੀ ਪਹਿਚਾਣ ਬਣਾਈ ਹੈ, ਉਂਝ ਹੀ ਲੱਦਾਖ, ਲੇਹ, ਕਾਰਗਿਲ ਪੂਰਾ ਖੇਤਰ ਸਾਡੇ ਦੇਸ਼ ਲਈ ਕਾਰਬਨ ਨਿਊਟਰਲ ਇਕਾਈ ਦੇ ਰੂਪ ਵਿੱਚ ਆਪਣੀ ਪਹਿਚਾਣ ਬਣਾ ਸਕਦਾ ਹੈ। ਅਤੇ ਇਸ ਦੇ ਲਈ ਭਾਰਤ ਸਰਕਾਰ ਉਥੋਂ ਦੇ ਨਾਗਰਿਕਾਂ ਦੇ ਨਾਲ ਮਿਲ ਕੇ ਇੱਕ ਨਮੂਨਾ ਰੂਪ, ਪ੍ਰੇਰਣਾ ਰੂਪ ਕਾਰਬਨ ਨਿਊਟਰਲ ਵਿਕਾਸ ਦਾ ਮਾਡਲ, ਉਥੋਂ ਦੀਆਂ ਜ਼ਰੂਰਤਾਂ ਦੀ ਪੂਰਤੀ ਵਾਲਾ ਮਾਡਲ, ਉਸ ਦਿਸ਼ਾ ਵਿੱਚ ਅਸੀਂ ਅੱਗੇ ਵਧ ਰਹੇ ਹਾਂ। ਮੇਰੇ ਪਿਆਰੇ ਦੇਸ਼ਵਾਸੀਓ, ਭਾਰਤ ਨੇ ਵਿਖਾਇਆ ਹੈ ਕਿ ਵਾਤਾਵਰਣ ਦੇ ਨਾਲ ਸੰਤੁਲਨ ਰੱਖਦੇ ਹੋਏ ਵੀ ਤੇਜ਼ ਵਿਕਾਸ ਸੰਭਵ ਹੈ। ਅੱਜ ਭਾਰਤ ਵਨ ਵਰਲਡ, ਵਨ ਸਨ, ਵਨ ਗ੍ਰਿਡ ਦੇ ਵਿਜ਼ਨ ਦੇ ਨਾਲ ਪੂਰੀ ਦੁਨੀਆ ਨੂੰ ਖਾਸ ਤੌਰ ਤੇ ਸੂਰਜੀ ਊਰਜਾ ਦੇ ਖੇਤਰ ਵਿੱਚ ਪ੍ਰੇਰਿਤ ਕਰ ਰਿਹਾ ਹੈ। ਰੀਨਿਊਏਬਲ ਐਨਰਜੀ ਦੇ ਉਤਪਾਦਨ ਦੇ ਮਾਮਲੇ ਵਿੱਚ ਅੱਜ ਭਾਰਤ ਦੁਨੀਆ ਦੇ 5 ਟੌਪ ਦੇਸ਼ਾਂ ਵਿੱਚ ਆਪਣੀ ਜਗ੍ਹਾ ਬਣਾ ਚੁੱਕਿਆ ਹੈ। ਪ੍ਰਦੂਸ਼ਣ ਦੇ ਹੱਲ ਨੂੰ ਲੈ ਕੇ ਭਾਰਤ ਜਾਗਰੂਕ ਵੀ ਹੈ ਅਤੇ ਭਾਰਤ ਸਰਗਰਮ ਵੀ ਹੈ। ਸਵੱਛ ਭਾਰਤ ਅਭਿਆਨ ਹੋਵੇ, ਧੂਆਂ ਰਹਿਤ ਰਸੋਈ ਗੈਸ ਦੀ ਵਿਵਸਥਾ ਹੋਵੇ, LED ਬਲਬ ਦਾ ਅਭਿਆਨ ਹੋਵੇ, CNG ਆਧਾਰਿਤ ਟਰਾਂਸਪੋਰਟੇਸ਼ਨ ਦੀ ਵਿਵਸਥਾ ਹੋਵੇ, ਇਲੈਕਟ੍ਰਿਕ ਮੋਬਿਲਿਟੀ ਦੀ ਕੋਸ਼ਿਸ਼ ਹੋਵੇ, ਅਸੀਂ ਕੋਈ ਕਸਰ ਨਹੀਂ ਛੱਡ ਰਹੇ ਹਾਂ। ਪੈਟਰੋਲ ਤੋਂ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਇਥੇਨੋਲ ਉਤਪਾਦਨ ਵਧਾਉਣ ਵਿੱਚ ਅਤੇ ਉਸ ਦੇ ਇਸਤੇਮਾਲ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ। 5 ਸਾਲ ਪਹਿਲਾਂ ਸਾਡੇ ਦੇਸ਼ ਦੇ ਅੰਦਰ ਇਥੇਨੋਲ ਦੀ ਕੀ ਹਾਲਤ ਸੀ? 5 ਸਾਲ ਪਹਿਲਾਂ ਸਾਡੇ ਦੇਸ਼ ਵਿੱਚ
40 ਕਰੋੜ ਲੀਟਰ ਉਤਪਾਦਨ ਹੁੰਦਾ ਸੀ। ਅੱਜ 5 ਸਾਲ ਵਿੱਚ 5 ਗੁਣਾ ਹੋ ਗਿਆ ਅਤੇ ਅੱਜ 200 ਕਰੋੜ ਲੀਟਰ ਈਥੇਨॉल ਸਾਡੇ ਦੇਸ਼ ਵਿੱਚ ਬਣ ਰਿਹਾ ਹੈ, ਜੋ ਵਾਤਾਵਰਣ ਲਈ ਬਹੁਤ ਕਾਰਗਰ ਸਿੱਧ ਹੋ ਰਿਹਾ ਹੈ। ਮੇਰੇ ਪਿਆਰੇ ਦੇਸ਼ ਵਾਸੀਓ, ਦੇਸ਼ ਦੇ 100 ਸ਼ਹਿਰਾਂ ਵਿੱਚ, ਚੁਣੇ ਹੋਏ 100 ਸ਼ਹਿਰਾਂ ਵਿੱਚ ਪ੍ਰਦੂਸ਼ਣ ਘੱਟ ਕਰਨ ਲਈ ਅਸੀਂ ਇੱਕ ਹੋਲਿਸਟਿਕ ਅਪਰੋਚ ਦੇ ਨਾਲ, ਇੱਕ ਇੰਟੀਗ੍ਰੇਟਿਡ ਅਪਰੋਚ ਦੇ ਨਾਲ, ਇੱਕ ਜਨ ਭਾਗੀਦਾਰੀ ਦੇ ਨਾਲ, ਆਧੁਨਿਕ ਟੈਕਨੋਲੋਜੀ ਦੀ ਭਰਪੂਰ ਵਰਤੋਂ ਕਰਦੇ ਹੋਏ ਅਸੀਂ ਉਸ ਨੂੰ ਪ੍ਰਦੂਸ਼ਣ ਘੱਟ ਕਰਨ ਦੀ ਦਿਸ਼ਾ ਵਿੱਚ ਇੱਕ ਮਿਸ਼ਨ ਦੇ ਰੂਪ ਵਿੱਚ ਕੰਮ ਕਰਨ ਵਾਲੇ ਹਾਂ। ਮੇਰੇ ਪਿਆਰੇ ਦੇਸ਼ ਵਾਸੀਓ, ਭਾਰਤ ਇਸ ਗੱਲ ਨੂੰ ਮਾਣ ਨਾਲ ਕਹਿ ਸਕਦਾ ਹੈ, ਭਾਰਤ ਉਹਨਾਂ ਬਹੁਤ ਘੱਟ ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਜੰਗਲਾਂ ਦਾ ਵਿਸਤਾਰ ਹੋ ਰਿਹਾ ਹੈ। ਆਪਣੀ ਬਾਇਓਡਾਇਵਰਸਿਟੀ ਦੀ ਹਿਫਾਜ਼ਤ ਅਤੇ ਸੰਰਖਣ ਲਈ ਭਾਰਤ ਪੂਰੀ ਤਰ੍ਹਾਂ ਸੰਵੇਦਨਸ਼ੀਲ ਹੈ। ਅਸੀਂ ਲੋਕਾਂ ਨੇ ਸਫਲਤਾਪੂਰਵਕ ਪ੍ਰੋਜੈਕਟ ਟਾਈਗਰ, ਪ੍ਰੋਜੈਕਟ ਐਲੀਫੈਂਟ ਅਸੀਂ ਸਫਲਤਾਪੂਰਵਕ ਅੱਗੇ ਵਧਾਇਆ ਹੈ। ਸਾਡੇ ਇੱਥੇ ਟਾਈਗਰ ਦੀ ਆਬਾਦੀ ਵਧੀ ਹੈ। ਹੁਣ ਆਉਣ ਵਾਲੇ ਦਿਨਾਂ ਵਿੱਚ ਏਸ਼ੀਆਟਿਕ ਲਾਇਨ ਲਈ ਪ੍ਰੋਜੈਕਟ ਲਾਇਨ ਦੀ ਸ਼ੁਰੂਆਤ ਹੋ ਰਹੀ ਹੈ ਅਤੇ ਉਸ ਵਿੱਚ ਪ੍ਰੋਜੈਕਟ ਲਾਇਨ ਭਾਰਤੀ ਸ਼ਹਿਰਾਂ ਦੀ ਰੱਖਿਆ, ਸੁਰੱਖਿਆ, ਆਵਾਜਾਈ, ਇਨਫਰਾਸਟ੍ਰਕਚਰ ਅਤੇ ਵਿਸ਼ੇਸ਼ ਕਰਕੇ ਉਹਨਾਂ ਦੇ ਲਈ ਜੋ ਜ਼ਰੂਰੀ ਹੁੰਦਾ ਹੈ, ਸਪੈਸ਼ਲ ਪ੍ਰਕਾਰ ਦਾ ਹੈਲਥ ਇਨਫਰਾਸਟ੍ਰਕਚਰ, ਉਸ ਉੱਤੇ ਵੀ ਕੰਮ ਕੀਤਾ ਜਾਵੇਗਾ ਅਤੇ ਪ੍ਰੋਜੈਕਟ ਲਾਇਨ ਉੱਤੇ ਜ਼ੋਰ ਦਿੱਤਾ ਜਾਵੇਗਾ। ਨਾਲ ਹੀ ਇੱਕ ਹੋਰ ਕੰਮ ਨੂੰ ਵੀ ਅਸੀਂ ਹੱਲਾਸ਼ੇਰੀ ਦੇਣਾ ਚਾਹੁੰਦੇ ਹਾਂ ਅਤੇ ਉਹ ਹੈ ਪ੍ਰੋਜੈਕਟ ਡੌਲਫਿਨ ਚਲਾਇਆ ਜਾਵੇਗਾ। ਨਦੀਆਂ ਵਿੱਚ, ਸਮੁੰਦਰ ਵਿੱਚ ਰਹਿਣ ਵਾਲੀਆਂ ਦੋਨਾਂ ਤਰ੍ਹਾਂ ਦੀਆਂ ਡੌਲਫਿਨਸ ਉੱਤੇ ਅਸੀਂ ਫੋਕਸ ਕਰਾਂਗੇ। ਇਸ ਤੋਂ ਬਾਇਓਡਾਇਵਰਸਿਟੀ ਨੂੰ ਵੀ ਤਾਕਤ ਮਿਲੇਗੀ ਅਤੇ ਰੋਜ਼ਗਾਰ ਦੇ ਮੌਕੇ ਵੀ ਮਿਲਣਗੇ। ਇਹ ਟੂਰਿਜ਼ਮ ਦੇ ਖਿੱਚ ਦਾ ਵੀ ਕੇਂਦਰ ਹੁੰਦਾ ਹੈ, ਤਾਂ ਇਸ ਦਿਸ਼ਾ ਵਿੱਚ ਅਸੀਂ ਅੱਗੇ ਵਧਣ ਵਾਲੇ ਹਾਂ। ਮੇਰੇ ਪਿਆਰੇ ਦੇਸ਼ ਵਾਸੀਓ, ਜਦੋਂ ਅਸੀਂ ਇੱਕ ਗੈਰ ਮਾਮੂਲੀ ਟੀਚੇ ਨੂੰ ਲੈ ਕੇ ਇੱਕ ਗੈਰ ਮਾਮੂਲੀ ਯਾਤਰਾ 'ਤੇ ਨਿਕਲਦੇ ਹਾਂ ਤਾਂ ਰਸਤੇ ਵਿੱਚ ਚੁਣੌਤੀਆਂ ਦੀ ਭਰਮਾਰ ਹੁੰਦੀ ਹੈ ਅਤੇ ਚੁਣੌਤੀਆਂ ਵੀ ਅਸਧਾਰਨ ਹੁੰਦੀਆਂ ਨੇ। ਇੰਨੇ ਸੰਕਟਾਂ ਦੇ ਵਿੱਚ ਵੀ ਸੀਮਾ ਉੱਤੇ ਦੇਸ਼ ਦੀ ਸਮਰੱਥਾ ਨੂੰ ਚੁਣੌਤੀ ਦੇਣ ਦੇ ਬੁਰੇ ਯਤਨ ਹੋਏ ਨੇ, ਲੇਕਿਨ LOC ਤੋਂ ਲੈ ਕੇ LAC ਤੱਕ ਦੇਸ਼ ਦੀ ਪ੍ਰਭੂ ਸੱਤਾ ਉੱਤੇ ਜਿਸ ਕਿਸੇ ਨੇ ਅੱਖ ਚੁੱਕੀ, ਦੇਸ਼ ਦੀ ਫੌਜ ਨੇ, ਸਾਡੇ ਵੀਰ ਜਵਾਨਾਂ ਨੇ ਉਸ ਦਾ ਉਸੇ ਦੀ ਭਾਸ਼ਾ ਵਿੱਚ ਜਵਾਬ ਦਿੱਤਾ ਹੈ। ਭਾਰਤ ਦੀ ਪ੍ਰਭੂ ਸੱਤਾ ਦੀ ਰਾਖੀ ਲਈ ਪੂਰਾ ਦੇਸ਼ ਇੱਕ ਜੋਸ਼ ਨਾਲ ਭਰਿਆ ਹੋਇਆ ਹੈ, ਸੰਕਲਪ ਤੋਂ ਪ੍ਰੇਰਿਤ ਹੈ ਅਤੇ ਸਮਰੱਥਾ ਤੇ ਅਟੁੱਟ ਸ਼ਰਧਾ ਦੇ ਨਾਲ ਅੱਗੇ ਵਧ ਰਿਹਾ ਹੈ। ਇਸ ਸੰਕਲਪ ਲਈ ਸਾਡੇ ਵੀਰ ਜਵਾਨ ਕੀ ਕਰ ਸਕਦੇ ਹਨ, ਦੇਸ਼ ਕੀ ਕਰ ਸਕਦਾ ਹੈ, ਇਹ ਲੱਦਾਖ ਵਿੱਚ ਦੁਨੀਆ ਨੇ ਦੇਖ ਲਿਆ ਹੈ। ਮੈਂ ਅੱਜ ਮਾਤ ਭੂਮੀ ਉੱਤੇ ਨਿਛਾਵਰ ਉਹਨਾਂ ਸਾਰੇ ਵੀਰ ਜਵਾਨਾਂ ਨੂੰ ਲਾਲ ਕਿਲੇ ਦੀ ਫਸੀਲ ਤੋਂ ਆਦਰਪੂਰਵਕ ਨਮਨ ਕਰਦਾ ਹਾਂ। ਅੱਤਵਾਦ ਹੋਵੇ ਜਾਂ ਵਿਸਤਾਰਵਾਦ ਹੋਵੇ, ਭਾਰਤ ਅੱਜ ਡਟ ਕੇ ਮੁਕਾਬਲਾ ਕਰ ਰਿਹਾ ਹੈ। ਅੱਜ ਦੁਨੀਆ ਦਾ ਭਾਰਤ ਉੱਤੇ ਵਿਸ਼ਵਾਸ ਹੋਰ ਮਜ਼ਬੂਤ ਹੋਇਆ ਹੈ। ਬੀਤੇ ਦਿਨੀ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਅਸਥਾਈ ਮੈਂਬਰ ਦੇ ਰੂਪ ਵਿੱਚ 192 ਚੋਂ 184
192 ਵਿੱਚੋਂ 184 ਦੇਸ਼ਾਂ ਦਾ ਭਾਰਤ ਨੂੰ ਸਮਰਥਨ ਮਿਲਿਆ ਹੈ। ਇਹ ਸਾਡੇ ਹਰ ਹਿੰਦੁਸਤਾਨੀ ਲਈ ਮਾਣ ਦੀ ਗੱਲ ਹੈ। ਸੰਸਾਰ ਵਿੱਚ ਅਸੀਂ ਕਿਵੇਂ ਆਪਣੀ ਪਹੁੰਚ ਬਣਾਈ ਹੈ, ਇਸ ਦੀ ਇਹ ਮਿਸਾਲ ਹੈ। ਇਹ ਤਦੇ ਸੰਭਵ ਹੁੰਦਾ ਹੈ ਜਦੋਂ ਭਾਰਤ ਖੁਦ ਮਜ਼ਬੂਤ ਹੋਵੇ, ਭਾਰਤ ਸਸ਼ਕਤ ਹੋਵੇ, ਭਾਰਤ ਸੁਰੱਖਿਅਤ ਹੋਵੇ। ਇਸ ਸੋਚ ਦੇ ਨਾਲ ਅੱਜ ਅਨੇਕ ਮੋਰਚਿਆਂ ਤੇ ਕੰਮ ਕੀਤਾ ਜਾ ਰਿਹਾ ਹੈ। ਮੇਰੇ ਪਿਆਰੇ ਦੇਸ਼ ਵਾਸੀਓ, ਸਾਡੇ ਗੁਆਂਢੀ ਦੇਸ਼ਾਂ ਦੇ ਨਾਲ, ਚਾਹੇ ਉਹ ਸਾਡੇ ਨਾਲ ਜ਼ਮੀਨ ਤੋਂ ਜੁੜੇ ਹੋਣ ਜਾਂ ਸਮੁੰਦਰ ਤੋਂ, ਆਪਣੇ ਸਬੰਧਾਂ ਨੂੰ ਅਸੀਂ ਸੁਰੱਖਿਆ, ਵਿਕਾਸ ਅਤੇ ਵਿਸ਼ਵਾਸ ਦੀ ਸਾਂਝੇਦਾਰੀ ਦੇ ਨਾਲ ਜੋੜ ਰਹੇ ਹਾਂ। ਭਾਰਤ ਦੀ ਲਗਾਤਾਰ ਕੋਸ਼ਿਸ਼ ਹੈ ਕਿ ਆਪਣੇ ਗੁਆਂਢੀ ਦੇਸ਼ਾਂ ਦੇ ਨਾਲ ਅਸੀਂ ਆਪਣੇ ਸਦੀਆਂ ਪੁਰਾਣੇ ਸੰਸਕ੍ਰਿਤਿਕ, ਆਰਥਿਕ ਅਤੇ ਸਮਾਜਿਕ ਰਿਸ਼ਤਿਆਂ ਨੂੰ ਹੋਰ ਗਹਿਰਾਈ ਦਈਏ। ਦੱਖਣ ਏਸ਼ੀਆ ਵਿੱਚ ਦੁਨੀਆ ਦੀ 1/4 ਜਨਸੰਖਿਆ ਰਹਿੰਦੀ ਹੈ। ਅਸੀਂ ਸਹਿਯੋਗ ਅਤੇ ਭਾਗੀਦਾਰੀ ਨਾਲ ਇੰਨੀ ਵੱਡੀ ਜਨਸੰਖਿਆ ਦੇ ਵਿਕਾਸ ਅਤੇ ਸਮਰਿੱਧੀ ਦੀ ਅਣਗਿਣਤ ਸੰਭਾਵਨਾਵਾਂ ਪੈਦਾ ਕਰ ਸਕਦੇ ਹਾਂ। ਇਸ ਖੇਤਰ ਦੇ ਦੇਸ਼ਾਂ ਦੇ ਸਾਰੇ ਨੇਤਾਵਾਂ ਦੀ ਇਸ ਵਿਸ਼ਾਲ ਜਨ ਸਮੂਹ ਦੇ ਵਿਕਾਸ ਅਤੇ ਤਰੱਕੀ ਲਈ ਬਹੁਤ ਵੱਡੀ ਜ਼ਿੰਮੇਵਾਰੀ ਹੈ, ਇੱਕ ਅਹਿਮ ਜ਼ਿੰਮੇਵਾਰੀ ਹੈ। ਉਸ ਨੂੰ ਨਿਭਾਉਣ ਲਈ ਦੱਖਣ ਏਸ਼ੀਆ ਦੇ ਸਾਰੇ ਖੇਤਰ ਦੇ ਸਾਰੇ ਲੋਕਾਂ ਨੂੰ, ਰਾਜਨੇਤਾਵਾਂ ਨੂੰ, ਸਾਂਸਦਾਂ ਨੂੰ, ਬੁੱਧੀਜੀਵੀਆਂ ਨੂੰ ਵੀ ਮੈਂ ਆਖਣਾ ਚਾਹੁੰਦਾ ਹਾਂ, ਇਸ ਪੂਰੇ ਖੇਤਰ ਵਿੱਚ ਜਿੰਨੀ ਸ਼ਾਂਤੀ ਹੋਵੇਗੀ, ਜਿੰਨਾ ਮਿਲਵਰਤਣ ਹੋਵੇਗਾ, ਓਨੀ ਹੀ ਇਹ ਮਨੁੱਖਤਾ ਦੇ ਕੰਮ ਆਵੇਗੀ, ਮਨੁੱਖਤਾ ਦੇ ਹਿੱਤ ਵਿੱਚ ਹੋਵੇਗਾ। ਪੂਰੀ ਦੁਨੀਆ ਦਾ ਹਿੱਤ ਇਸ ਵਿੱਚ ਹੈ। ਅੱਜ ਗੁਆਂਢੀ ਸਿਰਫ ਉਹ ਨਹੀਂ ਹੈ ਜਿਨ੍ਹਾਂ ਨਾਲ ਸਾਡੀ ਭੂਗੋਲਿਕ ਸੀਮਾਵਾਂ ਮਿਲਦੀਆਂ ਹਨ, ਸਗੋਂ ਉਹ ਵੀ ਹਨ ਜਿਨ੍ਹਾਂ ਨਾਲ ਸਾਡੇ ਦਿਲ ਮਿਲਦੇ ਹਨ। ਜਿੱਥੇ ਰਿਸ਼ਤਿਆਂ ਵਿੱਚ ਸਮਰਸਤਾ ਹੁੰਦੀ ਹੈ, ਮੇਲ ਮਿਲਾਪ ਰਹਿੰਦਾ ਹੈ। ਮੈਨੂੰ ਖੁਸ਼ੀ ਹੈ ਕਿ ਬੀਤੇ ਕੁਝ ਸਮੇਂ ਵਿੱਚ ਭਾਰਤ ਨੇ ਐਕਸਟੈਂਡਡ ਨੇਬਰਹੁੱਡ ਦੇ ਸਾਰੇ ਦੇਸ਼ਾਂ ਦੇ ਨਾਲ ਆਪਣੇ ਸਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਹੈ। ਪੱਛਮ ਏਸ਼ੀਆ ਦੇ ਦੇਸ਼ਾਂ ਨਾਲ ਸਾਡੇ ਰਾਜਨੀਤਕ, ਆਰਥਿਕ ਅਤੇ ਮਾਨਵੀ ਸਬੰਧਾਂ ਦੀ ਤਰੱਕੀ ਵਿੱਚ ਕਈ ਗੁਣਾ ਤੇਜ਼ੀ ਆਈ ਹੈ। ਵਿਸ਼ਵਾਸ ਕਾਫੀ ਗੁਣਾ ਵੱਧ ਗਿਆ ਹੈ। ਇਹਨਾਂ ਦੇਸ਼ਾਂ ਦੇ ਨਾਲ ਸਾਡੇ ਆਰਥਿਕ ਸਬੰਧ, ਖਾਸ ਕਰ ਊਰਜਾ ਖੇਤਰ ਵਿੱਚ ਭਾਗੀਦਾਰੀ ਬਹੁਤ ਮਹੱਤਵਪੂਰਨ ਹੈ। ਇਹਨਾਂ ਕਈ ਦੇਸ਼ਾਂ ਵਿੱਚ, ਇਹਨਾਂ ਸਾਰੇ ਦੇਸ਼ਾਂ ਵਿੱਚ, ਜ਼ਿਆਦਾਤਰ ਦੇਸ਼ਾਂ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਸਾਡੇ ਭਾਰਤੀ ਭਰਾ ਭੈਣਾਂ ਕੰਮ ਕਰ ਰਹੇ ਨੇ। ਜਿਸ ਤਰ੍ਹਾਂ ਇਹਨਾਂ ਦੇਸ਼ਾਂ ਨੇ ਕੋਰੋਨਾ ਦੇ ਸੰਕਟ ਦੇ ਸਮੇਂ ਭਾਰਤੀਆਂ ਦੀ ਮਦਦ ਕੀਤੀ, ਭਾਰਤ ਸਰਕਾਰ ਦੀ ਬੇਨਤੀ ਦਾ ਸਨਮਾਨ ਕੀਤਾ, ਉਸ ਦੇ ਲਈ ਭਾਰਤ ਉਹਨਾਂ ਸਾਰੇ ਦੇਸ਼ਾਂ ਦਾ ਅਹਿਸਾਨਮੰਦ ਹੈ ਅਤੇ ਮੈਂ ਆਪਣੀ ਅਹਿਸਾਨਮੰਦੀ ਪ੍ਰਗਟ ਕਰਨਾ ਚਾਹੁੰਦਾ ਹਾਂ। ਇਸ ਤਰ੍ਹਾਂ ਸਾਡੇ ਪੂਰਬ ਦੇ ਆਸੀਆਨ ਦੇਸ਼
ਜੋ ਸਾਡੇ ਮੈਰੀਟਾਈਮ ਗੁਆਂਢੀ ਵੀ ਹਨ, ਉਹ ਵੀ ਸਾਡੇ ਲਈ ਬਹੁਤ ਵਿਸ਼ੇਸ਼ ਮਹੱਤਵ ਰੱਖਦੇ ਹਨ। ਇਹਨਾਂ ਦੇ ਨਾਲ ਭਾਰਤ ਦਾ ਹਜ਼ਾਰਾਂ ਸਾਲ ਪੁਰਾਣਾ ਧਾਰਮਿਕ ਤੇ ਸੱਭਿਆਚਾਰਕ ਸੰਬੰਧ ਹੈ। ਬੁੱਧ ਧਰਮ ਦੀਆਂ ਪਰੰਪਰਾਵਾਂ ਸਾਨੂੰ ਉਹਨਾਂ ਨਾਲ ਜੋੜਦੀਆਂ ਹਨ। ਅੱਜ ਭਾਰਤ ਇਹਨਾਂ ਦੇਸ਼ਾਂ ਦੇ ਨਾਲ ਸਿਰਫ ਸੁਰੱਖਿਆ ਖੇਤਰ ਵਿੱਚ ਹੀ ਨਹੀਂ, ਸਗੋਂ ਸਮੁੰਦਰੀ ਸਰੋਤਾਂ ਦੇ ਖੇਤਰ ਵਿੱਚ ਵੀ ਸਹਿਯੋਗ ਵਧਾ ਰਿਹਾ ਹੈ। ਮੇਰੇ ਪਿਆਰੇ ਦੇਸ਼ਵਾਸੀਓ, ਭਾਰਤ ਦੇ ਜਿੰਨੇ ਯਤਨ ਸ਼ਾਂਤੀ ਅਤੇ ਸਦਭਾਵਨਾ ਲਈ ਹਨ, ਓਨੀ ਹੀ ਵਚਨਬੱਧਤਾ ਆਪਣੀ ਸੁਰੱਖਿਆ ਅਤੇ ਆਪਣੀਆਂ ਸੈਨਾਵਾਂ ਨੂੰ ਸਸ਼ਕਤ ਕਰਨ ਲਈ ਵੀ ਹੈ। ਰੱਖਿਆ ਉਤਪਾਦਨ ਵਿੱਚ ਆਤਮ ਨਿਰਭਰ ਭਾਰਤ ਨੇ ਕਈ ਵੱਡੇ ਕਦਮ ਲਏ ਗਏ ਨੇ। ਹਾਲ ਹੀ ਵਿੱਚ 100 ਤੋਂ ਵੱਧ ਫੌਜੀ ਉਪਕਰਣਾਂ ਦੀ ਦਰਾਮਦ ਉੱਤੇ ਅਸੀਂ ਰੋਕ ਲਗਾ ਦਿੱਤੀ ਹੈ। ਮਿਜ਼ਾਈਲਾਂ ਤੋਂ ਲੈ ਕੇ ਹਲਕੇ ਜੰਗੀ ਹੈਲੀਕਾਪਟਰਾਂ ਤੱਕ, ਅਸੌਲਟ ਰਾਈਫਲ ਤੋਂ ਲੈ ਕੇ ਟਰਾਂਸਪੋਰਟ 에ਅਰਕ੍ਰਾਫਟ ਤੱਕ ਸਾਰੇ ਮੇਕ ਇਨ ਇੰਡੀਆ ਹੋ ਗਏ। ਆਪਣਾ ਤੇਜਸ ਵੀ ਆਪਣਾ ਤੇਜ, ਆਪਣੀ ਤੇਜ਼ੀ ਅਤੇ ਆਪਣੀ ਤਾਕਤ ਵਿਖਾਉਣ ਲਈ ਆਧੁਨਿਕ ਜ਼ਰੂਰਤਾਂ ਦੇ ਹਿਸਾਬ ਨਾਲ ਤਿਆਰ ਹੋ ਰਿਹਾ ਹੈ। ਦੇਸ਼ ਦੀ ਸੁਰੱਖਿਆ ਵਿੱਚ ਸਾਡੇ ਬਾਰਡਰ ਤੇ ਕੋਸਟਲ ਇਨਫਰਾਸਟ੍ਰਕਚਰ ਦੀ ਬਹੁਤ ਵੱਡੀ ਭੂਮਿਕਾ ਹੈ। ਅੱਜ ਹਿਮਾਲਿਆ ਦੀਆਂ ਚੋਟੀਆਂ ਹੋਣ ਜਾਂ ਹਿੰਦ ਮਹਾਸਾਗਰ ਦੇ ਟਾਪੂ, ਹਰ ਦਿਸ਼ਾ ਵਿੱਚ ਕਨੈਕਟੀਵਿਟੀ ਦੇ ਵਿਸਥਾਰ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ। ਲੱਦਾਖ ਤੋਂ ਲੈ ਕੇ ਅਰੁਣਾਚਲ ਪ੍ਰਦੇਸ਼ ਤੱਕ ਵੱਡੇ ਪੈਮਾਨੇ ਤੇ ਸਾਡੇ ਦੇਸ਼ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਨਵੀਆਂ ਸੜਕਾਂ ਤਿਆਰ ਕੀਤੀਆਂ ਗਈਆਂ ਹਨ। ਮੇਰੇ ਪਿਆਰੇ ਦੇਸ਼ਵਾਸੀਓ, ਸਾਡਾ ਇੰਨਾ ਵੱਡਾ ਸਮੁੰਦਰ ਤੱਟ ਹੈ, ਲੇਕਿਨ ਨਾਲੋਂ ਨਾਲ ਸਾਡੇ ਕੋਲ 1300 ਤੋਂ ਜ਼ਿਆਦਾ ਆਈਲੈਂਡਸ ਹਨ। ਕੁਝ ਚੁਣਿੰਦਾ ਆਈਲੈਂਡ ਦੇ ਮਹੱਤਵ ਨੂੰ ਵੇਖਦੇ ਹੋਏ ਤੇਜ਼ੀ ਨਾਲ ਵਿਕਸਿਤ ਕਰਨ ਵੱਲ ਅਸੀਂ ਅੱਗੇ ਵਧ ਰਹੇ ਹਾਂ। ਤੁਸੀਂ ਵੇਖਿਆ ਹੋਵੇਗਾ, ਪਿਛਲੇ 5 ਦਿਨਾਂ ਦੌਰਾਨ ਅੰਡੇਮਾਨ ਨਿਕੋਬਾਰ ਵਿੱਚ ਸਬਮੈਰੀਨ ਆਪਟੀਕਲ ਫਾਈਬਰ ਕੇਬਲ ਪ੍ਰੋਜੈਕਟ ਦਾ ਉਦਘਾਟਨ ਹੋਇਆ ਹੈ। ਅੰਡੇਮਾਨ ਨਿਕੋਬਾਰ ਨੂੰ ਵੀ ਚੇਨਈ ਅਤੇ ਦਿੱਲੀ ਵਰਗੀ ਇੰਟਰਨੈਟ ਸਹੂਲਤ ਹੁਣ ਉਪਲਬਧ ਹੋਵੇਗੀ। ਹੁਣ ਅਸੀਂ ਅੱਗੇ ਲਕਸ਼ਦੀਪ ਨੂੰ ਵੀ ਇਸੇ ਤਰ੍ਹਾਂ ਜੋੜਨ ਦੇ ਲਈ ਕੰਮ ਨੂੰ ਅੱਗੇ ਵਧਾਉਣ ਵਾਲੇ ਹਾਂ। ਅਗਲੇ 1000 ਦਿਨ ਵਿੱਚ ਲਕਸ਼ਦੀਪ ਨੂੰ ਵੀ ਤੇਜ਼ ਇੰਟਰਨੈਟ ਦੀ ਸਹੂਲਤ ਨਾਲ ਜੋੜਨ ਦਾ ਅਸੀਂ ਟੀਚਾ ਰੱਖਿਆ ਹੈ। ਬਾਰਡਰ ਅਤੇ ਕੋਸਟਲ ਏਰੀਆ ਦੇ ਨੌਜਵਾਨਾਂ ਦੇ ਵਿਕਾਸ, ਉਸ ਨੂੰ ਵੀ ਸੁਰੱਖਿਆ ਨੂੰ ਕੇਂਦਰ ਵਿੱਚ ਰੱਖਦੇ ਹੋਏ ਵਿਕਾਸ ਦੇ ਮਾਡਲ ਦੀ ਦਿਸ਼ਾ ਵਿੱਚ ਅਸੀਂ ਅੱਗੇ ਵਧ ਰਹੇ ਹਾਂ ਅਤੇ ਉਸ ਵਿੱਚ ਇੱਕ ਕਦਮ, ਇੱਕ ਵੱਡਾ ਅਭਿਆਨ ਅਸੀਂ ਸ਼ੁਰੂ ਕਰ ਰਹੇ ਹਾਂ। ਸਾਡੇ ਜੋ ਬਾਰਡਰ ਇਲਾਕੇ ਹਨ, ਸਾਡੇ ਜੋ ਕੋਸਟਲ ਇਲਾਕੇ ਹਨ, ਉਥੋਂ ਦੇ ਕਰੀਬ 173 ਯਾਨੀ 173 ਡਿਸਟ੍ਰਿਕਟ ਹਨ ਜੋ ਕਿਸੇ ਨਾ ਕਿਸੇ ਦੇਸ਼ ਦੀ ਸੀਮਾ ਜਾਂ ਸਮੁੰਦਰੀ ਤੱਟ ਨਾਲ ਜੁੜੇ ਹਨ। ਆਉਣ ਵਾਲੇ ਦਿਨਾਂ ਵਿੱਚ NCC ਦਾ ਵਿਸਥਾਰ ਉਹਨਾਂ ਬਾਰਡਰ ਡਿਸਟ੍ਰਿਕਟ ਦੇ ਨੌਜਵਾਨਾਂ ਲਈ ਕੀਤਾ ਜਾਵੇਗਾ। ਬਾਰਡਰ ਏਰੀਆ ਦੇ ਕੈਡੇਟਸ ਨੂੰ ਅਸੀਂ ਕਰੀਬ 1 ਲੱਖ ਨਵੇਂ NCC ਦੇ ਕੈਡੇਟਸ ਤਿਆਰ ਕਰਾਂਗੇ ਅਤੇ ਉਸ ਵਿੱਚ 1/3 ਸਾਡੀਆਂ ਬੇਟੀਆਂ ਹੋਣ, ਇਹ ਵੀ ਕੋਸ਼ਿਸ਼ ਰਹੇਗੀ। ਬਾਰਡਰ ਏਰੀਆ ਦੇ ਕੈਡੇਟਸ ਨੂੰ ਫੌਜ ਸਿਖਲਾਈ ਦੇਵੇਗੀ। ਕੋਸਟਲ ਏਰੀਆ ਦੇ ਜੋ ਕੈਡੇਟਸ ਹਨ, ਉਹਨਾਂ ਨੂੰ ਨੇਵੀ ਦੇ ਲੋਕ ਸਿਖਲਾਈ ਦੇਣਗੇ ਅਤੇ ਜਿੱਥੇ 에ਅਰ ਬੇਸ ਹਨ, ਉੱਥੇ ਦੇ ਕੈਡੇਟਸ ਨੂੰ 에ਅਰ ਫੋਰਸ ਦੇ ਵੱਲੋਂ ਟ੍ਰੇਨਿੰਗ ਦਿੱਤੀ ਜਾਵੇਗੀ।
ਬਾਰਡਰ ਅਤੇ ਕੋਸਟਲ ਏਰੀਆ ਨੂੰ ਸੰਕਟਾਂ ਨਾਲ ਨਜਿੱਠਣ ਲਈ ਇੱਕ ਟ੍ਰੇਨਡ ਮੈਨ ਪਾਵਰ ਮਿਲੇਗਾ। ਨੌਜਵਾਨਾਂ ਨੂੰ ਆਰਮਡ ਫੋਰਸਿਸ ਵਿੱਚ ਕੈਰੀਅਰ ਬਣਾਉਣ ਲਈ ਜ਼ਰੂਰੀ ਸਕਿੱਲ ਵੀ ਮਿਲੇਗੀ। ਮੇਰੇ ਪਿਆਰੇ ਦੇਸ਼ਵਾਸੀਓ, ਪਿਛਲੇ ਵਰੇ ਲਾਲ ਕਿਲੇ ਤੋਂ ਮੈਂ ਕਿਹਾ ਸੀ, ਬੀਤੇ 5 ਵਰੇ ਜ਼ਰੂਰਤਾਂ ਦੀ ਪੂਰਤੀ ਅਤੇ ਅਗਲੇ 5 ਵਰੇ ਇੱਛਾਵਾਂ ਦੀ ਪੂਰਤੀ ਦੇ ਹਨ। ਬੀਤੇ 1 ਸਾਲ ਵਿੱਚ ਹੀ ਦੇਸ਼ ਨੇ ਵੱਡੇ ਅਤੇ ਮਹੱਤਵਪੂਰਨ ਫੈਸਲਿਆਂ ਦੇ ਪੜਾਅ ਨੂੰ ਪਾਰ ਕਰ ਲਿਆ ਹੈ। ਗਾਂਧੀ 150 ਮੌਕੇ ਭਾਰਤ ਦੇ ਪਿੰਡਾਂ ਨੇ ਆਪਣੇ ਆਪ ਨੂੰ ਖੁੱਲ੍ਹੇ ਵਿੱਚ ਸ਼ੌਚ ਤੋਂ ਮੁਕਤ ਕੀਤਾ ਹੈ। ਸ਼ਰਧਾ ਦੀ ਵਜ੍ਹਾ ਨਾਲ ਪੀੜਤ ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇਣ ਦਾ ਕਾਨੂੰਨ, ਦਲਿਤਾਂ, ਪਛੜਿਆਂ, OBC ਦੇ ਲਈ, SC, ST, OBC ਲਈ ਰਾਖਵਾਂਕਰਨ ਦੇ ਅਧਿਕਾਰ ਨੂੰ ਬਣਾਉਣ ਦੀ ਗੱਲ ਹੋਵੇ, ਅਸਮ ਅਤੇ ਤ੍ਰਿਪੁਰਾ ਵਿੱਚ ਇਤਿਹਾਸਕ ਸ਼ਾਂਤੀ ਸਮਝੌਤਾ ਹੋਵੇ, ਫੌਜ ਦੀ ਸਾਮੂਹਿਕ ਸ਼ਕਤੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਚੀਫ ਆਫ ਡਿਫੈਂਸ ਸਟਾਫ ਦੀ ਨਿਯੁਕਤੀ ਹੋਵੇ, ਕਰਤਾਰਪੁਰ ਸਾਹਿਬ ਕੋਰੀਡੋਰ ਦਾ ਰਿਕਾਰਡ ਸਮੇਂ ਵਿੱਚ ਉਸਾਰੀ ਹੋਵੇ। ਦੇਸ਼ ਨੇ ਇਤਿਹਾਸ ਬਣਾਇਆ, ਇਤਿਹਾਸ ਬਣਦੇ ਵੇਖਿਆ, ਗੈਰ ਮਾਮੂਲੀ ਕੰਮ ਕਰਕੇ ਵਿਖਾਇਆ। 10 ਦਿਨ ਪਹਿਲਾਂ ਅਯੋਧਿਆ ਵਿੱਚ ਭਗਵਾਨ ਰਾਮ ਦੇ ਸ਼ਾਨਦਾਰ ਮੰਦਿਰ ਦੀ ਉਸਾਰੀ ਸ਼ੁਰੂ ਹੋਈ। ਰਾਮ ਜਨਮ ਭੂਮੀ ਦੇ ਸਦੀਆਂ ਪੁਰਾਣੇ ਵਿਸ਼ੇ ਦਾ ਸ਼ਾਂਤੀਪੂਰਨ ਹੱਲ ਹੋ ਚੁੱਕਿਆ ਹੈ। ਦੇਸ਼ ਦੇ ਲੋਕਾਂ ਨੇ ਜਿਸ ਸੰਜਮ ਦੇ ਨਾਲ ਅਤੇ ਸਮਝਦਾਰੀ ਦੇ ਨਾਲ ਚਾਲ ਚੱਲਣ ਕੀਤਾ ਹੈ, ਵਿਵਹਾਰ ਕੀਤਾ ਹੈ, ਇਹ ਬੇਮਿਸਾਲ ਹੈ ਅਤੇ ਭਵਿੱਖ ਵਿੱਚ ਸਾਡੇ ਲਈ ਪ੍ਰੇਰਣਾਕਾਰਕ ਹੈ। ਸ਼ਾਂਤੀ, ਏਕਤਾ ਅਤੇ ਸਦਭਾਵਨਾ, ਇਹੀ ਤਾਂ ਆਤਮ ਨਿਰਭਰ ਭਾਰਤ ਦੀ ਤਾਕਤ ਬਣਨ ਵਾਲੀ ਹੈ। ਇਹੀ ਮੇਲ ਮਿਲਾਪ, ਇਹੀ ਸਦਭਾਵ ਭਾਰਤ ਦੇ ਰੌਸ਼ਨ ਭਵਿੱਖ ਦੀ ਗਰੰਟੀ ਹੈ। ਇਸੇ ਸਦਭਾਵ ਦੇ ਨਾਲ ਆਪਾਂ ਅੱਗੇ ਵਧਣਾ ਹੈ। ਵਿਕਾਸ ਦੇ ਇਸ ਮਹਾਯੱਗ ਵਿੱਚ ਹਰੇਕ ਹਿੰਦੁਸਤਾਨੀ ਨੇ ਆਪਣੀ ਕੁਝ ਨਾ ਕੁਝ ਆਹੂਤੀ ਦੇਣੀ ਹੈ। ਇਸ ਦਸ਼ਕ ਵਿੱਚ ਭਾਰਤ ਨਵੀਂ ਨੀਤੀ ਅਤੇ ਨਵੀਂ ਰੀਤੀ ਦੇ ਨਾਲ ਹੀ ਅੱਗੇ ਵਧੇਗਾ। ਜਦੋਂ ਸਧਾਰਨ ਨਾਲ ਕੰਮ ਨਹੀਂ ਚੱਲੇਗਾ, ਹੁਣ ਹੁੰਦਾ ਹੈ, ਚੱਲਦਾ ਹੈ ਦਾ ਵਕਤ ਬੀਤ ਗਿਆ ਹੈ। ਅਸੀਂ ਦੁਨੀਆ ਵਿੱਚ ਹੁਣ ਕਿਸੇ ਤੋਂ ਘੱਟ ਨਹੀਂ, ਅਸੀਂ ਸਭ ਤੋਂ ਉੱਤੇ ਰਹਿਣ ਦੀ ਕੋਸ਼ਿਸ਼ ਕਰਾਂਗੇ ਅਤੇ ਇਸ ਲਈ ਅਸੀਂ ਸਭ ਤੋਂ ਉੱਤਮ ਉਤਪਾਦਨ, ਸਭ ਤੋਂ ਉੱਤਮ ਹਿਊਮਨ ਰਿਸੋਰਸ, ਸਭ ਤੋਂ ਉੱਤਮ ਗਵਰਨੈਂਸ, ਹਰ ਚੀਜ਼ ਵਿੱਚ ਸਭ ਤੋਂ ਉੱਤਮ ਦੇ ਟੀਚੇ ਨੂੰ ਲੈ ਕੇ ਆਜ਼ਾਦੀ ਦੇ 75ਵੇਂ ਸਾਲ ਲਈ ਆਪਾਂ ਅੱਗੇ ਵਧਣਾ ਹੈ। ਸਾਡੀ ਪਾਲਿਸੀ, ਸਾਡੇ ਪ੍ਰੋਸੈਸ, ਸਾਡੇ ਪ੍ਰੋਡਕਟਸ, ਸਭ ਕੁਝ ਉੱਤਮ ਤੋਂ ਉੱਤਮ ਹੋਣ, ਬੈਸਟ ਹੋਣ, ਤਦ ਹੀ ਏਕ ਭਾਰਤ ਸ਼੍ਰੇਸ਼ਠ ਭਾਰਤ ਦੀ ਪਰਿਕਲਪਨਾ ਸਾਕਾਰ ਹੋਵੇਗੀ। ਅੱਜ ਸਾਨੂੰ ਫਿਰ ਤੋਂ ਸੰਕਲਪ ਲੈਣ ਦੀ ਜ਼ਰੂਰਤ ਹੈ। ਇਹ ਸੰਕਲਪ ਆਜ਼ਾਦੀ ਦੇ ਲਈ ਕੁਰਬਾਨੀ ਦੇਣ ਵਾਲਿਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਹੋਵੇ। ਇਹ ਸੰਕਲਪ 130 ਕਰੋੜ ਦੇਸ਼ ਵਾਸੀਆਂ ਲਈ ਹੋਵੇ। ਇਹ ਸੰਕਲਪ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਲਈ ਹੋਵੇ, ਉਹਨਾਂ ਦੇ ਰੌਸ਼ਨ ਭਵਿੱਖ ਲਈ ਹੋਵੇ। ਇਹ ਸੰਕਲਪ ਆਤਮ ਨਿਰਭਰ ਭਾਰਤ ਲਈ ਹੋਵੇ। ਸਾਨੂੰ ਇਹ ਸਹੁੰ ਚੁੱਕਣੀ ਹੋਵੇਗੀ, ਸਾਨੂੰ ਪ੍ਰਤਿੱਗਿਆ ਕਰਨੀ ਹੋਵੇਗੀ, ਅਸੀਂ ਦਰਾਮਦ ਨੂੰ ਘੱਟ ਤੋਂ ਘੱਟ ਕਰਨ ਦੀ ਦਿਸ਼ਾ ਵਿੱਚ ਯੋਗਦਾਨ ਦੇਵਾਂਗੇ। ਅਸੀਂ ਆਪਣੇ ਲਘੂ ਉਦਯੋਗਾਂ ਨੂੰ ਸਸ਼ਕਤ ਕਰਾਂਗੇ। ਅਸੀਂ ਸਭ ਲੋਕਲ ਦੇ ਲਈ ਵੋਕਲ ਬਣਾਂਗੇ ਅਤੇ ਅਸੀਂ ਵੱਧ ਇਨੋਵੇਟ ਕਰਾਂਗੇ। ਅਸੀਂ ਇੰਪਾਵਰ ਕਰਾਂਗੇ ਆਪਣੇ ਨੌਜਵਾਨਾਂ ਨੂੰ, ਔਰਤਾਂ ਨੂੰ, ਆਦੀਵਾਸੀਆਂ ਨੂੰ, ਦਿਵਿਆਂਗਾਂ ਨੂੰ, ਦਲਿਤਾਂ ਨੂੰ, ਗਰੀਬਾਂ ਨੂੰ, ਪਿੰਡਾਂ ਨੂੰ, ਪਛੜਿਆਂ ਨੂੰ, ਹਰ ਕਿਸੇ ਨੂੰ। ਅੱਜ ਭਾਰਤ ਨੇ ਗੈਰ ਮਾਮੂਲੀ ਰਫ਼ਤਾਰ ਨਾਲ ਅਸੰਭਵ ਨੂੰ ਸੰਭਵ ਕੀਤਾ ਹੈ। ਇਸੇ ਇੱਛਾ ਸ਼ਕਤੀ, ਇਸੇ ਲਗਨ, ਇਸੇ ਜਜ਼ਬੇ ਦੇ ਨਾਲ ਹਰ ਇੱਕ ਭਾਰਤੀ ਨੇ ਅੱਗੇ ਵਧਣਾ ਹੈ। ਸਾਲ 2022 ਸਾਡੀ ਆਜ਼ਾਦੀ ਦੇ 75 ਸਾਲ ਦਾ ਪਰਵ
ਹੁਣ ਬਸ ਆ ਹੀ ਗਿਆ ਹੈ। ਅਸੀਂ ਇੱਕ ਕਦਮ ਦੂਰ ਹਾਂ। ਸਾਨੂੰ ਦਿਨ ਰਾਤ ਇੱਕ ਕਰ ਦੇਣਾ ਹੈ। 21ਵੀਂ ਸਦੀ ਦਾ ਇਹ ਤੀਜਾ ਦਹਾਕਾ ਸਾਡੇ ਸੁਪਨਿਆਂ ਨੂੰ ਪੂਰਾ ਕਰਨ ਦਾ ਦਹਾਕਾ ਹੋਣਾ ਚਾਹੀਦਾ ਹੈ। ਕੋਰੋਨਾ ਵੱਡੀ ਵਿਪਤਾ ਹੈ, ਲੇਕਿਨ ਇੰਨੀ ਵੱਡੀ ਨਹੀਂ ਕਿ ਆਤਮ ਨਿਰਭਰ ਭਾਰਤ ਦੀ ਫਤਿਹ ਯਾਤਰਾ ਨੂੰ ਰੋਕ ਸਕੇ। ਮੈਂ ਵੇਖ ਸਕਦਾ ਹਾਂ ਇੱਕ ਨਵੀਂ ਸਵੇਰ ਦੀ ਲਾਲੀ, ਇੱਕ ਨਵੇਂ ਆਤਮ ਵਿਸ਼ਵਾਸ ਦਾ ਉੱਗਣਾ, ਇੱਕ ਨਵੇਂ ਆਤਮ ਨਿਰਭਰ ਭਾਰਤ ਦਾ ਸ਼ੰਖ ਨਾਦ। ਇੱਕ ਵਾਰ ਫਿਰ ਆਪ ਸਭ ਨੂੰ ਸੁਤੰਤਰਤਾ ਦਿਵਸ ਦੀਆਂ ਕੋਟि-ਕੋਟि ਸ਼ੁਭਕਾਮਨਾਵਾਂ। ਆਓ ਮੇਰੇ ਨਾਲ ਦੋਵੇਂ ਹੱਥ ਉੱਤੇ ਕਰਕੇ ਪੂਰੀ ਤਾਕਤ ਨਾਲ ਬੋਲੋ, भारत माता की वंदे वंदे वंदे